कतुत कतुत कतूतियां के आजा दिल्ली वाली जूते के उथे गल्लां करिए मूंह ते ओए पंजाब दी जवानी है के हरियाणे दी जवानी है। ਕਿਸਾਨ ਦੀਆਂ ਜੜ੍ਹਾਂ ਆਪਣੀ ਜ਼ਮੀਨ ਦੇ ਨਾਲ ਜੁੜੀਆਂ ਹੁੰਦੀਆਂ ਨੇ ਤੇ ਅੱਜ ਉਸ ਦੀਆਂ ਜੜ੍ਹਾਂ ਨੂੰ ਖੋਰਾ ਲੱਗਦਾ ਨਜ਼ਰ ਆ ਰਿਹਾ ਹੈ। ਇਹੀ ਵਜ੍ਹਾ ਹੈ ਕਿ ਕਿਸਾਨ ਅੱਜ ਆਪਣੇ ਪਰਿਵਾਰਾਂ ਦੇ ਨਾਲ ਸੜਕਾਂ ਤੇ ਆ ਬੈਠਾ ਹੈ। ਇਸ ਅੰਦੋਲਨ ਨੇ ਕਦੋਂ ਤੇ ਕਿਵੇਂ ਜਨ ਅੰਦੋਲਨ ਦਾ ਰੂਪ ਲੈ ਲਿਆ, ਇਸ ਲਈ ਸਭ ਤੋਂ ਪਹਿਲਾਂ ਇਹਨਾਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਲੋੜ ਹੈ। बहुत औखा, एक मिनट नहीं सौ के देखिया तो ना रुकिया। मेरे वाले जिन्ने भी होए आए ने सारे क्रॉस करके तोड़ के ते फेर करके आए हैं। बंदे गंदे पानी के नाल साडा जिहड़ा दुर्दशा की गई है। साडे मन दे विच इन्ना कोई गुस्सा इन्ना की जहर आ ते आउण वाले समय दे विच इन्हां दा नतीजा जिहड़ा वा वो बीजेपी नूं भुगतना पਊਗਾ। ਜੇ ਅਸੀਂ ਅੱਜ ਨਹੀਂ ਕੁਰਬਾਨੀਆਂ ਦਿੱਤੀਆਂ, ਅੱਜ ਨਹੀਂ ਅਸੀਂ ਕੋਈ ਅੰਦੋਲਨ ਕਰਿਆ, ਸਾਡੀਆਂ ਆਉਣ ਵਾਲੀਆਂ ਪੋਸਤਾਂ, ਸਾਡੇ ਬੱਚੇ, ਸਾਡੇ ਪੋਤੇ ਸਾਨੂੰ ਕਹਿਣਗੇ ਵੀ ਤੁਸੀਂ ਕਿੱਥੇ ਗਏ ਸੀਗੇ। ਅਸਲ ਕਹਾਣੀ ਆਰੰਭ ਹੁੰਦੀ ਹੈ 5 ਜੂਨ 2020 ਨੂੰ, ਜਦੋਂ ਕੇਂਦਰ ਸਰਕਾਰ ਦੇ ਵੱਲੋਂ 3 ਖੇਤੀ ਆਰਡੀਨੈਂਸ ਲਿਆਂਦੇ ਜਾਂਦੇ ਨੇ। इस एक्ट के माध्यम से खेत विकसित होंगे, निजी निवेश खेत तक पहुंचेगा और खेत तक तकनीक पहुंचेगी, खेत तक पैसा पहुंचेगा और अच्छी और वैश्विक गुणवत्ता के आधार पर एक किसान खेती करेगा, उत्पादन करेगा और जब वो अपनी फसल को बेचेगा तो उसको उत्पादन का उचित मूल्य मिलेगा। ਫਿਰ 17 ਸਤੰਬਰ ਨੂੰ ਨਾਟਕੀ ਢੰਗ ਦੇ ਨਾਲ ਸਰਕਾਰ ਪਾਰਲੀਮੈਂਟ ਦੇ ਵਿੱਚ ਸਾਰੇ ਨਿਯਮ ਤੋੜ ਕੇ ਇਹਨਾਂ ਆਰਡੀਨੈਂਸਾਂ ਨੂੰ ਕਾਨੂੰਨ ਬਣਾ ਦਿੰਦੀ ਹੈ। The question is that Farmers Produce Trade and Commerce Promotion and Facilitation Bill 2028 passed by Lok Sabha be taken into consideration। ਇਹਨਾਂ ਬਿੱਲਾਂ ਨੂੰ ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਧਿਰਾਂ ਦੇ ਵਿਰੋਧ ਦੇ ਬਾਵਜੂਦ ਵੀ ਬਿਨਾਂ ਰੁਕਾਵਟ ਦੇ ਪਾਸ ਕਰ ਦਿੱਤਾ ਜਾਂਦਾ ਹੈ। ਅੱਜ ਇਸੇ ਕਰਕੇ ਪੂਰੇ ਭਾਰਤ ਦੇ ਕਿਸਾਨ ਸੜਕਾਂ ਤੇ ਅੰਦੋਲਨ ਕਰ ਰਹੇ ਨੇ। हम ये किसानों के डेथ वारंट्स पर किसी हाल में साइन करने को तैयार नहीं। किसान की तो बात छोड़िए, जिस दिन किसान डिजिटल से व्यापार करने लगेगा उसे पैसा नहीं मिलेगा, कहाँ ढूंढता फिरेगा वो अंबानी अडानी को। I don't know why the farmers are put into such trouble. This is an insult to farmers. सितंबर के महीने में मॉनसून सेशन आता है और सेशन आते सारी पहला बिल टेबल हो जाता है। ना किसान से बात करी, ना सलाह मशवरा किया। 5 ਜੂਨ ਨੂੰ ਆਰਡੀਨੈਂਸ ਪਾਸ ਹੋਣ ਦੀ ਗੱਲ ਜਦੋਂ ਕਿਸਾਨਾਂ ਦੇ ਵਿੱਚ ਆਉਂਦੀ ਹੈ ਤਾਂ ਕਿਸਾਨ ਜਥੇਬੰਦੀਆਂ ਇਸ ਕੇਂਦਰ ਸਰਕਾਰ ਦੇ ਫੈਸਲੇ ਦੇ ਖਿਲਾਫ ਇਕਜੁੱਟ ਹੋਣ ਲੱਗ ਜਾਂਦੀਆਂ ਨੇ। 8 ਜੂਨ ਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪ੍ਰੋਟੈਸਟ ਹੋਣ ਲੱਗ ਜਾਂਦੇ ਨੇ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਜਿਹੜਾ ਮੋਰਚਾ ਸਾਡਾ ਜਨਤਕ ਜਥੇਬੰਦੀਆਂ ਦਾ ਸੜਾ ਬਣਿਆ ਹੋਇਆ ਉਹਦੇ ਕੋਲੋਂ ਸੱਦਾ ਦਿੱਤਾ ਗਿਆ ਸੀ ਕਿ 1 ਅਕਤੂਬਰ ਤੋਂ ਲੈ ਕੇ 7 ਅਕਤੂਬਰ ਤੱਕ ਪੰਜਾਬ ਦੇ ਵਿੱਚ ਰੇਲਾਂ ਦਾ ਚੱਕਾ ਜਾ ਤੇ ਭਾਜਪਾ ਦੇ ਆਗੂਆਂ ਦੇ ਘਰਾਂ ਦੇ ਘਰਾਓ ਤੇ ਜਿੰਨੇ ਰਿਲਾਇੰਸ ਦੇ ਮੌਲ ਆ ਚਾਹੇ ਉਹਨਾਂ ਦੇ ਪੰਪ ਆ ਉਹਨਾਂ ਮੂਹਰੇ ਧਰਨਾ। ਜਿਵੇਂ ਵੀ ਸਾਡੇ ਮੋਦੀ ਸਰਕਾਰ ਨੇ ਜਿਹੜੇ 3 ਬਿੱਲ ਲਾਗੂ ਕੀਤੇ ਆ ਉਹਨੂੰ ਰੱਦ ਕਰਾਉਣ ਦੇ ਲਈ ਅਸੀਂ ਰੇਲਵੇ ਸਟੇਸ਼ਨਾਂ ਤੇ ਰਿਲਾਇੰਸ ਪੰਪ, ਟੂਲ ਟੈਕਸ, ਟੂਲ ਪਲਾਜ਼ੇ ਅਸੀਂ ਘੇਰੇ ਹੋਏ। ਮਾਝੇ ਦੀ ਧਰਤੀ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਰੇਲ ਰੋਕੋ ਅੰਦੋਲਨ ਦਾ ਐਲਾਨ ਕਰ ਦਿੰਦੀ ਹੈ। ਫਿਰ 24 ਸਤੰਬਰ ਨੂੰ ਅੰਮ੍ਰਿਤਸਰ ਦੇ ਇਲਾਕਿਆਂ ਦੇ ਵਿੱਚ ਜਿਹੜੀਆਂ ਟ੍ਰੇਨਾਂ ਨੇ ਕਿਸਾਨਾਂ ਦੇ ਵੱਲੋਂ ਜਾਮ ਕਰ ਦਿੱਤੀਆਂ ਜਾਂਦੀਆਂ ਨੇ। ਮੋਦੀ ਸਰਕਾਰ ਕਰਦੀ ਕੀ ਤੇਰਾ ਫੇਰੀ 420, सेंटर सरकार मुर्दाबाद, मुर्दाबाद, मुर्दाबाद। ये जो हम रेलवे ट्रैक देवीदासपुरा पर बैठे हैं 24 तारीख से बैठे हैं, आज 9वें दिन में ये धरना दाखिल हो गया हमारा। 14 दिन हो गए हैं। तो ये रेल ट्रैक जो रेल रोको आंदोलन तो बढ़ाने के बारे में हम आज शाम 5 बजे इसका ऐलान कर देंगे। ਇਸ ਤੋਂ ਬਾਅਦ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਆਪਸੀ ਮਤਭੇਦ ਖਤਮ ਕਰਕੇ ਇਤਿਹਾਸ 'ਚ ਪਹਿਲੀ ਵਾਰ ਇਕੱਠੀਆਂ ਹੁੰਦੀਆਂ ਨੇ। ਜਦੋਂ ਇਹਨਾਂ ਨੇ ਮਤਲਬ
ਪਿਛਲੇ ਸਾਲ ਬਿਮਾਰੀ ਦਾ ਬਹਾਨਾ ਲਿਆ ਕੇ ਲੋਕਾਂ ਨੂੰ ਅੰਦਰ ਬੰਦ ਕਰਤਾ। ਅਸੀਂ 7 ਮੀਟਿੰਗਾਂ ਪਹਿਲਾਂ, ਜਿਹੜੀ ਸਾਡਾ ਇੱਕ 11 ਜਥੇਬੰਦੀਆਂ ਦਾ ਗਰੁੱਪ ਬਣਿਆ ਹੋਇਆ ਸੀਗਾ, ਅਸੀਂ ਮੋਬਾਈਲਾਂ 'ਤੇ ਮੀਟਿੰਗਾਂ ਕਰੀਆਂ। ਸਾਨੂੰ ਇਹ ਪਤਾ ਲੱਗ ਗਿਆ ਸੀ ਵੀ ਇਸ ਤੋਂ ਬਾਅਦ ਸਰਕਾਰ ਨੇ ਹਮਲਾ ਕਰਨਾ ਹੈ। ਪਹਿਲਾ ਹਮਲਾ ਉਹਨਾਂ ਨੇ ਮਜ਼ਦੂਰਾਂ 'ਤੇ ਕੀਤਾ, 8 ਘੰਟੇ ਤੋਂ ਦਿਹਾੜੀ 12 ਘੰਟੇ ਕੀਤੀ। ਫਿਰ ਉਹਨਾਂ ਨੇ ਜਦੋਂ ਕਹਿਤਾ ਵੀ ਹਾਂ 3 ਕਾਨੂੰਨ ਲੈ ਰਿਹਾ, ਅਸੀਂ ਇੱਕ ਤਰ੍ਹਾਂ ਦੇ ਬਾਗੀ ਹੋ ਕੇ ਫਿਰ ਬਾਹਰ ਨਿਕਲੇ। ਫਿਰ ਅਸੀਂ ਸੋਚਿਆ ਵੀ ਹੁਣ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਇੱਕ ਗਰੁੱਪ 13 ਜਥੇਬੰਦੀਆਂ ਦਾ ਚੱਲਦਾ ਸੀ, ਫਿਰ ਸਾਡਾ 12 ਦਾ ਹੋ ਗਿਆ ਸੀਗਾ, ਅਸੀਂ 12 ਦਾ ਗਰੁੱਪ ਚਲਾਉਂਦੇ ਸੀ। ਅਸੀਂ ਫਿਰ ਆਪਦੇ ਜਿਹੜੇ ਸਮਾਜਵਾਦ ਵਿਚਾਰ ਕਹਿ ਦਈਏ ਵੀ ਅਸੀਂ ਕਹਿੰਦੇ ਵੀ ਇਨਕਲਾਬ ਕਰਨਾ ਹੈ, ਅਸੀਂ ਆਪਦੇ ਉਹ ਵਿਚਾਰ ਕੱਢ ਕੇ ਪਾਸੇ ਰੱਖਦੇ ਵੀ ਹੁਣ ਇਹ ਨਹੀਂ ਚੱਲਣਾ, ਹੁਣ ਇਕੱਲਾ ਕਾਨੂੰਨਾਂ ਦੇ ਖਿਲਾਫ ਆਪਾਂ ਲੜਨਾ, ਜਿਹੜੇ ਆਪਣੇ ਭਾਗਵੇਂ ਕਾਨੂੰਨ ਆਪਣੇ ਖਿਲਾਫ ਆਏ ਨੇਗੇ। ਅਸੀਂ ਉਹ ਪਾਸੇ ਰੱਖ ਕੇ ਬਾਗ ਦੀ ਮੀਟਿੰਗ ਸੱਦੀ, ਇੱਕ ਮੋਗੇ ਮੀਟਿੰਗ ਹੋਈ। ਅਸੀਂ ਉਸ ਮੌਕੇ ਰਾਜੇਵਾਲ ਦੀ ਪ੍ਰਧਾਨਗੀ ਕਰਾਈ। ਅਸੀਂ ਚੰਡੀਗੜ੍ਹ ਮੀਟਿੰਗਾਂ ਕਰਦੇ ਰਹੇ, ਸਾਡੇ ਨਾਲ ਜਥੇਬੰਦੀਆਂ ਰਲਦੀਆਂ। ਫਿਰ ਪਹਿਲਾਂ ਅਸੀਂ ਮੋਟਰਸਾਈਕਲ ਮਾਰਚ ਕੀਤਾ, ਸਾਨੂੰ ਵਧੀਆ ਉਹਦਾ ਜੇ ਕਹੀਏ ਪੰਜਾਬ ਦੇ ਵਿੱਚੋਂ ਹੁਲਾਰਾ ਮਿਲਿਆ। ਫਿਰ ਅਸੀਂ ਟਰੈਕਟਰ ਮਾਰਚ ਕੀਤਾ, ਨਾਲ ਤਾਂ ਅਸੀਂ MLA ਨੂੰ ਮੰਗ ਪੱਤਰ ਦੇ ਕੇ ਅਸੀਂ ਮਾਰਚ ਕੀਤਾ, ਉਹਦਾ ਸਾਨੂੰ ਵਧੀਆ। ਫਿਰ ਅਸੀਂ ਇੱਕ ਤਰ੍ਹਾਂ ਦਾ ਭਾਰਤ ਬੰਦ ਕੀਤਾ, ਉਹ ਸਾਡੇ ਕਹਿੰਦੇ ਨਹੀਂ ਸੀ ਭਾਰਤ ਬੰਦ। ਉਹ ਸੈਂਟਰ ਦੇ ਵਿੱਚ 250 ਜਥੇਬੰਦੀਆਂ ਦਾ ਇੱਕ ਗਰੁੱਪ ਸੀਗਾ ਸਾਡੇ ਵਾਲਾ, ਜਿਹਦੇ ਵਿੱਚੋਂ ਪੰਜਾਬ 'ਚੋਂ 10 ਜਥੇਬੰਦੀਆਂ ਦੇ ਉੱਥੇ ਉਹ 250 ਗਰੁੱਪ ਦੇ ਵਿੱਚ ਇੱਕ 250 ਦਾ ਹੋਰ ਚੱਲਦਾ ਸੀਗਾ। ਉਹਨਾਂ ਨੇ ਬੰਦ ਦਾ ਸੱਦਾ ਦਿੱਤਾ, ਅਸੀਂ ਉਹ ਸੱਦੇ ਦੀ ਹਮਾਇਤ ਕਰਤੀ। ਉਹ ਸੱਦੇ ਨੂੰ ਵੱਡਾ ਹੰਗੂਰਾ ਮਿਲ ਗਿਆ। ਅਸੀਂ ਇੱਕ ਐਲਾਨ ਕਰਤਾ ਵੀ ਅਣਮਿੱਥੇ ਸਮੇਂ ਲਈ ਰੇਲਾਂ ਰੋਕਾਂਗੇ, ਤਾਂ ਪੰਜਾਬ 'ਚ ਸਾਨੂੰ ਵੱਡੀ ਪੱਧਰ 'ਤੇ ਹੰਗੂਰਾ ਮਿਲ ਗਿਆ। ਇੱਕ ਜਥੇਬੰਦੀ ਨੇ ਸਾਡੀ ਨੇ ਕਹਿਤਾ ਵੀ ਅਸੀਂ ਜਿਹੜੇ ਰਿਲਾਇੰਸ ਦੇ ਪੰਪ ਨੇ ਉਹ ਰੋਕਾਂਗੇ ਅਤੇ ਟਿਊਬਵੈੱਲ ਰੋਕਾਂਗੇ, ਤਾਂ ਨਾਲ ਹੀ ਅਸੀਂ ਹਮਾਇਤ ਕਰਤੀ ਉਹਦੀ। ਰਲ ਕੇ ਗੱਡੀ ਦੀਆਂ ਲਾਈਨਾਂ ਦਾ ਅੰਦੋਲਨ ਚੱਲ ਗਿਆ, ਉਹ ਲੰਮਾ ਚੱਲਿਆ, ਪੰਜਾਬ ਤੁਹਾਡੇ ਸਾਹਮਣੇ 2 ਮਹੀਨੇ ਚੱਲਿਆ। ਉਹ ਵੱਡੀ ਗੱਲ ਹੈ। ਮੈਂ ਕਿਹਾ ਉੱਥੋਂ ਅਸੀਂ ਇਕੱਠੇ ਹੁੰਦੇ ਤਾਂ ਜਦੋਂ ਪੰਜਾਬ 'ਚੋਂ ਸ਼ੁਰੂ ਹੋਏ ਤਾਂ ਹਰਿਆਣਾ ਸਾਡੇ ਨਾਲ ਰਲ ਗਿਆ, ਰਾਜਸਥਾਨ ਸਾਡੇ ਨਾਲ ਰਲ ਗਿਆ, ਯੂਪੀ ਸਾਡੇ ਨਾਲ ਰਲ ਗਈ, ਤਾਂ ਅੰਦੋਲਨ ਭਾਰਤ ਪੱਧਰ ਦਾ ਬਣ ਗਿਆ। 500 ਜਥੇਬੰਦੀਆਂ ਦਾ ਇੱਕ ਪਲੇਟਫਾਰਮ ਪਹਿਲਾਂ ਬਣ ਗਿਆ ਸੀਗਾ। ਟ੍ਰੇਨਾਂ ਜਾਮ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਕੋਲੇ ਦੀ ਸਮੱਸਿਆ ਖੜੀ ਹੋ ਜਾਂਦੀ ਹੈ, ਜਿਸ ਕਾਰਨ ਪੰਜਾਬ ਸਰਕਾਰ 'ਤੇ ਵੀ ਵੱਡਾ ਦਬਾਅ ਬਣ ਜਾਂਦਾ ਹੈ। ਅਸਲ ਦੇ ਵਿੱਚ ਬਿਜਲੀ ਦੀ ਦਿੱਕਤ ਨਹੀਂ ਆਈ ਹੈਗੀ, ਇਹਨਾਂ ਨੇ ਜਾਣਬੁੱਝ ਕੇ ਜਿਹੜੀ ਦਿੱਕਤ ਹੈ ਖੜੀ ਕੀਤੀ ਹੈ। ਕੋਲਾ ਦਾ ਲੋਕਾਂ ਨੂੰ ਲੜਾਉਣ ਵਾਸਤੇ ਹੈ, ਜਿਹੜਾ ਕੋਲੇ ਦੀ ਗੱਲ ਸਰਕਾਰ ਲੈ ਕੇ ਆਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗਾਂ ਕਰਦੇ ਨੇ। ਬਾਕੀ ਕਿਸਾਨ ਜਥੇਬੰਦੀਆਂ ਮੰਨ ਜਾਂਦੀਆਂ ਨੇ, ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਪਣੇ ਫੈਸਲੇ ਤੇ ਅੜੀ ਰਹਿੰਦੀ ਹੈ। ਦੇਖੋ, ਪੰਜਾਬ ਦੇ ਲੋਕਾਂ ਦਾ ਜਿੱਡਾ ਵੱਡਾ ਲਾਵਾ ਫੁੱਟੂਗਾ, ਕਰੋੜ ਲੋਕ ਜਿਹੜੇ ਆ ਉਹ ਇਸ ਅੰਦੋਲਨ ਵਿੱਚ ਫੁੱਟ ਕੇ ਆਉਣਗੇ। ਜਦੋਂ ਕਿਸਾਨ ਪਟੜੀਆਂ ਤੇ ਬੈਠੇ ਹੁੰਦੇ ਨੇ ਤਾਂ ਇਸੇ ਦੌਰਾਨ ਦੀਪ ਸਿੱਧੂ ਇਹਨਾਂ ਤੋਂ ਹਟ ਕੇ 4 ਅਕਤੂਬਰ ਨੂੰ ਸ਼ੰਭੂ ਬਾਰਡਰ ਤੇ ਜਾ ਕੇ ਆਪਣਾ ਮੋਰਚਾ ਲਗਾ ਦਿੰਦਾ ਹੈ। ਫਿਰ ਸਾਨੂੰ ਜੋ ਲੜਨਾ ਚਾਹੀਦਾ ਉਹ ਲੜਨਾ ਚਾਹੀਦਾ ਖੁਦਮੁਖਤਿਆਰੀ ਲਈ। ਪਰ ਇਹਨਾਂ ਦੋਨਾਂ ਧਿਰਾਂ ਦੀ ਲੜਾਈ ਸਿਰਫ 3 ਕਾਨੂੰਨਾਂ ਨੂੰ ਰੱਦ ਕਰਾਉਣ ਦੀ ਹੁੰਦੀ ਹੈ। 5 ਮਹੀਨੇ ਪੰਜਾਬ ਵਿੱਚ ਅੰਦੋਲਨ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੂੰ ਲੱਗਿਆ ਕਿ ਸਾਡੀ ਆਵਾਜ਼ ਕੇਂਦਰ ਤੱਕ ਨਹੀਂ ਪਹੁੰਚ ਸਕੀ, ਜਿਸ ਤੋਂ ਬਾਅਦ ਜਥੇਬੰਦੀਆਂ ਨੇ ਵੱਡੇ ਫੈਸਲੇ ਦਾ ਐਲਾਨ ਕਰ ਦਿੱਤਾ, ਜਿਸ ਦਾ ਨਾਂ ਰੱਖਿਆ ਗਿਆ ਦਿੱਲੀ ਚਲੋ ਅੰਦੋਲਨ। ਦਿੱਲੀ ਜਾ ਰਹੇ हैं, दिल्ली जाके मोदी सरकार ਦੇ ਨਾਲ ਅੱਜ ਪੰਜਾਬ ਦੇ ਕਿਸਾਨਾਂ ਦੀ ਟੱਕਰ ਹੈ। ਦਿੱਲੀ ਜਾ ਰਹੇ ਮੋਦੀ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੇ 3 ਬਿੱਲ ਇਹਨਾਂ ਪਾਸ ਕੀਤੇ ਆ ਤੇ ਇਹਨਾਂ ਨੂੰ ਵਾਪਸ ਲਿੱਤਾ ਜਾਵੇ। ਲਓ ਸੰਗਤ ਜੀ, ਜਾ ਰਹੇ ਆ ਫਿਰ ਆਪਾਂ ਦਿੱਲੀ ਨੂੰ। ਮੋੜੀ ਦਾ ਮੁੱਖ ਕਰ ਸਰਕਾਰ। 26 ਅਤੇ 27 ਨਵੰਬਰ ਦੇ ਦਿੱਲੀ ਜਾਣ ਤੋਂ ਇੱਕ ਦਿਨ ਪਹਿਲਾਂ ਯਾਨੀ ਕਿ 25 ਨਵੰਬਰ ਨੂੰ ਹਰਿਆਣਾ ਦੀ ਸਰਕਾਰ ਵੀ ਬੜੀ ਸਖਤ ਹੋ ਜਾਂਦੀ ਹੈ। ਹਰਿਆਣਾ ਤੇ ਪੰਜਾਬ ਦੇ ਨਾਲ ਲੱਗਦੇ ਸਾਰੇ ਬਾਰਡਰਾਂ ਨੂੰ ਸੀਲ ਕਰ ਦਿੱਤਾ ਜਾਂਦਾ ਹੈ, ਇੱਥੋਂ ਤੱਕ ਕਿ ਹਰਿਆਣਾ ਦੇ ਵਿੱਚ ਧਾਰਾ 144 ਲਗਾ ਦਿੱਤੀ ਜਾਂਦੀ ਹੈ। ਬੀਤੇ ਦਿਨੀ ਮਨੋਹਰ ਲਾਲ ਖੱਟਰ ਦਾ ਵੀ ਇਹੀ ਬਿਆਨ ਆਇਆ ਸੀ ਕਿ ਹਰਿਆਣਾ ਦੇ ਬਾਰਡਰਾਂ ਨੂੰ ਸੀਲ ਕਰ ਦਿੱਤਾ ਜਾਵੇਗਾ ਤੇ ਪੂਰੀ ਸਖਤੀ ਵਰਤੀ ਜਾਵੇਗੀ। तैयारी पूरी रखी है, जैसे हमें पता चलेगा कि बड़े तादाद में किसान मूव कर रहे हैं तो तब ये रोड ब्लॉक किया जाएगा। नहीं, ज़्यादा धक्का मुक्की वगैरह नहीं होने देंगे। वी विल ट्राई टू कंट्रोल द सिचुएशन। ऐसी नौबत नहीं है। किसान जथेबंदियां किसी भी समय ਜਿਹੜੀਆਂ ਦਿੱਲੀ ਨੂੰ ਕੂਚ ਕਰ ਸਕਦੀਆਂ ਨੇ। ਹਰਿਆਣਾ ਪੁਲਿਸ ਦੇ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਨੇ। ਜੇਕਰ ਕਿਸਾਨ ਧੱਕੇ ਦੇ ਨਾਲ ਦਿੱਲੀ ਨੂੰ ਕੂਚ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਇੱਥੇ ਕਿਸਾਨਾਂ ਨੂੰ ਰੋਕਿਆ ਜਾਵੇਗਾ। ਧਾਰਾ 144 ਵੀ ਲਗਾਈ ਹੈ ਬਾਰਡਰਾਂ ਤੇ। ਧਾਰਾ 144 ਜਿਵੇਂ ਜਿਵੇਂ ਸਿਚੁਏਸ਼ਨ ਹੈ ਕਿ ਉਸ ਹਿਸਾਬ ਨਾਲ ਲਗਾ ਦੇ।
ਜਦੋਂ ਕਿਸਾਨ ਆਪਣੇ ਟਰੈਕਟਰ ਤੇ ਟਰਾਲੀਆਂ ਖੇਤਾਂ ਚੋਂ ਕੱਢ ਕੇ ਸੜਕਾਂ ਤੇ ਲੈ ਆਉਂਦੇ ਨੇ ਤੇ ਦਿੱਲੀ ਵੱਲ ਵਧਣ ਲੱਗਦੇ ਨੇ ਤਾਂ ਸ਼ੰਭੂ ਬਾਰਡਰ ਤੇ ਜਾ ਕੇ ਉਹਨਾਂ ਨੂੰ ਮੁਸ਼ਕਿਲਾਂ ਤੇ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ। ਬੈਰੀਗੇਟਿੰਗ ਲਗਾ ਦਿੱਤੇ ਜਾਂਦੇ ਨੇ ਪੁਲਿਸ ਦੇ ਵੱਲੋਂ। ਫਿਰ ਆਖਿਰਕਾਰ ਹਰਿਆਣਾ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਦਾ ਸਾਥ ਦਿੰਦੇ ਨੇ ਤੇ ਬੈਰੀਗੇਟ ਤੋੜ ਕੇ ਕਿਸਾਨ ਜਦੋਂ ਅੱਗੇ ਵੱਲ ਵਧਣ ਦੀ ਕੋਸ਼ਿਸ਼ਾਂ ਕਰਦੇ ਨੇ ਤਾਂ ਹਰਿਆਣਾ ਦੀ ਸਰਕਾਰ ਦੇ ਵੱਲੋਂ ਹਰਿਆਣਾ ਪੁਲਿਸ ਨੂੰ ਹੁਕਮ ਦਿੱਤੇ ਜਾਂਦੇ ਨੇ ਕਿ ਕਿਸਾਨਾਂ ਨੂੰ ਕਿਵੇਂ ਨਾ ਕਿਵੇਂ ਰੋਕਿਆ ਜਾਵੇ। ਕਿਸਾਨਾਂ ਅਤੇ ਪੁਲਿਸ ਦੇ ਵਿੱਚ ਝੜਪ ਹੋ ਚੁੱਕੀ ਹੈ। ਐਕਸਕਲੂਸਿਵ ਤਸਵੀਰਾਂ ਇਸ ਸਮੇਂ ਦੇਖ ਸਕਦੇ ਹੋ। ਅਸੀਂ ਸ਼ੰਭੂ ਬਾਰਡਰ ਤੇ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਅਤੇ ਪੁਲਿਸ ਨੇ ਲਾਠੀ ਚਾਰਜ ਸ਼ੁਰੂ ਕਰ ਦਿੱਤਾ। ਹਰਿਆਣਾ ਦੀ ਪੁਲਿਸ ਅਤੇ ਰੈਪਿਡ ਪੁਲਿਸ ਨੇ ਇੱਕ ਸਿੰਘ ਨੂੰ ਡਾਂਗਾ ਦੇ ਨਾਲ ਕੁਚਲ ਦਿੱਤਾ ਹੈ। ਫਿਰ ਬੈਰੀਗੇਟਿੰਗ ਤੇ ਖੜੀ ਹੋਈ ਪੁਲਿਸ ਕਿਸਾਨਾਂ ਤੇ ਤਸ਼ੱਦਦ ਢਾਉਂਦੀ ਆ, ਪਾਣੀ ਦੀਆਂ ਬੁਛਾਰਾਂ ਮਾਰਦੀ ਆ ਤੇ ਹੰਝੂ ਗੈਸ ਦੇ ਗੋਲੇ ਸੁੱਟੇ ਜਾਂਦੇ ਨੇ। ਹਰਿਆਣਾ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਜਿਹੜੇ ਗੋਲੇ ਛੱਡੇ ਗਏ ਨੇ ਕਿਸਾਨਾਂ ਨੂੰ ਪਿੱਛੇ ਹਟਾਉਣ ਦੇ ਲਈ। ਸਭ ਤੋਂ ਵੱਡੀ ਕਵਰੇਜ ਇਸ ਸਮੇਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ। ਹਰਿਆਣਾ ਦੇ ਸ਼ੰਭੂ ਬਾਰਡਰ ਤੋਂ ਪੰਜਾਬ ਦੇ ਕਿਸਾਨ ਦਿੱਲੀ ਵੱਲ ਵਧਣ ਦੇ ਲਈ ਇੱਥੇ ਪਹੁੰਚੇ ਨੇ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਿਸਾਨ ਇੱਥੇ ਪਹੁੰਚ ਚੁੱਕੇ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੀ ਹੈ। ਪਰ ਕਿਸਾਨ ਆਪਣਾ ਹੌਸਲਾ ਨਹੀਂ ਟੁੱਟਣ ਦਿੰਦੇ। ਬਾਜੀ ਫਤਿਹਗੜ੍ਹ ਚੱਲੇ, ਦਿੱਲੀ ਫਤਿਹਗੜ੍ਹ ਚੱਲੇ ਹਾਂਜੀ। ਕੀ ਆਪਣੀ ਹੋਣ ਦੀ ਖਾਤਰ ਜਾ ਰਹੇ ਹਾਂ ਜੀ, ਆਪਣੇ ਬੱਚਿਆਂ ਦੀ ਖਾਤਰ ਮਰ ਰਹੇ ਆ ਕੇ। ਲੱਗਦਾ ਮੋਦੀ ਸਰਕਾਰ ਤੇ ਹੋਊਗਾ ਅਸਰ ਕੀ ਹੋਊਗਾ? ਅਸਰ ਕਰਕੇ ਮੁੜਾਂਗੇ। ਦੀਦੀ ਧੌਣ ਦੇ ਗੋਡਾ ਰੱਖ ਕੇ ਇਹ ਲੈਣਾ ਬਿੱਲ ਵਾਪਸ ਕਰਾਉਣੇ। ਅੱਜ ਉਹੀ ਚੀਜ਼ ਹੋ ਰਹੀ ਹੈ ਕਿ ਪੰਜਾਬ ਜਲ ਰਿਹਾ ਤੇ ਉਹ ਬੈਠਾ ਮੋਰਾਂ ਦੇ ਨਾਲ ਖੇਡਦਾ, ਕਦੇ ਕੁਝ ਕਰਦਾ, ਕਦੇ ਕੋਈ ਚੀਜ਼ਾਂ ਕਰਦਾ ਜੀ। ਵੀ ਅੱਜ ਦੇਖਣਾ ਪਊਗਾ ਵੀ ਪੰਜਾਬ ਦੇ ਉੱਤੇ ਜਿਹੜੀ ਅੱਜ ਗਾਜ ਗਿਰੀ ਆ ਵੀ ਇੱਥੋਂ ਦੀ ਸਰਕਾਰ ਨੂੰ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ। ਹਾਂ, ਦਿੱਲੀ ਜਾ ਰਹੇ ਹਾਂ ਜੀ, ਆਪਣੀ ਹੱਕ ਲੈਣ ਵਾਸਤੇ ਦਿੱਲੀ ਜਾ ਰਹੇ ਹਾਂ ਤੇ ਜਾ ਰਹੇ ਹਾਂ। ਇਹ ਬਾਰਡਰ ਤੋੜਿਆ, ਅੱਗੇ ਵੀ ਤੋੜेंगे, ਜਿੰਨੇ ਲਾ ਸਕਦੀਆਂ ਲਾਣ ਦੇ। ਰੋਕ ਸਕੇਗੀ ਸਰਕਾਰ? ਨਹੀਂ, ਸਰਕਾਰ ਕਿੱਥੇ ਰੋਕ ਸਕੇਗੀ? ਪੁਲਿਸ ਨੇ ਲੋਕਾਂ ਦਾ ਜੋਸ਼ ਦੇਖ ਕੇ ਬੈਰੀਕੇਡ ਪਿੱਛੇ ਕਰ ਲਏ, ਲੋਕ ਰੁਕ ਹੀ ਨਹੀਂ ਰਹੇ। ਅਸੀਂ ਉਹਨਾਂ ਦੀ ਔਲਾਦ ਆ ਜਿਨ੍ਹਾਂ ਨੇ ਬੰਦ ਘਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰੇ। ਅਸੀਂ ਉਹਨਾਂ ਦੀ ਔਲਾਦ ਆ। ਜਦੋਂ ਕਿਸਾਨ ਪਾਣੀਪਤ ਪਹੁੰਚਦੇ ਨੇ ਉੱਥੇ ਜਾ ਕੇ ਵੀ ਕਿਸਾਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਾਣੀਪਤ ਦੀਆਂ, ਜਿੱਥੇ ਵੱਡੇ ਵੱਡੇ ਖੱਡੇ ਪੱਟ ਕੇ ਕਿਸਾਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪਰ ਕਿਸਾਨਾਂ ਦੇ ਲਈ ਇਹ ਇੱਕ ਬਹੁਤ ਵੱਡੀ ਚੁਣੌਤੀ ਹੋਵੇਗੀ। ਇੱਥੇ ਪੁਲਿਸ ਹੁਣ ਤਿਆਰ ਹੋ ਚੁੱਕੀ ਹੈ ਕਿਉਂਕਿ ਕਿਸੇ ਵੇਲੇ ਵੀ ਜੋ ਕਿਸਾਨ ਨੇ ਅੱਗੇ ਵੱਲ ਕੂਚ ਕਰਨ ਦੀ ਕੋਸ਼ਿਸ਼ ਕਰ ਸਕਦੇ। ਵੇਖੋ ਜੀ, ਗੱਲ ਇਹ ਸਾਡੇ ਨਾਲ ਧੱਕੇਸ਼ਾਹੀ ਨਹੀਂ ਹੋਣ ਰਹੀ ਆ। ਇੱਕ ਚਾਹ ਵੇਚਣ ਵਾਲਾ ਅੱਜ ਜ਼ਗੀਰਦਾਰ ਬਣ ਕੇ ਬਹਿ ਗਿਆ। ਇਹਨੇ ਏਡੀ ਮਾੜੀ ਹਾਲਾਤ ਕਰ ਦਿੱਤੇ ਆ ਵੀ ਜੱਟਾਂ ਨੂੰ ਵੀ ਕਾਹੇ ਜੋਗੇ ਛੱਡਿਆ ਨਹੀਂ ਗਾ, ਜ਼ਮੀਨਾਂ ਵੀ ਹੜੱਪਣ ਨੂੰ ਫਿਰਨ ਦਿਆ ਵਾ। ਪਰ ਅਸੀਂ ਇਹਨੂੰ ਚੇਤਾਵਨੀ ਦਿੰਦੇ ਆ, ਅਸੀਂ ਇਹਨੂੰ ਆਪਣੀ ਜਾਇਦਾਦ ਦੇ ਵਿੱਚ ਪੈਰ ਨਹੀਂ ਧਰਨ ਦਿਆਂਗੇ। ਮਰ ਜਾਵਾਂਗੇ ਪਰ ਜ਼ਮੀਨ ਨਹੀਂ ਛੱਡਾਂਗੇ। ਅਜਿਹਾ ਹੀ ਹੋਇਆ ਜਦੋਂ ਕਿਸਾਨ ਸੋਨੀਪਤ ਪਹੁੰਚਦੇ ਨੇ। ਸੋਨੀਪਤ ਜਦੋਂ ਪਹੁੰਚੇ ਕਿਸਾਨ ਤਾਂ ਉਹਨਾਂ ਨੇ ਦੇਖਿਆ ਰਸਤੇ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਵੱਡੇ ਵੱਡੇ ਖੱਡੇ ਪੁੱਟੇ ਹੋਏ ਸੀ, ਪਰ ਕਿਸਾਨਾਂ ਨੇ ਆਪਣਾ ਹੌਸਲਾ ਨਾ ਛੱਡਿਆ। ਜਾਮ ਲੱਗਿਆ ਹੋਇਆ 2 ਕਿਲੋਮੀਟਰ ਤੋਂ ਵੱਧ ਹੀ ਹੋਣਾ। ਕੀ ਲੱਗਦਾ ਪਲੈਨਿੰਗ ਦੇ ਤਹਿਤ ਇਹ ਜਾਮ ਲਗਾਇਆ ਗਿਆ? ਬਖਲਾਟ ਵਿੱਚ ਆ। ਇਹ ਬੈਰੀਗੇਡਿੰਗ ਕਿਸਾਨਾਂ ਨੂੰ ਨਹੀਂ ਰੋਕ ਸਕਦੀ। ਖੱਟੜ ਸਾਹਿਬ ਦੀ ਮਕਾਨ ਦੇ ਕੇ ਆਏ ਆ ਟੁੱਕਰਬਾਰੀ ਬਾਰਡਰ ਤੇ। ਹੁਣ ਅਸੀਂ ਜੂੰਦੇ ਦੀ ਮੋਦੀ ਦੀ ਮਕਾਨ ਦੇਣ ਜਾ ਰਹੇ ਹਾਂ। ਅਸੀਂ ਭਾਰਤੀ ਕਿਸਾਨ ਜੂੰਦਿਆਂ ਦੀ ਕਾਨੂੰਨ ਵਾਪਸ ਨਹੀਂ ਇਹ ਲੈਂਦਾ ਉਹਨਾਂ ਚਿਰ ਅਸੀਂ ਮੁੜਦੇ ਵੀ ਨਹੀਂ। ਮੋਰਚਾ ਜਿੱਤ ਕੇ ਵਾਪਸ ਮੁੜਾਂਗੇ ਭਾਵੇਂ ਸਾਲ ਲੱਗ ਜੇ। ਦਿੱਲੀ ਨੂੰ ਮੋਦੀ ਦੀ ਮਕਾਨ ਦੇਣ ਚੱਲੇ ਆ। ਕਣਕਾਂ ਬੀਜਦੇ ਹਾਲੇ ਪੁੱਠੇ ਕਾਨੂੰਨ ਵਾਪਸ ਨਹੀਂ ਲੈਣ ਡਿਆ। ਖਰੇ ਬੋਲਾ ਖਰੇ ਅੰਨਾ ਹੋ। ਜਦੋਂ ਕਿਸਾਨ ਪਾਣੀਪਤ ਤੋਂ ਅੱਗੇ ਵੱਲ ਪਹੁੰਚ ਚੁੱਕੇ ਸੀ ਤਾਂ ਦੂਜੇ ਪਾਸੇ ਜੋਗਿੰਦਰ ਸਿੰਘ ਉਗਰਾਹਾਂ ਦਾ ਇੱਕ ਵੱਡਾ ਜਥਾ ਜੋ ਕਿ ਪੁਲਿਸ ਦੇ ਵੱਲੋਂ ਖਨੌਰੀ ਬਾਰਡਰ ਤੇ ਰੋਕਿਆ ਸੀ, ਉਹਨਾਂ ਦਾ ਹੌਸਲਾ ਵੀ ਵੱਧ ਗਿਆ ਤੇ ਉਹਨਾਂ ਨੇ ਵੀ ਸੋਚਿਆ ਕਿ ਅਸੀਂ ਆਪਣੇ ਬਾਕੀ ਦੇ ਕਿਸਾਨਾਂ ਦੇ ਨਾਲ ਮਿਲੀਏ। ਫਿਰ ਨੌਜਵਾਨਾਂ ਦੇ ਵਿੱਚ ਜੋਸ਼ ਆਇਆ ਤੇ ਜੋਸ਼ ਤੇ ਹੋਸ਼ ਜਦੋਂ ਮਿਲ ਬੈਠੇ ਤਾਂ ਉਹਨਾਂ ਨੇ ਵੀ ਕੀਤਾ ਉਹੀ ਕੰਮ ਜੋ ਸ਼ੰਭੂ ਬਾਰਡਰ ਤੇ। ਅੱਗੇ ਜਦੋਂ ਗਏ ਤਾਂ ਹਰਿਆਣਾ ਦੇ ਕਿਸਾਨਾਂ ਦਾ ਵੀ ਵੱਡੇ ਪੱਧਰ ਤੇ ਸਾਥ ਮਿਲਿਆ। ਜਦੋਂ ਕਿਸਾਨਾਂ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾ ਰਹੀਆਂ ਸੀ ਤੇ ਉੱਥੋਂ ਹੀ ਇੱਕ ਨੌਜਵਾਨ ਨਵਦੀਪ ਨਾਮ ਦਾ ਉੱਠਿਆ ਤੇ ਵਾਟਰ ਕੈਨਨ ਦੀ ਗੱਡੀ ਤੇ ਚੜ ਗਿਆ। 10 ਵਜੇ ਦੀ ਕੋਲ ਸੀ ਸਾਡੀ ਮੋੜਾ ਮੰਡੀ ਤੋਂ। ਉਹ ਤੋਂ 10 ਮਿੰਟ ਚੱਲ ਕੇ ਇਹਨਾਂ ਨੇ ਬੈਰੀਅਰ ਲਾਏ ਹੋਏ ਸੀ। ਪਹਿਲੇ ਅਸੀਂ ਬੈਰੀਅਰ ਤੋੜੇ, ਉਹ ਤੋਂ ਬਾਅਦ ਇਹਨਾਂ ਨੇ ਵਾਟਰ ਕੈਨਨ ਲਾਏ ਹੋਈ ਸੀ।
ਤੇ ਅਸੀਂ ਟਰੈਕਟਰਾਂ ਤੇ ਗਏ, 2 ਟਰੈਕਟਰਾਂ ਦੇ ਮਾਰੀ ਤਾਂ ਸਾਰੇ ਟਰੈਕਟਰ ਇਹਨੇ ਗਿੱਲੇ ਕਰਤੇ। ਪਾਣੀ ਦੀ ਬੁਛਾਰ ਬੜੀ ਤੇਜ਼ ਸੀ ਤਾਂ ਮੈਂ ਟਰੈਕਟਰ ਦੇ ਪੈਰ ਧਰ ਕੇ ਉੱਪਰ ਚੜ ਗਿਆ ਸੀ ਉਹਦੇ ਵਾਟਰ ਕੈਨਨ ਦੇ। ਤਾਂ ਜੀ ਕੋਸ਼ਿਸ਼ ਕਰਨੀ ਸੀ ਵੀ ਹਾਂ ਉੱਪਰ ਨੂੰ ਮੂੰਹ ਕਰਨੇ ਆ ਉਹਨਾਂ ਦੇ, ਪਰ ਉਹ ਸਾਰੇ ਘੁਮਾ ਕੇ ਪਹਿਲਾਂ ਪੁਲਿਸ ਉਡੀ ਨੂੰ ਹੋ ਗਈ ਜੀ। ਫਿਰ ਆਪਾਂ ਜੀ ਉਹ ਬੰਦ ਕਰ ਦੀ ਵਹਾਂ ਤੇ, ਪਰ ਇੱਕ ਪੁਲਿਸ ਵਾਲਾ ਆ ਗਿਆ, ਉਹ ਫੜਨ ਲੱਗਿਆ ਤਾਂ ਮੈਂ ਛਾਲ ਮਾਰ ਕੇ ਫਿਰ ਇਸ ਮੁਸ਼ਕਿਲ ਘੜੀ ਦੇ ਵਿੱਚ ਕਿਸਾਨ ਅੱਗੇ ਵੱਲ ਵਧਦੇ ਗਏ ਤੇ ਉੱਤੋਂ ਰਾਤ ਦਾ ਹਨੇਰਾ ਹੋਣ ਲੱਗ ਪਿਆ ਸੀ। ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ ਜੋ ਕਿ ਰਾਤਾਂ ਦੀਆਂ ਨੀਂਦਾਂ, ਇੱਕ ਤਰ੍ਹਾਂ ਕਹਿ ਦਈਏ ਵੀ ਕਿ ਨੀਂਦਾਂ ਉਡਾਈਆਂ ਹੋਈਆਂ ਨੇ ਕੇਂਦਰ ਸਰਕਾਰ ਨੇ। ਇਹ ਨੇ ਸੜਕਾਂ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਪੱਲੀ ਵਿਛਾ ਕੇ, ਜਿੱਥੇ ਜਿਸ ਨੂੰ ਜਗ੍ਹਾ ਮਿਲੀ ਆ ਉੱਥੇ ਹੀ ਪਏ ਨੇ ਭੁੱਖੇ ਪਿਆਸੇ, ਇੱਥੇ ਸੜਕਾਂ ਤੇ ਸੌਣ ਨੂੰ ਮਜਬੂਰ ਹੋਏ ਪਏ ਨੇ। ਜਿਵੇਂ ਹੀ ਅਸੀਂ ਦਿੱਲੀ ਪਹੁੰਚਦੇ ਹਾਂ ਤਾਂ ਉੱਥੇ ਜਾ ਕੇ ਅਸੀਂ ਦੇਖਦੇ ਹਾਂ ਕਿ ਅਸੀਂ ਕਿਸਾਨਾਂ ਵਾਲੀ ਸਾਈਡ ਨਹੀਂ, ਬਲਕਿ ਜਿੱਧਰ ਪੁਲਿਸ ਖੜੀ ਸੀ ਅਸੀਂ ਉਸ ਸਾਈਡ ਖੜੇ ਸੀ। ਕਾਫੀ ਉੱਥੇ ਮਾਹੌਲ ਸੀ ਜਿਹੜਾ ਸਵੇਰੇ ਸਵੇਰੇ ਬੜਾ ਹੀ ਪੀਸਫੁਲ ਸੀ, ਪਰ ਥੋੜ੍ਹੇ ਜਿਹੇ ਸਮੇਂ ਤੋਂ ਬਾਅਦ ਹੀ ਪੁਲਿਸ ਦੀਆਂ ਗੱਡੀਆਂ ਉੱਥੇ ਪਹੁੰਚ ਜਾਂਦੀਆਂ ਨੇ, ਚਾਹੇ ਉਹ ਦਿੱਲੀ ਪੁਲਿਸ ਹੋਵੇ, ਦਿੱਲੀ ਮਹਿਲਾ ਪੁਲਿਸ ਹੋਵੇ, ਪੈਰਾਮਿਲਟਰੀ ਫੋਰਸ ਹੋਵੇ, CRPF ਹੋਵੇ ਤੇ BSF ਹੋਵੇ। ਪੂਰੀ ਤਿਆਰੀ ਦੇ ਨਾਲ ਪਹਿਲਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੀ ਕਿਸ ਤਰੀਕੇ ਦੇ ਨਾਲ ਆਪਾਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣਾ ਹੈ। ਟੁਕੜੀਆਂ ਵੜਾ ਕੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਪਰ ਥੋੜ੍ਹੇ ਜਿਹੇ ਸਮੇਂ ਤੋਂ ਬਾਅਦ ਉਧਰੋਂ ਕਿਸਾਨ ਜਥੇਬੰਦੀਆਂ ਦਾ ਟਰੈਕਟਰ ਟਰਾਲੀਆਂ ਤੇ ਜਿਹੜਾ ਕਾਫਲਾ ਹਨੇਰੇ ਅਤੇ ਅਨੇਕਾਂ ਮੁਸੀਬਤਾਂ ਨੂੰ ਚੀਰਦਾ ਹੋਇਆ ਦਿੱਲੀ ਵੱਲ ਵੱਧ ਰਿਹਾ ਸੀ। ਕਿਸਾਨ ਜੈਕਾਰਿਆਂ ਦੇ ਨਾਲ ਪੁਲਿਸ ਵੱਲ ਵੱਧ ਰਹੇ ਸੀ। ਇੰਜ ਲੱਗ ਰਿਹਾ ਸੀ ਕਿ ਅੱਜ ਇੱਥੇ ਕੋਈ ਅਣਹੋਣੀ ਹੋਵੇਗੀ, ਕਿਉਂਕਿ ਮਾਹੌਲ ਇਦਾਂ ਦਾ ਕ੍ਰੀਏਟ ਹੋਇਆ ਸੀ। ਉਧਰੋਂ ਦਿੱਲੀ ਦੀ ਪੁਲਿਸ ਵਾਰ-ਵਾਰ ਇਹੀ ਚੇਤਾਵਨੀ ਦੇ ਰਹੀ ਸੀ ਕਿ ਤੁਹਾਨੂੰ ਦਿੱਲੀ ਵੱਲ ਵਧਣ ਨਹੀਂ ਦਿੱਤਾ ਜਾਵੇਗਾ। ਇੱਧਰੋਂ ਕਿਸਾਨ ਵੀ ਆਪਣੀ ਪੂਰੀ ਤਿਆਰੀ ਕਰਕੇ ਆਏ ਸੀ ਤੇ 6-6 ਮਹੀਨੇ ਦਾ ਰਸਦ ਆਪਣਾ ਨਾਲ ਲੈ ਕੇ ਆਏ ਸੀ, ਕਿਉਂਕਿ ਕਿਸਾਨਾਂ ਨੂੰ ਪਤਾ ਨਹੀਂ ਸੀ ਕਿ ਆਖਿਰ ਇਹ ਲੜਾਈ ਕਿੰਨੀ ਲੰਬੀ ਹੋ ਸਕਦੀ ਆ। ਗੁੱਸੇ ਦੇ ਵਿੱਚ ਕਿਸਾਨ ਦਿੱਲੀ ਵੱਲ ਨੂੰ ਵੱਧਦੇ ਨੇ, ਪਰ ਕਿਸਾਨ ਜਥੇਬੰਦੀਆਂ ਨੂੰ ਰੋਕਣ ਦੇ ਲਈ, ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਵੀ ਅਥਰੂ ਗੈਸ ਦੇ ਗੋਲਿਆਂ ਦੀ ਬਰਸਾਤ ਕਰ ਦਿੰਦੀ ਹੈ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਅਸੀਂ ਕਿਸੇ ਜੰਗ ਦੇ ਮੈਦਾਨ ਵਿੱਚ ਖੜੇ ਹੋਈਏ। ਜਿਵੇਂ ਜਿਵੇਂ ਦਿਨ ਢਲਦਾ ਗਿਆ ਤਾਂ ਕਿਸਾਨ ਜਥੇਬੰਦੀਆਂ ਨੇ ਸੋਚਿਆ ਕਿ ਆਪਾਂ ਨੇ ਅੱਗੇ ਕੀ ਕਰਨਾ ਹੈ। ਕਿਸਾਨ ਜਥੇਬੰਦੀਆਂ ਦੇ ਆਗੂ ਆ ਗਏ, ਆਗੂਆਂ ਦੇ ਵੱਲੋਂ ਮੀਟਿੰਗ ਕੀਤੀ ਗਈ। ਪਹਿਲੀ ਮੀਟਿੰਗ ਦੇ ਵਿੱਚ ਇਹੀ ਫੈਸਲਾ ਹੋਇਆ ਕਿ ਅੱਜ ਦੇ ਦਿਨ ਆਪਾਂ ਨੇ ਇੱਥੇ ਹੀ ਰਾਤ ਗੁਜ਼ਾਰਨੀ ਆ, ਦੂਜੇ ਦਿਨ ਦਾ ਫੈਸਲਾ ਕੱਲ੍ਹ ਦੀ ਮੀਟਿੰਗ ਦੇ ਵਿੱਚ ਲਿਆ ਜਾਵੇਗਾ। ਕਿਸਾਨਾਂ ਦੇ ਲਈ ਸਭ ਤੋਂ ਮੁਸ਼ਕਿਲ ਰਾਤ ਸੀ। ਠੰਡ ਦਾ ਵੇਲਾ ਸੀ ਤੇ ਰਾਤ ਦਾ ਹਨੇਰਾ ਸੀ। ਕਿਸਾਨਾਂ ਨੇ ਆਪਣੇ ਡੇਰੇ ਉੱਥੇ ਹੀ ਲਗਾ ਲਏ। ਪੂਰੀ ਰਾਤ ਕਿਸਾਨ ਬੇਚੈਨੀ ਦੇ ਵਿੱਚ ਰਹੇ ਕਿ ਕਿਤੇ ਪੁਲਿਸ ਰਾਤ ਨੂੰ ਉਹਨਾਂ ਨੂੰ ਖਦੇੜ ਨਾ ਦੇਵੇ। ਸਾਰੀ ਰਾਤ ਡਰ ਦੇ ਵਿੱਚ ਲੰਘੀ। ਉਹ ਡਰ ਅਤੇ ਖੌਫ ਕਿਸਾਨਾਂ ਦੇ ਚਿਹਰਿਆਂ ਤੇ ਸਾਫ਼ ਨਜ਼ਰ ਆ ਰਿਹਾ ਸੀ। ਇਸੇ ਹੀ ਧਰਤੀ ਦੀ ਹਿੱਕ ਤੋਂ ਇਨਕਲਾਬ ਉੱਠਦਾ, ਇਤਿਹਾਸ ਬਦਲ ਜਾਂਦਾ ਜਦੋਂ ਪੰਜਾਬ ਉੱਠਦਾ। ਵਾਕਈ ਹੀ ਪੰਜਾਬੀਆਂ ਨੇ ਇਤਿਹਾਸ ਬਦਲ ਦਿੱਤਾ। ਜਦੋਂ ਸਾਰੇ ਕਿਸਾਨ ਸਿੰਘੂ ਬਾਰਡਰ ਤੇ ਪਹੁੰਚ ਜਾਂਦੇ ਨੇ ਤੇ 28 ਦੀ ਸਵੇਰ ਨੂੰ ਜੋ ਸੂਰਜ ਚੜ੍ਹਦਾ, ਉਸ ਦੀ ਰੋਸ਼ਨੀ ਕੁਝ ਅਲੱਗ ਹੀ ਸੀ। ਦੇਸ਼ ਦੇ ਕੋਨੇ-ਕੋਨੇ ਤੋਂ ਇਹਨਾਂ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਹਿੰਦੁਸਤਾਨ ਦਾ ਦਿਲ ਕਹੀ ਜਾਣ ਵਾਲੀ ਦਿੱਲੀ ਨੂੰ ਘੇਰੀ ਬੈਠੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਸਾਡੀਆਂ ਨਸਲਾਂ ਨੂੰ ਉਜਾੜ ਦੇਣਗੇ ਤੇ ਆਪਣੀਆਂ ਨਸਲਾਂ ਨੂੰ ਬਚਾਉਣ ਦੇ ਲਈ ਕਿਸਾਨਾਂ ਦੇ ਵੱਲੋਂ ਇਹ ਅੰਦੋਲਨ ਸ਼ੁਰੂ ਕੀਤਾ ਗਿਆ। ਅਸੀਂ ਤਾਂ ਛੱਡ ਕੇ ਆ ਗਏ ਆ, ਘਰਦਿਆਂ ਨੂੰ ਕਹਿੰਦਾ ਵੀ ਹੁਣ ਸਾਡੀਆਂ ਲਾਸ਼ਾਂ ਹੀ ਆਉਣਗੀਆਂ, ਅਸੀਂ ਤਾਂ ਉੱਤਰਾ ਤਾਂ ਨਹੀਂ ਆਉਂਦੇਗੇ। ਸਾਡਾ ਕੀ ਹੈ, ਅਸੀਂ 65-70 ਸਾਲ ਦੇ ਹੋਏ ਆ, ਇੱਥੇ ਵੀ ਰਹਿ ਜਾਵਾਂਗੇ, ਇੱਥੇ ਹੀ ਰਹਿ ਜਾਵਾਂਗੇ, ਫਿਰ ਕੀ ਹੈ, ਉੱਥੇ ਹੀ ਮਰ ਜਾਣਾ, ਇੱਥੇ ਹੀ ਮਰ ਜਾਣਾ, ਮਰਨਾ ਤਾਂ ਇੱਕ ਦਿਨ ਹੈਗਾ ਹੀ ਹੈ, ਪਰ ਇਹਨੂੰ ਅਸੀਂ ਨੱਥ ਪਾ ਕੇ ਜਾਵਾਂਗੇ। ਅਸੀਂ ਘਰ-ਬਾਰ ਬੱਚਿਆਂ ਨੂੰ ਕਹਿ ਕੇ ਆਏ ਹਾਂ ਕਿ ਅਸੀਂ ਇੱਕ ਦਾ ਇੱਕ ਪਾਸਾ ਕਰਕੇ ਮੁੜਾਂਗੇ। ਹੋ ਸਕਦਾ ਸਾਡੀਆਂ ਲਾਸ਼ਾਂ ਆਉਣ ਚਾਹੇ ਨਾ ਆਉਣ, ਉਹ ਵੀ ਮਨਜ਼ੂਰ ਹੈ। ਅੱਜ ਲੋਕਤੰਤਰ ਸਾਰਾ ਜਿਹੜਾ ਉਹ ਸੜਕਾਂ ਦੇ ਉੱਤੇ ਖੜਾ ਹੈ।
ਕਾਨੂੰਨ ਜਿਹੜੇ ਆ ਰੱਦ ਕਰਨੇ ਆ। ਇਹਨਾਂ ਦੇ ਪ੍ਰਪੋਜ਼ਲ ਆਪਾਂ ਕੋਈ ਨਹੀਂ ਮੰਨਣਾ, ਸਿਰਫ ਆਪਣੇ ਬਜ਼ੁਰਗਾਂ ਦੀ ਖਾਤਰ ਇੱਥੇ ਰੁਕੇ ਹੋਏ ਆ। ਜਿਵੇਂ ਜਿਵੇਂ ਦਿਨ ਬੀਤਦੇ ਗਏ, ਹਰ ਦਿਨ ਇਸ ਅੰਦੋਲਨ ਦਾ ਇੱਕ ਨਵਾਂ ਰੂਪ ਦੇਖਣ ਨੂੰ ਮਿਲਿਆ। ਜਿੱਥੇ ਪਹਿਲਾਂ ਇਸ ਅੰਦੋਲਨ ਦੇ ਵਿੱਚ ਬਜ਼ੁਰਗ ਤੇ ਨੌਜਵਾਨ ਹੀ ਸ਼ਾਮਿਲ ਸੀ, ਪਰ ਹੌਲੀ-ਹੌਲੀ ਇਸ ਅੰਦੋਲਨ ਦੇ ਵਿੱਚ ਮਹਿਲਾਵਾਂ, ਬਜ਼ੁਰਗਾਂ ਦੇ ਨਾਲ-ਨਾਲ ਬੱਚਿਆਂ ਨੇ ਵੀ ਸ਼ਮੂਲੀਅਤ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹ ਕੋਆਪਰੇਟ ਘਰਾਣਿਆਂ ਨਾਲ ਮਿਲ ਕੇ ਸਾਡੀ ਕਿਸਾਨੀ ਨੂੰ ਤਬਾਹ ਕਰਨਾ ਚਾਹੁੰਦਾ ਹੈ। ਇਹ ਸੰਘਰਸ਼ ਦੇ ਵਿੱਚ ਤੁਸੀਂ ਕਦੇ ਡਾਊਨਫਾਲ ਨਹੀਂ ਵੇਖਿਆ ਵੀ ਨੀਵਾਂ ਗਿਆ ਹੋਵੇ, ਨਗਾਰ ਇਹ ਜਦੋਂ ਦਾ ਸ਼ੁਰੂ ਹੋਇਆ ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ ਕਿ ਲੜਕੀਆਂ ਵੀ ਜਾਗਰੂਕ ਹੋਈਆਂ ਨੇ, ਸਮੇਂ ਦੇ ਨੇ ਥੋੜੀ ਤੌਰ ਤੇ ਬਦਲੀ ਹੈਗੀ ਆ, ਪਰ ਇਹ ਜਿਹੜੀ ਗੱਲ ਹੈ ਨਾ, ਜਿਹੜੇ 3 ਕਾਨੂੰਨ ਨੇ ਇਹ ਸਿੱਧਾ ਘਰਾਂ ਤੇ ਅਟੈਕ ਨੇ। ਇਹ ਉਹਨਾਂ ਲੋਕਾਂ ਦੇ, ਪੂਰੇ ਦੇਸ਼ ਦੇ ਜਿਹੜੇ ਲੋਕ, ਜਿਹੜੇ ਮੋਦੀ ਦੇ ਜਿਹੜੇ ਭਗਤ ਨੇ, ਜਿਹੜੇ ਜਿਨ੍ਹਾਂ ਨੂੰ ਪੰਜਾਬ ਉੜਦਾ ਪੰਜਾਬ ਦੂਸਰਾ ਦਿਸਦਾ ਸੀ, ਉਹਨਾਂ ਨੂੰ ਅੱਜ ਇਹ ਪੰਜਾਬ ਦੇਖਣ ਦੀ ਲੋੜ ਆ ਕਿ ਇੱਥੇ ਪੰਜਾਬ ਦੀ ਜਿਹੜੀ ਜਵਾਨੀ ਸਿਰਫ ਟੀਕੇ ਲਾਉਣਾ ਨਹੀਂ ਜਾਣਦੀ, ਉਹ ਹੱਥਾਂ ਦੇ ਵਿੱਚ ਝੰਡੇ ਗੱਡਣਾ ਵੀ ਜਾਣਦੀ ਹੈ। ਆਉਣ ਵਾਲੇ ਦਿਨਾਂ 'ਚ ਮੋਦੀ ਦੀਆਂ ਗੋਡਨੀਆਂ ਨਾਲ ਲਵਾਈਆਂ ਤਾਂ ਕਹਿੰਦੀ। ਕਿਸਾਨ, ਮਜ਼ਦੂਰ, ਕਲਾਕਾਰ, ਹਰ ਵਰਗ ਏਕਤਾ ਜਿੰਦਾਬਾਦ 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 ਜਿੰਦਾਬਾਦ। ਵੈਸੇ ਤਾਂ ਔਰਤਾਂ ਦੀ ਭੂਮਿਕਾ ਪੁਰਾਣੇ ਸਮੇਂ ਤੋਂ ਮੋਰਚਿਆਂ ਦੇ ਵਿੱਚ ਅਹਿਮ ਰਹੀ ਹੈ, ਪਰ ਇਸ ਅੰਦੋਲਨ ਦੇ ਵਿੱਚ ਔਰਤਾਂ ਦੇ ਵੱਲੋਂ ਇੱਕ ਵੱਖਰੀ ਪਛਾਣ ਬਣਾਈ ਗਈ ਆ ਤੇ ਇਸ ਅੰਦੋਲਨ ਦੇ ਵਿੱਚ ਜਾਨ ਭਰ ਦਿੱਤੀ। ਇਹ ਉਹ ਮਾਵਾਂ ਨੇ ਜਿਹੜੀਆਂ ਆਪਣੀ ਜ਼ਮੀਰ ਦੇ ਖਾਤਰ ਆਪਣੇ ਪੁੱਤਾਂ ਨੂੰ ਵੀ ਕੁਰਬਾਨ ਕਰਨਾ ਜਾਣਦੀਆਂ ਨੇ। ਮੇਰਾ ਪੁੱਤਰ ਚਲਾ ਗਿਆ, ਕਰੋਨਾ ਦੀ ਭੇਟ ਚਾੜਤਾ ਸਰਕਾਰ ਨੇ, ਜਦ ਕਿ ਉਹਨੂੰ ਕਰੋਨਾ ਨਹੀਂ ਸੀਗਾ, ਰਿਪੋਰਟਾਂ ਨੈਗੇਟਿਵ ਆਈਆਂ ਨੇ। ਮੈਂ ਇਸ ਕਰਕੇ ਮੈਨੂੰ ਦੁੱਖ ਹੋਇਆ, ਮੈਨੂੰ ਤਕਲੀਫ ਹੋਈ, ਮੈਂ ਆਈਆਂ, ਮੈਂ ਕਿਹਾ ਮੇਰੇ ਬੱਚੇ ਸੜਕਾਂ ਤੇ ਰੋਲੇ, ਮੇਰੇ ਬਜ਼ੁਰਗ ਸੜਕਾਂ, ਕਿਹਾ ਮੇਰਾ ਦਰਦ ਸੀ ਮੇਰੇ ਅੰਦਰ, ਮੈਂ ਤਾਂ ਚੱਲਿਆ ਨਹੀਂ। ਮੈਂ ਇਸ ਕਰਕੇ ਗਈ, ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਨੂੰ ਤਿਆਰ ਹਾਂ। ਜੇ ਮੋਦੀ ਮੰਨ ਜੇ, ਮੈਂ ਨਹੀਂ ਮੋਦੀਆ, ਤੂੰ ਮੇਰੀ ਸ਼ਹਾਦਤ ਲੈ ਲੈ, ਪਰ ਮੇਰੇ ਭੈਣ ਭਰਾਵਾਂ ਨੂੰ ਇਹਨਾਂ ਦਾ ਬਣਦਾ ਹੱਕ ਦੇ ਦੇ। ਨਹੀਂ ਹੱਕ ਤਾਂ ਅਸੀਂ ਲੈ ਕੇ ਜਾਵਾਂਗੇ, ਜੋ ਮਰਜ਼ੀ ਕਰ ਲੈ। 6 ਬੇਟੀਆਂ, 1 ਬੇਟਾ ਹੈ, ਕੋਈ ਕੰਮ ਕਾਰ ਨਹੀਂ ਗਾ, ਘਰ ਵਾਲੇ ਮੇਰੀ ਦੀ ਡੈਥ ਹੋ ਗਈ ਹੈ, ਕਰੋ ਆਪਣੇ ਕੈਂਸਰ ਨਾਲ ਬੇਟੇ। ਅਸੀਂ ਆਖਿਆ ਵੀ ਅਸੀਂ ਜਾਵਾਂਗੇ ਉੱਥੇ ਧਰਨੇ ਤੇ ਜਾਵਾਂਗੇ, ਜੇ ਸਾਨੂੰ ਸ਼ਹੀਦੀ ਵੀ ਦੇਣੀ ਪਈ ਅਸੀਂ ਸ਼ਹੀਦੀ ਵੀ ਦਿਆਂਗੇ। ਇਹਨਾਂ ਚੋਂ ਕਈ ਮਾਵਾਂ ਦੇ ਪੁੱਤ ਦੇਸ਼ ਦੀ ਖਾਤਰ ਸਰਹੱਦਾਂ ਤੇ ਦੇਸ਼ ਦੀ ਰਾਖੀ ਕਰ ਰਹੇ ਨੇ, ਤੇ ਦੂਜੇ ਪਾਸੇ ਇਹਨਾਂ ਹੀ ਮਾਵਾਂ ਦੇ ਪੁੱਤ ਖੇਤਾਂ ਦੇ ਵਿੱਚ ਅੰਨ ਉਗਾ ਕੇ ਦੇਸ਼ ਦਾ ਢਿੱਡ ਭਰ ਰਹੇ ਨੇ। ਤੇ ਜਿਹੜੀਆਂ ਔਰਤਾਂ ਘਰਾਂ ਦੇ ਵਿੱਚੋਂ ਇਸ ਅੰਦੋਲਨ ਦੇ ਵਿੱਚ ਨਹੀਂ ਆ ਸਕੀਆਂ, ਉਹ ਆਪਣੇ ਘਰਾਂ ਦੇ ਵਿੱਚ ਬੈਠ ਕੇ ਜਾਂ ਫਿਰ ਖੇਤਾਂ ਦੇ ਵਿੱਚ ਜਾ ਕੇ ਬਾਖੂਬੀ ਦੇ ਨਾਲ ਜ਼ਿੰਮੇਵਾਰੀਆਂ ਨਿਭਾ ਰਹੀਆਂ ਨੇ। ਸਾਡੇ ਧਰਨੇ ਤੇ ਗਏ ਹੋਏ ਨੇ ਦਿੱਲੀ ਵੀ ਅਸੀਂ ਆਪਦੇ ਕਾਲੇ ਕਾਨੂੰਨ ਵਾਪਸ ਮੋੜਾਂਗੇ, ਜੋ ਅਗਲ ਸਾਡੇ ਉਹ ਦਿੰਦੇ ਨਹੀਂ, ਅਗਲ ਸਾਡੇ ਜੋ ਦੇ ਉੱਥੇ ਹੀ ਰਹਿਣਗੇ। ਅਸੀਂ ਆਪ ਕਰਾਂਗੇ ਕੰਮ, ਕਹਾਂਗੇ, ਫਿਕਰ ਨਹੀਂ ਉਹਨਾਂ ਨੂੰ ਕੋਈ ਵੀ ਸਾਡੇ ਸਿਰ ਤੇ। ਅਸੀਂ ਜਦੋਂ ਜ਼ਮੀਨਾਂ ਸਾਡੀਆਂ ਗਵਰਨਮੈਂਟ ਨੇ ਕਬਜ਼ੇ ਕਰ ਲੈਣੀਆਂ ਤਾਂ ਅਸੀਂ ਕੀ ਕਰਨਾ? ਇੱਥੇ ਉੱਥੇ ਬੈਠੇ ਆ, ਭੁੱਖੇ ਰਹਿਣ ਤੇ ਆਏ ਰਹਿਣ, ਭਾਵੇਂ ਉੱਥੇ ਜਿੰਦਾ ਤੇ ਭਾਵੇਂ ਉਹ ਮਰ ਜਾਣ, ਉਹ ਰਹਿਣਗੇ ਉੱਥੇ ਹੀ। ਦੇਖਿਆ ਜਾਵੇ ਤਾਂ ਇਹਨਾਂ ਔਰਤਾਂ ਦਾ ਇਹ ਕਹਿਣਾ ਸੀ ਕਿ ਜੇਕਰ ਅਸੀਂ ਆਪਣੇ ਘਰੇ ਬੈਠ ਗਏ ਤਾਂ ਸਾਡੇ ਪੁੱਤਾਂ ਦਾ ਹੌਸਲਾ ਕੌਣ ਬਣੇਗਾ, ਜਿਸ ਕਰਕੇ ਇਹਨਾਂ ਨੇ ਘਰੇ ਬੈਠਣ ਦੀ ਬਜਾਏ ਅੰਦੋਲਨ ਦੇ ਵਿੱਚ ਆਉਣਾ ਬਿਹਤਰ ਸਮਝਿਆ। ਉਹਨਾਂ ਨੇ ਵੀਰਾਂ ਨੂੰ ਆਏ ਆਖਿਆ ਵੀ ਤੁਸੀਂ ਉੱਥੇ ਬੇਪਰਵਾਹ ਹੋ ਕੇ ਬਹਿ ਜਾਓ, ਤੁਹਾਨੂੰ ਕੋਈ ਸੋਚ ਨਹੀਂ, ਕੋਈ ਫਿਕਰ ਨਹੀਂ। ਅਸੀਂ ਨੇ 4-5 ਕਿੱਲਿਆਂ 'ਚ ਰੇਹ ਪਾਤਾ, 2 ਦਿਨ ਅਸੀਂ ਨੇ ਸਪਰੇਅ ਕਰਤੀ, ਬਾਕੀ ਦੇ ਅਸੀਂ ਧਰਨੇ ਤੇ ਜਾਵਾਂਗੇ। ਹੁਣ ਮਾਤਾ ਤੁਹਾਡੀ ਕਿੰਨੀ ਉਮਰ ਹੈ? ਮੇਰੀ ਤਾਂ ਪੁੱਤ 7 ਸਾਲ ਤੇ 60 ਸਾਲ ਦੀ ਹੈ। ਹਾਂ, ਤੇ ਤੁਸੀਂ ਆਪ ਕਹੀ ਚੱਕੀ ਹੈ? ਨੱਕੇ ਤੋੜਦੀਆਂ ਜੀ। ਜਦ ਹੁਣ ਮੁੰਡੇ ਉੱਥੇ ਬੈਠੇ ਨੇ, ਅਸੀਂ ਇਹ ਕੰਮਾਂ ਤੀਆਂ ਬੀੜੀਆਂ ਨਾਲ ਸਾਰੇ ਇੱਥੇ ਬੈਠੇ ਆ, ਆਪ ਮਰ ਜਾਾਂਗੇ ਤਾਂ ਕੀ ਆ? ਜੇ ਬੱਚੇ ਨੂੰ ਕਿਸੇ ਨੂੰ ਤਕਲੀਫ ਹੋ ਗਈ, ਮਰ ਗਿਆ, ਠੰਡ ਲੱਗ ਗਈ, ਉਹ ਝੱਲਿਆ ਨਹੀਂ ਜਾਣਾ, ਉਦੋਂ ਪਹਿਲਾਂ ਆਪ ਲੰਘ ਜਗੇ। ਤੇ ਜੇ ਸਾਡੀ ਹੋ ਜੇ ਫੈਸਲਾ, ਅਸੀਂ ਆਪਦੇ ਘਰ ਨੂੰ ਜਾਈਏ। ਔਰਤਾਂ ਦੇ ਨਾਲ-ਨਾਲ ਛੋਟੇ-ਛੋਟੇ ਬੱਚੇ ਵੀ ਇਸ ਅੰਦੋਲਨ ਦੇ ਵਿੱਚ ਆਪਣੇ ਵੱਡੇ ਇਰਾਦੇ ਲੈ ਕੇ ਬੈਠੇ ਸੀ। ਦੇਖਣ ਵਿੱਚ ਇੰਜ ਲੱਗ ਰਿਹਾ ਸੀ ਕਿ ਇਹਨਾਂ ਬੱਚਿਆਂ ਦੀ ਤਸਵੀਰ ਦੇ ਵਿੱਚ ਇਨਕਲਾਬੀ ਯੋਧਿਆਂ ਦਾ ਖੂਨ ਦੌੜ ਰਿਹਾ ਹੋਵੇ। कीमत छेड़ किसान को, कीमत छेड़ किसान को, लड़ना मुश्किल होगा, वरना ऐसा लिखेंगे इतिहास कि पढ़ना मुश्किल होगा। जे इन्होंने बिल पास करते, जे इन्होंने मंडी बोर्ड तोड़ता, प्राइवेट की पता ना आउण ना आउण। इन्होंने एक गल दा कैप्टन ने कह भी दी भी ऑनलाइन शुरू कर दो। ऑनलाइन का की पता सानू पैसे देण ना देण, ऑनलाइन लैके भज जाना। सिने उठते
ਦੇ ਚੱਲ ਲਏ ਵਾਰ ਠੰਡੀਆਂ ਜਲਕ ਮੰਨਾ ਦੇ ਤਿੱਲਾ ਮੁੱਲ ਨਹੀਂ ਪੈਣਾ ਤੁਹਾਡੀਆਂ ਸੋ ਹਲ ਜਾਨਾ ਦੇ। ਜਿਵੇਂ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਬਜ਼ੁਰਗ ਔਰਤਾਂ, ਬੱਚਿਆਂ ਤੇ ਬਜ਼ੁਰਗ ਕਿਸਾਨਾਂ ਦੀ ਗਿਣਤੀ ਵੱਧਦੀ ਆ ਤਾਂ ਸਰਕਾਰ ਵੀ ਘਬਰਾ ਜਾਂਦੀ ਹੈ। 5 ਮੀਟਿੰਗਾਂ ਤੋਂ ਬਾਅਦ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਆਉਂਦਾ। ਉਹ ਬਜ਼ੁਰਗ ਕਿਸਾਨਾਂ, ਬੱਚਿਆਂ ਤੇ ਮਹਿਲਾਵਾਂ ਨੂੰ ਘਰ ਜਾਣ ਦੀ ਅਪੀਲ ਕਰਦੇ ਨੇ। ਉਹਨਾਂ ਦਾ ਤਰਕ ਸੀ ਕਿ ਕੜਾਕੇ ਦੀ ਠੰਡ ਪੈ ਰਹੀ ਆ, ਦੂਜਾ ਕਰੋਨਾ ਮਹਾਮਾਰੀ ਫੈਲਣ ਦਾ ਡਰ ਹੈ। सर्दी का सीजन है, कोविड का संकट है, इसलिए जो बुजुर्ग लोग हैं वे और जो बच्चे हैं उनको अगर यूनियन के नेता आह्वान करके घर भेज देंगे तो वो सुविधा से रह सकेंगे। यह आग्रह मेरा किसान यूनियन से है। ਇਸ ਤੋਂ ਬਾਅਦ ਸੁਪਰੀਮ ਕੋਰਟ ਵੀ ਇਹੀ ਉਦੇਸ਼ ਦਿੰਦੀ ਹੈ ਕਿ ਬਜ਼ੁਰਗ ਕਿਸਾਨਾਂ ਤੇ ਬੱਚਿਆਂ ਨੂੰ ਘਰ ਚਲੇ ਜਾਣਾ ਚਾਹੀਦਾ ਹੈ। ਇਹਨਾਂ ਔਰਤਾਂ ਨੂੰ ਲੈ ਕੇ ਬਵਾਲ ਉਦੋਂ ਹੋਰ ਜ਼ਿਆਦਾ ਵੱਧ ਗਿਆ ਜਦੋਂ ਮਸ਼ਹੂਰ ਅਦਾਕਾਰਾ ਕੰਗਣਾ ਰਣੌਤ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ। ਇਸ ਟਵੀਟ ਦੇ ਵਿੱਚ ਇੱਕ 80 ਸਾਲ ਦੀ ਬਜ਼ੁਰਗ ਔਰਤ ਮਹਿੰਦਰ ਕੌਰ ਨੂੰ ਕੰਗਣਾ ਰਣੌਤ ਨੇ ਸ਼ਾਹੀਨ ਬਾਗ ਵਾਲੀ ਦਾਦੀ ਦੱਸਿਆ ਤੇ ਨਾਲ ਟਵੀਟ ਦੇ ਵਿੱਚ ਲਿਖਿਆ ਕਿ ਅਜਿਹੀਆਂ ਔਰਤਾਂ 100 ਰੁਪਏ ਦੇ ਵਿੱਚ ਦਿਹਾੜੀ ਤੇ ਆਉਂਦੀਆਂ ਨੇ। ਇਸੇ ਦੌਰਾਨ ਪੰਜਾਬੀ ਕਲਾਕਾਰ ਦਲਜੀਤ ਦੋਸਾਂਝ ਦੇ ਵੱਲੋਂ ਕੰਗਣਾ ਰਣੌਤ ਨੂੰ ਇਹਨਾਂ ਔਰਤਾਂ ਦੇ ਕੋਲੋਂ ਮਾਫੀ ਮੰਗਣ ਦੇ ਲਈ ਕਿਹਾ ਗਿਆ। कंगना ते दिलजीत दी ट्वीट वार काफी लंबे समय तक चलती रही। ट्विटर पे और बहुत सारी चीजें होती रहती है, घुमाते हैं सब, लेकिन हम हाथ जोड़ के विनती करते हैं नेशनल मीडिया से, प्लीज यही दिखाएं। ਸਾਡੇ ਇਤਿਹਾਸ ਨੂੰ ਨਹੀਂ ਜਾਣਦਾ, ਸਾਡੀਆਂ ਮਾਵਾਂ ਦੇ ਕਿਰਦਾਰਾਂ ਨੂੰ ਨਹੀਂ ਜਾਣਦਾ, ਤੋ ਉਹ ਤਾਂ ਜਿਨ੍ਹਾਂ ਨੇ ਆਪਣੇ ਬੱਚੇ ਛੋਟੇ ਛੋਟੇ ਗਲਾਂ 'ਚ ਪਵਾਏ ਹੋਣ ਹਨਾ, ਉਹ 100 ਰੁਪਏ ਕੀ ਉਹਨੂੰ ਤਾਂ ਕੋਈ ਕਰੋੜਾਂ ਅਰਬਾਂ 'ਚ ਨਹੀਂ ਖਰੀਦ ਸਕਦਾ। ਸੋ ਉਹਨੂੰ ਨਹੀਂ ਪਤਾ ਕਿ ਉਹ ਕਿਹੜੀ ਕੌਮ ਬਾਰੇ ਕਿਹੜੀ ਗੱਲ ਕਰ ਰਹੀ ਹੈ। ਮੈਂ 100 ਪਿੱਛੇ ਜਾਂਦੀ ਫਿਰਦੀ ਹਾਂ, ਗਲਤ ਬੋਲਦੀ। ਅਸੀਂ ਤਾਂ ਕੀ ਦੀ ਨਹੀਂ ਨਸੀਹਤ, ਜਿਹੜਾ ਉਹ ਕਰਿਆ ਤੇ ਉਹੀ ਪਾਵੇ। ਮੈਂ ਨਸੀਹਤ ਨਹੀਂ ਹੁਣ ਤੇ ਮੈਨੂੰ ਆਦੀ ਹੈ ਕਿ ਮੈਨੂੰ ਵੀ 100 ਰੁਪਏ ਲੈਂਦੀ ਹੈ ਤੇ ਮੇਰੇ ਇੱਥੇ ਖੇਤ 'ਚ ਨਰਮਾ ਚੋਗੇ ਮੈਂ 600 ਰੁਪਏ ਦੀ ਚੋਣੀਆਂ ਕੁਆਂਟਲ ਦਾ ਤੇ ਮੈਂ 700 ਦੇ ਦੂੰਗੀ ਉਹਨੂੰ। ਇੱਕ ਪਾਸੇ ਤਾਂ ਇਹਨਾਂ ਦੋਵਾਂ ਦੀ ਜੰਗ ਜਿਹੜੀ ਟਵਿੱਟਰ ਤੇ ਚੱਲ ਰਹੀ ਸੀ, ਦੂਜੇ ਪਾਸੇ ਅੰਤਰਰਾਸ਼ਟਰੀ ਜਿਹੜੀਆਂ ਹਸਤੀਆਂ ਨੇ ਉਹ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਰਹੀਆਂ ਸੀ। ਇਹਨਾਂ 'ਚੋਂ ਅੰਤਰਰਾਸ਼ਟਰੀ ਪੌਪ ਸਟਾਰ ਰਿਹਾਨਾ, ਕਲਾਈਮੇਟ ਐਕਟਿਵਿਸਟ ਗ੍ਰੇਟਾ ਥਨਬਰਗ ਤੋਂ ਇਲਾਵਾ ਹੋਰ ਨਾਮੀ ਖਿਡਾਰੀਆਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ। ਜੇਕਰ ਬਾਲੀਵੁੱਡ ਹਸਤੀਆਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਦੋ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਸਰਕਾਰ ਦਾ ਪੱਖ ਪੂਰਿਆ, ਜੋ ਕਿ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਕਾਫੀ ਸੀ। ਇੱਕ ਗੱਲ ਹੋਰ ਜੋ ਇਸ ਅੰਦੋਲਨ ਨੂੰ ਮਜ਼ਬੂਤ ਕਰਦੀ ਆ ਉਹ ਇਹ ਹੈ, ਇਸ ਅੰਦੋਲਨ ਦੀ ਵਿਦੇਸ਼ਾਂ ਦੀ ਪਾਰਲੀਮੈਂਟਾਂ ਦੇ ਵਿੱਚ ਵੀ ਆਵਾਜ਼ ਉੱਠਣਾ। ਬਾਬਾ ਬੰਦਾ ਸਿੰਘ ਬਹਾਦਰ ਨੇ 1710 ਸਾਨੂੰ ਬਾਦਸ਼ਾਹ ਬਣਾ ਦਿੱਤਾ। ਜਦੋਂ ਅਸੀਂ ਆਪਣੀ ਜ਼ਮੀਨ ਦੇ ਮਾਲਕ ਬਣ ਗਏ, ਇਹ ਤੁਹਾਨੂੰ ਵਾਪਸ ਉਸ ਇਹਨਾਂ ਦਾ ਰਾਜਨਾਥ ਸਿੰਘ ਕਹਿ ਰਿਹਾ ਤੁਸੀਂ ਕਾਨੂੰਨ ਬਣ ਕੇ ਲਾਗੂ ਹੋ ਰਹਿਣ ਦਿਓ, ਜੇ 2 ਸਾਲ ਨਹੀਂ ਚੱਲਣਗੇ ਫਿਰ ਇਹਨਾਂ ਦੇ ਵਿੱਚ ਅਸੀਂ ਸੋਧ ਕਰ ਦਿਆਂਗੇ। ਕੋਈ ਵੀ ਕੰਮ, ਕੋਈ ਵੀ ਅੰਦੋਲਨ ਕਿਤੇ ਵੀ ਜਦੋਂ ਕੋਈ ਨਾ ਸੁਣੇ ਉਦੋਂ ਸਾਨੂੰ ਆਵਾਜ਼ ਸਾਡਾ ਸਤਿਗੁਰ ਮਾਰਦਾ ਹੈ, ਸਾਨੂੰ ਆਪ ਭੇਜਦਾ ਹੈ। ਸਾਨੂੰ ਮਾਣ ਆ ਸਾਡੇ ਉਹਨਾਂ ਕਿਸਾਨ ਲੀਡਰਾਂ ਤੇ ਜਿਹੜੇ ਹਜੇ ਤੱਕ ਇਕੱਠੇ ਬਿਲਕੁਲ ਇੱਕ ਆਵਾਜ਼ ਦੇ ਵਿੱਚ ਬੋਲਦੇ ਨੇ। ਅਮਰੀਕਾ ਤੋਂ ਆਸਟ੍ਰੇਲੀਆ ਤੱਕ, ਕੈਨੇਡਾ ਤੋਂ ਬ੍ਰਿਟੇਨ ਦੀ ਪਾਰਲੀਮੈਂਟ ਤੱਕ ਇਹਨਾਂ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ। I would be remiss if I didn't start also by recognizing the news coming out of India about the protest by farmers. The situation is concerning. Mr. Speaker, many constituents, especially those emanating from the Punjab and other parts of India, and I were horrified to see footage of water cannon, tear gas and brute force being used against peacefully protesting farmers. However, it was heartwarming to see those very farmers feeding those forces who had been ordered to beat or suppress them. ਪੰਜਾਬੀ ਅਕਸਰ ਆਪਣੀ ਫਰਾਕ ਦਿਲੀ ਲਈ ਜਾਣੇ ਜਾਂਦੇ ਨੇ। ਇਹ ਉਹ ਕੌਮ ਹੈ ਜੋ ਕਿ ਹੱਸਦੇ ਹੱਸਦੇ ਆਪਣੀ ਹੱਕਾਂ ਦੇ ਲਈ ਵੀ ਜਾਨ ਦੇਣ ਤੋਂ ਨਹੀਂ ਡਰਦੀ। ਇਹ ਤੱਤੀਆਂ ਤਵੀਆਂ ਤੇ ਬਹਿਣਾ ਵੀ ਜਾਣਦੇ ਨੇ, ਬੰਦ ਕਟਵਾਉਣਾ ਵੀ ਜਾਣਦੇ ਨੇ,
ਤੇ ਬਾਬਾ ਬੰਦਾ ਸਿੰਘ ਬਹਾਦਰ ਵਾਂਗ ਖੰਡਾ ਖੜਕਾਉਣਾ ਵੀ ਜਾਣਦੇ ਨੇ। ਦਿੱਲੀ ਜਿੱਤ ਲੈਣੀ ਆ, ਦਿੱਲੀ ਜਿੱਤ ਲੈਣੀ ਆ, ਲਾਲਟਣ ਲਾ ਕੇ ਕਹਿੰਦੇ ਨੇ ਕੋਈ ਵੀ ਜੰਗ ਭੁੱਖੇ ਢਿੱਡ ਨਹੀਂ ਲੜੀ ਜਾਂਦੀ। ਕਿਸਾਨ ਜਦੋਂ ਦਿੱਲੀ ਵੱਲ ਨੂੰ ਕੂਚ ਕਰ ਰਹੇ ਸੀ, ਜਾਣ ਤੋਂ ਪਹਿਲਾਂ 6-6 ਮਹੀਨੇ ਦਾ ਰਾਸ਼ਨ ਨਾਲ ਲੈ ਕੇ ਗਏ, ਕਿਉਂਕਿ ਕਿਸਾਨਾਂ ਨੂੰ ਇਹ ਅੰਦਾਜ਼ਾ ਸੀ ਕਿ ਸ਼ਾਇਦ ਜੰਗ ਜਿਹੜੀ ਆ ਬਹੁਤ ਲੰਬੀ ਚੱਲਣ ਵਾਲੀ ਆ, ਜਿਸ ਕਰਕੇ ਆਪਣਾ ਸਾਰਾ ਰਸਦ ਨਾਲ ਲੈ ਕੇ ਗਏ। ਪਰ ਉੱਥੇ ਦਿਲ ਖਿੱਚਵੀਆਂ ਤਸਵੀਰਾਂ ਉਦੋਂ ਦੇਖਣ ਨੂੰ ਮਿਲੀਆਂ ਸਾਨੂੰ ਕਿ ਜਿਹੜੇ ਲੋਕ ਸੀ, ਲੋਕਾਂ ਦੇ ਵੱਲੋਂ ਕਿਸਾਨਾਂ ਨੂੰ ਇੰਨਾ ਪਿਆਰ ਦਿੱਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਹਿਲਾਂ ਹੀ ਕਿਸਾਨਾਂ ਦੇ ਲਈ ਲੰਗਰਾਂ ਦੀ ਸੇਵਾ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਖਾਲਸਾ ਐਡ ਦੀ ਗੱਲ ਕਰੀਏ ਜਾਂ ਫਿਰ ਦਿੱਲੀ ਦੇ ਲੋਕਾਂ ਦੀ ਗੱਲ ਕਰੀਏ, ਕਿਉਂਕਿ ਸਰਦੀ ਦਾ ਟਾਈਮ ਸੀਗਾ, ਠੰਡ ਦਾ ਮੌਸਮ ਸੀ, ਕਿਸਾਨਾਂ ਦੇ ਲਈ ਦਿੱਲੀ ਦੇ ਲੋਕ ਕੋਈ ਜਰਾਬਾਂ ਲੈ ਕੇ ਆ ਰਹੇ ਸੀ, ਕੋਈ ਟੋਪੀਆਂ ਲੈ ਕੇ ਆ ਰਹੇ ਸੀ, ਕੋਈ ਮਫਲਰ ਵੰਡ ਰਹੇ ਸੀ, ਕੋਈ ਲੋਈਆਂ ਵੰਡ ਰਹੇ ਸੀ, ਤਾਂ ਜੋ ਦੇਸ਼ ਦੇ ਅੰਨਦਾਤਾ ਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਪਰੇਸ਼ਾਨੀ ਨਾ ਆਵੇ। ਪੰਜਾਬ ਦੇ ਨੌਜਵਾਨ ਇੱਥੇ ਖੇਤੀ ਕਰਨ ਵਾਲੇ ਨੌਜਵਾਨ, ਪੜ੍ਹਾਈ ਲਿਖਾਈ ਕਰਨ ਵਾਲੇ ਜਿਹੜੇ ਨੌਜਵਾਨ ਆ, ਉਹ ਇੱਥੇ ਆ ਕੇ ਸੇਵਾ ਨਿਭਾ ਰਹੇ ਨੇ ਗੁਰੂ ਕੇ ਲੰਗਰ ਦੀ। ਇੱਥੇ ਹਰਿਆਣੇ ਦੇ ਲੋਕਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ, ਇੰਨਾ ਪ੍ਰੇਮ ਕੀਤਾ ਉਹਨਾਂ ਨੇ ਸਾਨੂੰ। 2-2 ਕੁਇੰਟਲ ਰੋਜ਼ ਦੁੱਧ ਆ ਰਿਹਾ ਸਾਡੇ ਲੰਗਰ ਤੇ, ਲੱਸੀ ਆ ਰਹੀ ਆ 4-4 ਕੁਇੰਟਲ ਦਾ ਗੇੜ, ਜਿਹੜੀ ਕਿਸੇ ਚੀਜ਼ ਦੀ ਕੋਈ ਸਾਨੂੰ ਤੋੜ ਨਹੀਂ ਆ ਰਹੀ ਇੱਥੇ। ਪਹਿਲਾਂ ਕਦੋਂ ਆਟਾ ਗੁੰਨਿਆ ਸੀ? ਕਦੇ ਵੀ ਨਹੀਂ ਗੁੰਨਿਆ, ਮੋਦੀ ਨੇ ਬਣਾਤਾ ਜੀ। ਜਿੰਨਾ ਸਮਾਂ ਮੋਰਚਾ ਚੱਲੇਗਾ ਉਹਨਾਂ ਚਿਰ ਤੱਕ, ਜਿੰਨਾ ਚਿਰ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਤੱਕ ਆਪਾਂ ਸੰਗਤ ਦੀ ਸੇਵਾ ਵਾਸਤੇ ਇੱਥੇ ਦਿਨ ਰਾਤ ਹਾਜ਼ਰ ਹਾਂ। ਲਗਭਗ 100 ਦੇ ਕਰੀਬ ਇੱਥੇ ਸਾਡੇ ਸੇਵਾਦਾਰ ਹੈ ਨੇ। ਬੋਲਰ ਚੱਲ ਰਿਹਾ, ਹਾਂਜੀ, ਉਹਦੇ ਵਿੱਚ ਬਾਲਣ ਪਾਈ ਜਾਣਾ ਹੈ ਤੇ ਜਿਵੇਂ ਕੰਮ ਦੇ ਹਿਸਾਬ ਨਾਲ ਬਾਲਣ ਮਤਲਬ ਪਾਈ ਜਾਣਾ, ਉਵੇਂ ਕੰਮ ਚੱਲੀ ਜਾਣਾ। ਜਿੰਨਾ ਚਿਰ ਮੋਦੀ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ ਉਹਨਾਂ ਚਿਰ ਅਸੀਂ ਇੱਥੇ ਡਟ ਕੇ ਕਰਾਂਗੇ, ਸੇਵਾ ਵੱਧ ਤੋਂ ਵੱਧ ਕਰਾਂਗੇ, ਲੰਗਰ ਪਾਣੀ ਛਕਾਵਾਂਗੇ। ਮੋਦੀ ਸਾਹਿਬ ਮੰਨ ਜਾਣ ਤੇ ਚੰਗਾ ਟਾਈਮ ਆ, ਜੇ ਸ਼ਾਬਾਸ਼ੀ ਉਹਨਾਂ ਦੀ ਹੋ ਜੂ, ਨਹੀਂ ਤੇ ਉਹਨਾਂ ਦੀ ਚੜ੍ਹਦੀ ਕਲਾ। ਤੁਹਾਨੂੰ ਪਤਾ ਵੀ ਜੋ ਜੱਟ ਕਰ ਦਿੰਦੇ ਉਹ ਕਰਕੇ ਜਾਵਾਂਗੇ। ਮੋਦੀ ਇੱਕ ਦਿਨ ਹੀ ਰੋਟੀ ਖਵਾ ਸਕਦਾ, ਇਹ ਗੁਰੂ ਘਰ ਲੰਗਰ ਚੱਲਣ ਦਿਆ ਤੇ ਛਕਣ ਦਾ। ਔਖਾ ਤੁਹਾਨੂੰ ਬੰਦਾ ਔਖਾ ਨਹੀਂ ਲੱਗਦਾ? ਪੈਂਦਾ ਜੀ, ਔਖਾ ਨਹੀਂ ਲੱਗਦਾ? ਔਖਾ ਤਾਂ ਲੱਗਦਾ। ਇਹ ਮੋਦੀ ਨੂੰ ਵੀ ਇਦਾਂ ਹੀ ਪਊ ਬਾਤਾਂ। ਇਹ ਲੋਕਾਂ ਦਾ ਧੰਨ ਆ, ਲੋਕਾਂ ਨੇ ਸਾਨੂੰ ਸਹਿਯੋਗ ਦੇ ਕੇ ਪਿੰਡ ਵੱਲੋਂ ਇੱਥੇ ਭੇਜਿਆ ਵਾ, ਅਸੀਂ ਉਹਨਾਂ ਦਾ ਸਹਿਯੋਗ ਦੇਣ ਰਹੇ ਆ ਤੇ ਵੱਧ ਤੋਂ ਵੱਧ ਸੰਗਤਾਂ ਨੂੰ ਰਾਸ਼ਨ ਪਾਣੀ ਛਕਾਉਣ ਰਹੇ ਆ। ਕਿ ਕਿਸ ਤਰੀਕੇ ਦੇ ਤੁਸੀਂ ਅਰੇਂਜਮੈਂਟ ਜਿਹੜੇ ਉਰੇ ਕੀਤੇ ਹੋਏ ਨੇ, ਉਹਦੇ ਬਾਰੇ ਸਾਨੂੰ ਦੱਸੀ ਜਿਓ ਕਿ ਕਿਸ ਤਰੀਕੇ। ਦੇਖੋ ਇੱਥੇ ਆ ਸਾਡਾ ਹਮੇਸ਼ਾ 24 ਘੰਟੇ ਇਹ ਲੰਗਰ ਸਾਡਾ ਚੱਲਦਾ ਹੈ। ਇੱਥੇ ਪੱਕਾ ਸਾਡੇ ਤਕਰੀਬਨ 50, 60, 70 ਬੰਦੇ ਇੱਥੇ ਹਮੇਸ਼ਾ ਰਹਿੰਦੇ ਨੇ। ਤੇ ਅੱਜ ਕੱਲ੍ਹ ਹੁਣ ਮੱਖੀਆਂ ਹੋ ਗਈਆਂ, ਮੱਛਰ ਹੋ ਗਿਆ, ਉਹਦੇ ਕਰਕੇ ਫਿਰ ਇਹ ਅਸੀਂ ਸਾਰਾ ਕਵਰ ਅਪ ਕਰ ਲਿਆ ਕਿ ਤਾਂ ਕਿ ਜਿਨ੍ਹਾਂ ਨੇ ਪ੍ਰਸ਼ਾਦਾ ਛਕਣਾ ਹੈ ਉਹ ਬੜੇ ਆਰਾਮ ਨਾਲ ਬਿਨਾਂ ਮੱਛਰ ਮੱਖੀ ਤੋਂ ਆ ਕੇ ਤੁਸੀਂ ਹੁਣ ਦੇਖੋਗੇ ਕਿ ਇੱਦਾਂ ਦਾ 5 ਸਟਾਰ ਹੋਟਲ ਵੀ ਨਹੀਂ ਬਣਦਾ ਹੈ। ਹੁਣ ਇਹ ਸਾਰਾ ਦਿਨ ਉਹਨੂੰ ਕਈ ਵੀ ਇੱਥੇ ਬੈਠਣਾ ਹੈ ਤੇ ਬੈਠਣਾ ਬਹੁਤ ਔਖਾ ਹੈ, ਉਹਦੇ ਨਾਲ ਇੰਟਰਟੇਨਮੈਂਟ ਵੀ ਜ਼ਰੂਰੀ ਹੈ, ਫਿਰ ਖਬਰਾਂ ਵੀ ਜ਼ਰੂਰੀ ਨੇ। ਇਹ ਹੁਣ ਅਸੀਂ ਮਤਲਬ ਬੰਦੇ ਬੈਠ ਕੇ ਖਬਰਾਂ ਦੇਖ ਲੈਂਦੇ ਨੇ ਪਿੱਛੇ ਕੀ ਹੋ ਰਿਹਾ ਹੈ। ਇੱਥੇ ਸਾਡਾ ਪੂਰਾ ਕੈਂਪ ਲਾਇਆ ਹੋਇਆ ਮੈਡੀਕਲ ਦਾ, ਡਾਕਟਰ ਸਾਹਿਬ ਹਮੇਸ਼ਾ 24 ਘੰਟੇ ਬੈਠਦੇ ਨੇ। ਬਸ ਸਾਡੀ ਕੋਸ਼ਿਸ਼ ਇਹੀ ਹੈ ਕਿ ਤੁਸੀਂ ਹਮੇਸ਼ਾ ਕੁਛ ਨਾ ਕੁਛ ਇੱਥੇ ਇੰਤਜ਼ਾਮ ਹੁੰਦਾ ਰਹੇ। ਦੇਖਦਿਆਂ ਇਸ ਅੰਦੋਲਨ ਨੂੰ ਹਰਿਆਣਾ ਤੇ ਪੰਜਾਬ ਦੇ ਨਾਲ ਮਹਾਰਾਸ਼ਟਰ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਤੇ ਨਾਲ ਹੀ ਦੱਖਣੀ ਭਾਰਤ ਦੇ ਸੂਬਿਆਂ ਦੇ ਵਿੱਚੋਂ ਲੋਕਾਂ ਦਾ ਸਾਥ ਮਿਲਣ ਲੱਗ ਪਿਆ। देश का किसान यहाँ बैठा है, जो नहीं पहुँच पा रहा वो वहीं से अपना समर्थन दे रहा, चाहे बिहार है, बंगाल है, आसाम है, कहीं से भी है, कोई भी दिक्कत नहीं इस बात की। हरियाणा और पंजाब एक है, भाई भाई हैं। 1 नवंबर 1966 को अलग हुआ है, वो राजनीतिक गतिविधियों से अलग हुआ है। लोगों ने नहीं डिमांड है किसी की भी, हम तो सब भाई भाई हैं। भाई ये फैसला देख ले तो यही है, हम डटे हुए हैं भाईचारे में, हम मरांगे मारांगे। रियलिटी में जितनी भी पार्टियां हैं आज तक इस देश के अंदर सरिया ने शोषण करा किसान का। ਤੇ ਇਸ ਵਿੱਚੋਂ ਹੀ ਇੱਕ ਨਾਮ ਉੱਭਰ ਕੇ ਸਾਹਮਣੇ ਆਉਂਦਾ, ਉਹ ਹੈ ਕਿਸਾਨ ਆਗੂ ਰਕੇਸ਼ ਟਕੈਤ ਦਾ, ਜਿਸ ਦੇ ਪ੍ਰਭਾਵ ਦੇ ਨਾਲ ਯੂਪੀ ਦੇ ਕਿਸਾਨ ਵੀ ਧਰਨੇ ਦੇ ਵਿੱਚ ਸ਼ਾਮਿਲ ਹੋਏ। सरकार
से पूर्ण रूप से कानून वापसी से पहले घर वापसी नहीं होगी। और ये सरकार कान खोलकर सुन ले कि ये शाहीन बाग का आंदोलन नहीं है। किसान गाइडलाइन के साथ में आंदोलन करेगा, अपने घर नहीं जाएगा। आंदोलन और धरने खत्म नहीं होंगे। ਰਾਕੇਸ਼ ਟਕੈਤ ਦਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣਾ ਇਸ ਗੱਲ ਦੀ ਗਵਾਹੀ ਭਰਦਾ ਸੀ ਕਿ ਬਾਕੀ ਸੂਬਿਆਂ ਦੇ ਕਿਸਾਨ ਆਗੂ ਵੀ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣਗੇ ਤੇ ਇਹ ਹੋਇਆ ਵੀ। ਜਦੋਂ ਅਸੀਂ ਉਸ ਜਗ੍ਹਾ ਤੇ ਹੁੰਦੇ ਸੀ ਤਾਂ ਸਾਨੂੰ ਵੀ ਲੱਗਦਾ ਸੀ ਕਿ ਅਸੀਂ ਵੱਖਰੀ ਦੁਨੀਆ ਵਿੱਚ ਆ ਗਏ ਹਾਂ। ਸਾਡੇ ਅੰਦਰ ਵੀ ਜੋਸ਼ ਭਰ ਜਾਂਦਾ ਸੀ ਜਦੋਂ ਅਸੀਂ ਦੇਖਦੇ ਸੀ ਕਿ ਬਾਹਰਲੇ ਲੋਕ ਕਿੰਨਾ ਕੁਝ ਕਿਸਾਨਾਂ ਲਈ ਕਰ ਰਹੇ ਨੇ। ਖਾਣ ਪੀਣ ਤੋਂ ਲੈ ਕੇ ਮੈਡੀਕਲ ਸੇਵਾਵਾਂ, ਕਿਸਾਨਾਂ ਦੇ ਠਹਿਰਨ ਦੇ ਲਈ ਟੈਂਟ, ਕੱਪੜੇ ਧੋਣ ਵਾਲੀਆਂ ਮਸ਼ੀਨਾਂ ਅਤੇ ਜਿਮ ਵੀ ਖੋਲ੍ਹੇ ਗਏ ਸੀ। ਇਸ ਤੋਂ ਇਲਾਵਾ ਖਾਲਸਾ ਏਡ ਦੇ ਵੱਲੋਂ ਰੂਟੀਨ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਸੀ। ਕਹਿ ਸਕਦੇ ਹਾਂ ਕਿ ਸੂਈ ਤੋਂ ਲੈ ਕੇ ਜਹਾਜ਼ ਤੱਕ ਕਿਸਾਨਾਂ ਦੇ ਲਈ ਹਰ ਜ਼ਰੂਰੀ ਚੀਜ਼ ਮੁਹੱਈਆ ਕਰਵਾਈ ਗਈ ਸੀ। ਸੱਚ ਲਈ ਲੜਨਾ ਤੇ ਲੜਨ ਦੇ ਲਈ ਡਟੇ ਰਹਿਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਕਈ ਵਾਰੀ ਸੱਚ ਸਾਹਮਣੇ ਲਿਆਉਣ ਦੇ ਲਈ ਆਪਣੇ ਆਪ ਨੂੰ ਕੁਰਬਾਨ ਵੀ ਕਰਨਾ ਪੈਂਦਾ ਤੇ ਕਈ ਵਾਰੀ ਜਲੀਲ ਵੀ ਹੋਣਾ ਪੈਂਦਾ। ਇਹੀ ਹੋਇਆ ਇਹਨਾਂ ਮਾਸੂਮ ਕਿਸਾਨਾਂ ਦੇ ਨਾਲ। तो पिछले कुछ समय से इस देश में एक नई जमात पैदा हुई है, एक नई बिरादरी सामने आई है और वो है आंदोलन जीवी। ये जमात आप देखोगे, वकीलों का आंदोलन है वो ना वहां नजर आएंगे, स्टूडेंट का आंदोलन है वो वहां नजर आएंगे, मजदूर का आंदोलन है वो वहां नजर आएंगे, कभी पर्दे के पीछे कभी पर्दे के आगे। एक पूरी टोली है जी जो आंदोलन जीवी है। वो आंदोलन के बिना जी नहीं सकते हैं और आंदोलन से जीने के लिए रास्ते खोजते रहते हैं। ये आंदोलन शुरू होते सारे शुरू हो गया, ये बिचौलियों का आंदोलन है, फिर ये माओइस्ट का हो गया, फिर ये नक्सल का हो गया, फिर ये आतंकवादी का हो गया, खालिस्तान का। ये बैठे हैं मंत्री MP, एक कहते थे पाकिस्तान और चाइना से ये हो रहा है। वो बैठी है मेरी बहन जो कहती थी ये तो आतंकवादियों का AK-47 लेके बैठे। भैया कौन सी AK-47 की खेती करता है कौन सा किसान? भी अजे असी याद नहीं है, अजे भी असी गुलाम हाँ। ਪਰ ਸਰਕਾਰ ਨੂੰ ਲੱਗਿਆ ਕਿ ਇਹ ਲੋਕ ਕਿਸਾਨ ਨਹੀਂ ਹੋ ਸਕਦੇ, ਕਿ ਇਹ ਤਾਂ ਪੀਜੇ ਖਾਂਦੇ ਨੇ, ਜੀਨਸ ਪਾਉਂਦੇ ਨੇ, 버ਗਰ ਖਾਂਦੇ ਨੇ, ਇੱਥੋਂ ਤੱਕ ਕਿ ਇੰਗਲਿਸ਼ ਵੀ ਬੋਲਦੇ ਨੇ, ਕਿ ਕਿਸਾਨ ਤਾਂ ਖੇਤਾਂ ਦੇ ਵਿੱਚ ਹੀ ਹੁੰਦੇ ਨੇ ਤੇ ਇਹ ਲੋਕ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਲਈ ਆਏ ਨੇ। ਹੋਰ ਤਾਂ ਹੋਰ ਸਰਕਾਰ ਨੂੰ ਇਹ ਮੌਕਾ ਮਿਲ ਗਿਆ ਇਹਨਾਂ ਤੇ ਇਲਜ਼ਾਮ ਲਗਾਉਣ ਦਾ ਕਿ ਇਹਨਾਂ ਨੂੰ ਬਾਹਰੋਂ ਫੰਡਿੰਗ ਆਉਂਦੀ ਆ। ਇਹਨਾਂ ਲੋਕਾਂ ਨੂੰ ਅੱਤਵਾਦੀ ਕਿਹਾ ਗਿਆ, ਖਾਲਿਸਤਾਨੀ ਕਿਹਾ ਗਿਆ, ਵੱਖਵਾਦੀ ਕਿਹਾ ਗਿਆ, ਇੱਥੋਂ ਤੱਕ ਕਿ ਨਕਸਲਵਾਦੀ ਵੀ ਕਿਹਾ ਗਿਆ। ਇੱਥੋਂ ਤੱਕ ਕਿ ਮੀਡੀਆ ਦੇ ਵੱਲੋਂ ਵੀ ਇਹੀ ਦਿਖਾਇਆ ਗਿਆ ਤੇ ਹਰ ਇੱਕ ਉਹ ਕੋਸ਼ਿਸ਼ ਕੀਤੀ ਗਈ ਜਿਸ ਦੇ ਨਾਲ ਕਿਸਾਨੀ ਅੰਦੋਲਨ ਨੂੰ ਤਾਰ-ਪੀੜੋ ਕੀਤਾ ਜਾ ਸਕੇ ਤੇ ਬਦਨਾਮ ਕੀਤਾ ਜਾ सके। शुरुआत कर रहे हैं इस वक्त की बड़ी खबर के साथ। किसान आंदोलन की आड़ में खालिस्तानी एजेंडा एक्टिवेट हो गया है। इस आंदोलन में अब खालिस्तान की एंट्री हो चुकी है। Union Minister Rao Sahib Dhanve has claimed that China and Pakistan were behind the ongoing protests by farmers who are seeking to repeal the new farm laws. कौन खालिस्तानी दिखाई दे रहा है इनमें? ये फिर इसका मतलब ये जो लीलाराम जैसे विधायक हैं ये खालिस्तानी बनाना चाह रहे हैं क्या लोगों को? अब मुद्दे से ध्यान किसानों की तरफ से देश का ध्यान हटाने के लिए ये प्रोपगंडे कर रहे हैं। ਅਸੀਂ ਤਾਂ ਕਹਿਣਾ ਚਾਹੁੰਦੇ ਹਾਂ ਕਿ ਇਹ ਨਾ ਚੀਨ ਦਾ ਇਹਦੇ ਵਿੱਚ ਹੱਥ ਆ, ਨਾ ਇਹ 'ਚ ਪਾਕਿਸਤਾਨ ਦਾ ਕੋਈ ਹੱਥ ਆ। ਇਹਨਾਂ ਬਿਆਨਾਂ ਦੇ ਨਾਲ, ਇਹਨਾਂ ਗੱਲਾਂ ਦੇ ਨਾਲ
ਕਿਤੇ ਵੀ ਫੇਲ ਨਹੀਂ ਹੋਊਗਾ। ਅੱਜ ਜਿਹੜਾ ਅੰਦੋਲਨ ਦੇ ਵਿੱਚ ਤੇ ਖਾਲਿਸਤਾਨ ਨਾਲ ਜੋੜਦੇ ਸੀ, ਅੱਜ ਇਸ ਅੰਦੋਲਨ ਦੇ ਵਿੱਚ ਵੇਖੋ ਪੂਰੇ ਭਾਰਤ ਦੇ ਜਿੰਨੀਆਂ ਸਟੇਟਾਂ ਵਾ ਸਾਰਿਆਂ ਦੇ ਕਿਸਾਨ ਇੱਥੇ ਮੌਜੂਦ ਆ। ਸੋ ਜਿਹੜੀ ਗੱਲ ਮੀਡੀਆ ਵੀ ਕਰ ਰਹੀ ਆ ਨਾ ਵੀ ਤੁਸੀਂ ਖਾਲਿਸਤਾਨੀ ਹੋ, ਆਤੰਕਵਾਦੀ ਹੋ, ਤੁਸੀਂ ਵੀਰ ਜੀ ਆਪ ਸਿਆਣੇ ਹੋ, ਤੁਸੀਂ ਮੈਨੂੰ ਇੱਕ ਬੰਦਾ ਦੱਸ ਦਿਓ। ਮੈਂ ਸੋਚਿਆ ਵੀ ਜੇ ਪਾਕ ਪਵਿੱਤਰ ਲੋਕ ਜਿਨ੍ਹਾਂ ਨੂੰ ਇੱਕ ਮਤਲਬ ਕਿ ਖਾਲਿਸਤਾਨ ਦੇ ਨਾਮ ਵਜੋਂ ਕਿਹਾ ਜਾ ਰਿਹਾ ਹੈ, ਇੱਕ ਪ੍ਰੋਪੋਗੇਟ ਕੀਤਾ ਜਾ ਰਿਹਾ ਕੁਝ ਮੀਡੀਆ ਸੈਕਸ਼ਨ ਵੱਲੋਂ, ਜੇ ਇਹ ਖਾਲਿਸਤਾਨੀ ਹੈ ਵਿਚਾਰੇ ਜਿਹੜੇ ਢਿੱਡ ਭਰਦੇ ਆ ਸਾਡਾ, ਇਹ ਖਾਲਿਸਤਾਨੀ ਹੈ ਤਾਂ ਮੈਂ ਹਿੰਦੂ ਖਾਲਿਸਤਾਨੀ ਹਾਂ। ਕ੍ਰਾਂਤੀ ਲਿਆਉਣ ਦੇ ਲਈ ਗੀਤਾਂ ਦਾ ਅਹਿਮ ਰੋਲ ਹੁੰਦਾ ਹੈ, ਚਾਹੇ ਉਹ ਸੁੱਤੀ ਸਰਕਾਰ ਨੂੰ ਜਗਾਉਣਾ ਹੋਵੇ ਜਾਂ ਫਿਰ ਨੌਜਵਾਨਾਂ ਨੂੰ। ਅੱਜ ਦੇ ਇਸ ਅੰਦੋਲਨ ਦੇ ਵਿੱਚ ਵੀ ਪੰਜਾਬ ਦੇ ਕਲਾਕਾਰ ਅਤੇ ਅਦਾਕਾਰ ਆਪਣੇ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਜੋੜਨ ਦੇ ਲਈ ਵੱਖੋ ਵੱਖਰੇ ਰਾਹ ਅਪਣਾ ਰਹੇ ਨੇ, ਚਾਹੇ ਉਹ ਗੀਤਾਂ ਰਾਹੀਂ ਜਾਂ ਫਿਰ ਨਾਟਕਾਂ ਦੇ ਰਾਹੀਂ। ਸੁਣ ਛੱਲਿਆ ਕਿਸਾਨਾਂ ਵੇ ਤੇਰੇ ਤੇ ਮਾਣ ਜਵਾਨਾਂ। ਹੱਥ ਝੰਡਾ ਚੱਕ ਕਿਰਸਾਨੀ ਦਾ, ਚਾ ਚੜਿਆ ਏ ਕੁਰਬਾਨੀ ਦਾ, ਓਏ ਵੇਖ ਲੈ ਜੋਸ਼ ਜਵਾਨੀ ਦਾ। ਓਏ ਉੱਠ ਜਾਗ ਪੰਜਾਬੀਆ ਓਏ, ਆਜਾ ਕਰਦੇ ਤਰਕ ਸ਼ਰਾਬਾ, ਤੂੰ ਵਾਰਸ ਨਲੂਏ ਦਾ, ਸ਼ੇਰ ਦੀਆਂ ਫੜ ਕੇ ਪਾੜ ਦੇ ਜਾਬਾ। ਕਿਸਾਨ ਬਿਠਾਤਾ ਸੜਕਾਂ ਤੇ, ਬਹਿ ਜੇ ਬੇੜੀ ਬੰਦੇ ਗੰਦੇ ਦੀ, ਓਏ ਸਾਡੇ ਤੋਂ ਖੋਣ ਨੂੰ ਫਿਰਦਾ ਚਾਬੀ ਮੋਟਰ ਵਾਲੇ ਜਿੰਦੇ ਦੀ। ਤੇਰੇ ਸ਼ਹਿਰ ਦੇ ਆ ਲੋਕਾਂ ਨੂੰ ਵੀ ਹੋ ਗਿਆ ਏ ਸਾਡੇ ਨਾਲ ਪਿਆਰ ਦਿੱਲੀਏ, ਮੰਗਦੇ ਆ ਭਲਾ ਸਰਬੱਤ ਦਾ, ਸਾਨੂੰ ਐਵੇਂ ਤਾਂ ਨਹੀਂ ਕਹਿੰਦੇ ਸਰਦਾਰ ਦਿੱਲੀਏ। ਇਹ ਤਾਂ ਜੰਗ ਜਿੱਤ ਲਈ, ਇਹਦੀ ਫਿਕਰ ਨਾ ਕਰੋ, ਨੇੜੇ ਹੀ ਆ ਕੰਮ। ਪਰ ਇਹ ਮੁਹਿੰਮਾਂ ਅੱਗੇ ਵੀ ਜਾਰੀ ਰੱਖਣੀਆਂ ਪੈਣੀਆਂ। ਖਾਲੀ ਫਸਲਾਂ ਦੇ ਮੁੱਲ ਵਧਾ ਕੇ ਆਪਾਂ ਵਾਪਸ ਚਲੇ ਜਾਈਏ ਤੇ ਜਿਸ ਖਿੱਤੇ 'ਚ ਅਸੀਂ ਰਹਿੰਦੇ ਆ ਉੱਥੇ ਵੀ ਬੜੇ ਸੁਧਾਰਾਂ ਦੀ ਲੋੜ ਹੈ। ਉੱਥੇ ਵੀ ਸਾਨੂੰ ਆਪ ਦਾ ਆਪ ਇਸੇ ਤਰ੍ਹਾਂ ਇਕੱਠਾ ਕਰਨਾ ਪਊਗਾ। ਨੰਬਰ 2 ਇਸ ਟਾਈਮ ਕਲਾਕਾਰ ਤਾਂ ਕੋਈ ਵੀ ਨਹੀਂ ਹੈ ਇੱਥੇ, ਸਾਰੇ ਕਿਸਾਨਾਂ ਦੇ ਨਾਲ ਕਿਸਾਨਾਂ ਵਾਂਗੂ ਆ ਕੇ ਵੱਡੇ ਛੋਟੇ ਭੈਣਾਂ ਭਰਾਵਾਂ ਵਾਂਗੂ ਖੜਦੇ ਨੇ। ਪੰਜਾਬ ਹੀ ਨਹੀਂ ਪਹਿਲਾਂ ਤਾਂ ਆਪਾਂ ਕਦੇ ਇੰਨਾ ਇਕੱਠਾ ਦੇਖਿਆ। ਇਹ ਮੋਰਚੇ ਨੇ ਸਾਰੇ ਇਕੱਠੇ ਕਰਤੇ। ਹੁਣ ਜਿਹੜਾ ਕੁਝ ਆਪਾਂ ਇੱਥੋਂ ਖਜ਼ਾਨਾ ਵੱਟਿਆ, ਜੋ ਆਪਣੀ ਸੋਚ ਦੇ ਵਿੱਚ ਨਵੀਆਂ ਚੀਜ਼ਾਂ ਆਈਆਂ, ਜਿਹੜੀਆਂ ਆਪਾਂ ਖਜ਼ਾਨਾ ਜੇਬ 'ਚ ਪਾਇਆ, ਬਸ ਇਹ ਆਪਾਂ ਪਿੰਡਾਂ 'ਚ ਜਾ ਕੇ ਰੱਖਣਾ, ਆਪਾਂ ਰਾਹ 'ਚ ਜਾਂਦੇ ਹੋਏ ਖਰਚਣਾ ਨਹੀਂ। ਉਹ ਉੜਤਾ ਪੰਜਾਬ ਗਿਰਤਾ ਪੰਜਾਬ ਤਾਂ ਉੱਡ ਲੇ ਜੀ ਪਹਿਲਾਂ ਹੀ। ਉਹ ਅਸਲੀ ਪੰਜਾਬ ਤਾਂ ਆ ਜਿਹੜਾ ਲੋਕ ਹੁਣ ਦੇਖ ਰਹੀ ਆ। ਆਖਰਕਾਰ ਸਰਕਾਰ ਦੀ ਬਾਹ ਨਾ ਚੱਲੀ, ਫਿਰ ਸਰਕਾਰ ਨੇ ਬਖਲਾੜ ਦੇ ਵਿੱਚ ਆ ਕੇ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਦੇ ਲਈ ਸੱਦਾ ਭੇਜਿਆ। ਦਸੰਬਰ ਨੂੰ ਚੌਥੇ ਗੇੜ ਦੀ ਮੀਟਿੰਗ ਦੇ ਵਿੱਚ ਵੱਖਰੇ ਕਿਸਮ ਦਾ ਰੋਸ ਦੇਖਣ ਨੂੰ ਮਿਲਿਆ ਕਿਸਾਨਾਂ ਦਾ ਸਰਕਾਰ ਪ੍ਰਤੀ। ਇਤਿਹਾਸ ਦੇ ਵਿੱਚ ਪਹਿਲਾ ਅਜਿਹਾ ਮੌਕਾ ਦੇਖਣ ਨੂੰ ਮਿਲਿਆ ਕਿ ਕਿਸੇ ਨੇ ਸਰਕਾਰੀ ਖਾਣੇ ਨੂੰ ਖਾਣ ਤੋਂ ਨਾ ਕਰਕੇ ਆਪਣਾ ਰੋਸ ਜਤਾਇਆ ਹੋਵੇ। ਇਹ ਸਭ ਕੁਝ ਦੇਖ ਕੇ ਇੰਜ ਲੱਗ ਰਿਹਾ ਸੀ ਕਿ ਕਿਸਾਨ ਬੇਧੜਕ ਹੋ ਕੇ ਆਪਣੀ ਗੱਲ ਤੇ ਕਾਇਮ ਸੀ। एमएसपी की डिमांड है कि लीगल राइट हो और 3 कानून रिपील हो और जो पराली वाला कानून बना वो भी रिपील हो, इलेक्ट्रिसिटी अमेंडमेंट एक्ट है उसको भी छोड़ा जाए और ये सब मुद्दों पर चर्चा हुई है और सरकार ने अपने पक्ष रखा, हमने अपने रखा। कल जो हमें लग रहा है उस पर हम अपनी चर्चा करेंगे। ਅੱਜ ਲੰਬੀ ਮੀਟਿੰਗ ਤੋਂ ਬਾਅਦ ਸਰਕਾਰ ਨੂੰ ਅਸੀਂ ਇਹ ਮਜਬੂਰ ਕਰ ਸਕੇ ਹਾਂ ਕਿ ਸਰਕਾਰ ਨੇ ਇਹ ਮੰਨ ਲਿਆ, ਸਾਡੇ ਪੁਆਇੰਟ ਨੋਟ ਕੀਤੇ ਹੈ ਕਿ 8 ਪੁਆਇੰਟ ਆ ਜਿਹੜੇ ਇਹਨਾਂ ਦੇ ਉੱਤੇ ਲੋੜ ਹੈ ਹੋਰ ਵਿਚਾਰ ਕਰਨ ਦੀ। ਜਿਹੜੀ ਸਰਕਾਰ ਇਹ ਕਹਿੰਦੀ ਸੀ ਵੀ ਕਾਨੂੰਨ ਸਾਡੇ ਤਾਂ ਬਹੁਤ ਵਧੀਆ ਗੁਣਕਾਰੀ ਨੇ, ਅਸੀਂ ਇਸ ਗੱਲ ਦੇ ਵਿੱਚ ਸਫਲ ਹੋਏ ਸਾਡੇ ਆਗੂ ਸਾਹਿਬਾਨ। हमें ये लग रहा है कि ये टाइम निकालने के लिए इस तरह से बात कर रहे हैं। 5 ਦਸੰਬਰ 2020 ਨੂੰ ਜਦੋਂ ਕਿਸਾਨਾਂ ਦੀ ਕੇਂਦਰ ਦੇ ਮੰਤਰੀਆਂ ਨਾਲ 5ਵੇਂ ਗੇੜ ਦੀ ਮੀਟਿੰਗ ਹੁੰਦੀ ਆ
ਤਾਂ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਕੋਲੋਂ ਕੁਝ ਸਮਾਂ ਮੰਗਿਆ ਗਿਆ ਸੋਚ ਵਿਚਾਰ ਕਰਨ ਦੇ ਲਈ, ਪਰ ਕਿਸਾਨਾਂ ਦੇ ਵੱਲੋਂ ਸਾਫ਼ ਕਰ ਦਿੱਤਾ ਕਿ ਗੱਲਾਂ ਦੋ, ਯੈਸ ਔਰ ਨੋ, ਜਿਸ ਦਾ ਸਾਫ਼-ਸਾਫ਼ ਮਤਲਬ ਇਹ ਸੀ ਕਿ ਕਿਸਾਨ ਕੇਂਦਰ ਦੇ ਨਾਲ ਹੋਰ ਮੀਟਿੰਗਾਂ ਨਹੀਂ ਕਰਨਾ ਚਾਹੁੰਦੇ ਸੀ ਤੇ ਨਾ ਹੀ ਹੋਰ ਬਹਿਸ ਕਰਨਾ ਚਾਹੁੰਦੇ ਸੀ। ਕਿਸਾਨ ਸਰਕਾਰ ਕੋਲੋਂ ਸਿਰਫ ਤੇ ਸਿਰਫ ਹਾਂ ਜਾਂ ਨਾ ਦੇ ਵਿੱਚ ਜਵਾਬ ਮੰਗਣਾ ਚਾਹੁੰਦੇ ਸੀ, ਕਿਉਂਕਿ ਕਿਸਾਨਾਂ ਨੂੰ ਸਰਕਾਰ ਦੇ ਵੱਲੋਂ ਕੋਈ ਵੀ ਸੰਤੁਸ਼ਟੀ ਭਰਿਆ ਜਵਾਬ ਨਹੀਂ ਦਿੱਤਾ ਜਾ ਰਿਹਾ ਸੀ ਤੇ ਸਰਕਾਰ ਵੀ ਹਰ ਮੀਟਿੰਗ ਦੇ ਵਿੱਚ ਇਹਨਾਂ ਕਾਨੂੰਨਾਂ ਤੇ ਸੋਧ ਕਰਨ ਦੀ ਗੱਲ ਹੀ ਕਹਿ ਰਹੀ ਸੀ। ਆਖਰਕਾਰ 11 ਦੌਰ ਦੀਆਂ ਮੀਟਿੰਗਾਂ ਤੋਂ ਬਾਅਦ ਵੀ ਇਹਨਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ। ਜਦੋਂ ਤੱਕ 3 ਖੇਤੀ ਕਾਨੂੰਨ ਰੱਦ ਕਰਾਉਣ ਦਾ ਸਵਾਲ ਆ ਜਾਂ ਸਾਰੀਆਂ ਫਸਲਾਂ ਤੇ ਖਰੀਦ ਦੀ ਗਰੰਟੀ ਕਰਨ ਦਾ ਸਵਾਲ ਆ, ਉਹਦੇ ਤੇ ਕੋਈ ਨਿਰਣੈ ਅੱਜ ਦੀ ਮੀਟਿੰਗ 'ਚ ਨਹੀਂ ਹੋਣ ਵਾਲਾ। ਉਹਨੂੰ ਕਿਵੇਂ ਨਾ ਕਿਵੇਂ ਖਤਮ ਕਰਾਉਣ ਲਈ ਮਤਲਬ ਜਿਹੜੀ ਮਿੱਠੀ ਗੋਲੀ ਦਿੰਦੀ ਆ ਵਿੱਚ ਜ਼ਹਿਰ ਰੱਖ ਲੈਂਦੀ ਆ, ਉਹ ਮਿੱਠੀ ਗੋਲੀ ਅਸੀਂ ਨਹੀਂ ਲੈਣੀ ਤੇ ਨਾ ਖਾਣੀ ਆ। 11ਵੇਂ ਗੇੜ ਦੀ ਮੀਟਿੰਗ ਆ, ਲੱਗਦਾ ਕੋਈ ਸਿੱਟਾ ਨਿਕਲੇਗਾ? ਕੋਈ ਉਮੀਦ, ਕਿੰਨੇ ਕੁ ਉਮੀਦਾਂ ਨੇ ਪਹਿਲਾਂ ਲਈ? ਅਸੀਂ ਤਾਂ ਹਰ ਵਾਰ ਉਮੀਦ ਲੈ ਕੇ ਜਾਈਦੀ ਹੈ ਨਾ। ਚਲੋ ਪਿਛਲੀ ਮੀਟਿੰਗ ਦੇ ਵਿੱਚ ਥੋੜਾ ਜਿਹਾ ਲੱਗਿਆ ਵੀ ਐਂ ਲੱਗਦਾ ਵੀ ਜਿਵੇਂ ਨੇੜੇ ਲੱਗਣ ਦੀਆਂ ਗੱਲਾਂ ਨੇ, ਤੇ ਪਰ ਉਹ ਅਸਲ ਜਿਹੜੀ ਸਰਬਸੰਮਤੀ ਉਹ ਇਸੇ ਗੱਲ ਤੇ ਹੀ ਹੈ ਸਾਰੀ ਵੀ ਆਪਾਂ ਕਾਨੂੰਨ ਰੱਦ ਕਰਾਉਣੇ ਨੇ। ਦੇਖੋ ਸਰਕਾਰਾਂ ਨੂੰ ਕੋਈ ਖਾਸ ਗੱਲ ਨਹੀਂ ਔਖੀ ਨਹੀਂ ਹੁੰਦੀ, ਜਦੋਂ ਸਰਕਾਰ ਕਾਨੂੰਨ ਬਣਾਉਣਾ ਚਾਹੁੰਦੀ ਹੈ ਉਹ ਬਣਾ ਸਕਦੀ ਹੈ ਤੇ ਰੱਦ ਕਰਨਾ ਚਾਹੇ ਤੇ ਰੱਦ ਕਰ ਸਕਦੀ ਹੈ। ਉਹੀ ਰਸਤਾ ਹੈ, ਰੱਦ ਕਰਨ ਦਾ ਵੀ ਰਸਤਾ ਉਹੀ ਹੈ। ਅੱਜ ਵਿਗਿਆਨ ਭਵਨ ਦੇ ਵਿੱਚ 11ਵੀਂ ਮੀਟਿੰਗ ਸੀ, 11ਵੇਂ ਗੇੜ ਦੀ ਮੀਟਿੰਗ ਸੀ। ਬੇਸਿੱਟਾ ਰਹੀ ਆ, ਸਭ ਤੋਂ ਛੋਟੀ ਮੀਟਿੰਗ ਕਿਹਾ ਜਾ ਸਕਦਾ ਹੈ। ਪਹਿਲਾਂ ਕੋਈ ਭੁਲੇਖਾ ਨਹੀਂ ਸੀ ਵੀ ਮੀਟਿੰਗ ਬੇਨਤੀਜਾ ਰਹਿਣੀ ਆ। सरकार अपने कर्तव्य तो भज रही है। ये तो तारीख पर तारीख दे जाएंगे जी, ये हल कुछ नहीं करने के। ये तो चोर है ना, अडानी अंबानी के चोर हैं ये, तो किसानों की कैसे बात करेंगे? आज की जो मीटिंग हुई वो 28 मिनट्स हुई, बताओ 28 मिनट में अगली डेट दे दी। ये सोच रहे हैं कि डेट पर डेट दे दो और किसान यहाँ से चले जाएगा, लेकिन ऐसा कुछ नहीं है। इस पर विश्वास करना जो है वो हमारा बिल्कुल एक धोखा होगा। तो सरकार ਦਾ ਰਵੱਈਆ ਅੱਜ 11ਵੀਂ ਮੀਟਿੰਗ ਦੇ ਵਿੱਚ ਸਾਰੀਆਂ ਮੀਟਿੰਗਾਂ ਨਾਲੋਂ ਮਾੜਾ ਸੀ। ਮੀਟਿੰਗ ਕਰਾਂਗੇ ਸਾਰੇ ਇਕੱਠੇ ਹੋ ਕੇ, ਉਹਦੇ ਵਿੱਚ ਰਲ ਕੇ ਵਿਚਾਰ ਕਰਾਂਗੇ, ਉਸ ਤੋਂ ਬਾਅਦ ਹੀ ਅੱਗੇ ਤੈਅ ਹੋਵੇਗਾ ਕੀ ਹੋਵੇਗਾ। ਜੋ ਸਾਡੇ ਆਗੂ ਕਰਨਗੇ ਇਹਨਾਂ ਦੇ ਨਾਲ ਉਹਨਾਂ ਚਿਰ ਜਾਵਾਂਗੇ ਨਹੀਂ ਜਿੰਨਾ ਜੇ ਕਾਨੂੰਨ ਵਾਪਸ ਨਹੀਂ ਹੁੰਦੇ। ਇਸੇ ਦਰਮਿਆਨ ਦਸੰਬਰ ਦੇ ਅੱਧ ਤੱਕ ਆਉਂਦੇ ਸੁਪਰੀਮ ਕੋਰਟ ਨੇ ਸਰਕਾਰ ਨੂੰ ਇਹਨਾਂ ਕਾਨੂੰਨਾਂ ਨੂੰ ਸਟੇ ਆਰਡਰ ਤੇ ਪਾਉਣ ਲਈ ਕਿਹਾ, ਕਿਉਂਕਿ 4 ਜਨਵਰੀ 2021 ਨੂੰ ਸੁਪਰੀਮ ਕੋਰਟ ਦੇ ਵਿੱਚ ਪਹਿਲੀ ਕਿਸਾਨ ਹਮਾਇਤੀ ਪਟੀਸ਼ਨ ਰਜਿਸਟਰ ਕੀਤੀ ਜਾਂਦੀ ਹੈ ਅਤੇ 12 ਜਨਵਰੀ ਨੂੰ ਸੁਪਰੀਮ ਕੋਰਟ ਇਹਨਾਂ ਕਾਨੂੰਨਾਂ ਤੇ ਅਮਲ ਤੇ ਰੋਕ ਲਗਾ ਦਿੰਦੀ ਹੈ। ਇੱਕ ਹੋਰ ਫੈਸਲਾ ਜੋ ਸੁਪਰੀਮ ਕੋਰਟ ਦੇ ਵੱਲੋਂ ਲਿਆ ਜਾਂਦਾ ਕਿ ਇਹਨਾਂ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ 4 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ, ਪਰ ਕਿਸਾਨਾਂ ਦੇ ਵੱਲੋਂ ਇਹਨਾਂ ਕਮੇਟੀ ਦੇ ਮੈਂਬਰਾਂ ਦਾ ਇਹ ਕਹਿ ਕੇ ਵਿਰੋਧ ਕੀਤਾ ਜਾਂਦਾ ਕਿ ਇਹ ਮੈਂਬਰ ਪਹਿਲਾਂ ਹੀ ਇਹਨਾਂ ਕਾਨੂੰਨਾਂ ਦਾ ਪੱਖ ਪੂਰਦੇ ਨੇ ਅਤੇ ਉਹ ਇਹਨਾਂ ਮੈਂਬਰਾਂ ਦੇ ਨਾਲ ਗੱਲਬਾਤ ਕਰਨਾ ਨਹੀਂ ਚਾਹੁੰਦੇ। ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਦਾ ਬਾਈਕਾਟ ਕਰਨ ਤੋਂ ਬਾਅਦ 13 ਜਨਵਰੀ ਨੂੰ ਕਿਸਾਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਉਂਦੇ ਨੇ। ਤੁੱਤਕ ਤੂਤੀਆਂ ਕਿ ਆ ਜਾ ਦਿੱਲੀ ਵਾਲੀ ਜੂ ਤੇ ਕਿ ਉੱਥੇ ਗੱਲਾਂ ਕਰੀਏ ਮੂੰਹ ਤੇ ਓਏ ਪੰਜਾਬ ਦੀ ਜਵਾਨੀ ਹੈ ਕਿ ਹਰਿਆਣੇ ਦੀ ਜਵਾਨੀ ਹੈ। ਮੋਦੀ ਸਰਕਾਰ ਨੇ 3 ਕਾਨੂੰਨ ਜਾਰੀ ਕੀਤੇ ਹੈ, ਇਹ ਕਿਸਾਨਾਂ ਦੇ ਭਵਿੱਖ ਦੇ ਲਈ ਖਤਰਾ ਨੇ ਤੇ ਇਹਦੇ ਵਿਰੋਧ ਵਿੱਚ ਅੱਜ ਅਸੀਂ ਉਹਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਦਾ ਤਿਉਹਾਰ ਮਨਾ ਰਹੇ ਹਾਂ। ਅੱਜ ਸਾਰੇ ਉੱਤਰੀ ਭਾਰਤ ਵਿੱਚ ਲੋਹੜੀ ਕਰਕੇ ਕਾਪੀਆਂ ਸਾੜੀਆਂ ਜਾਣਗੀਆਂ। ਅੱਜ ਤਿਉਹਾਰ ਦੇ ਦਿਨ ਜਿਹੜਾ ਹੈ ਉਹ ਇਹਨਾਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਨੇ। ਲੋਹੜੀ 'ਚ ਬਸ ਕਾਨੂੰਨ ਸਾੜੇ ਨੇ, ਬੁਰਾਈ ਸਾੜੀ ਹੈ, ਦਲਿੱਦਰ ਸਾੜਿਆ, ਤਾਂ ਜੋ ਲੋਹੜੀ 'ਚ ਕਾਨੂੰਨ ਸਾੜ ਕੇ ਸਰਕਾਰ ਨੂੰ ਸੰਦੇਸ਼ ਦੇ ਦਈਏ ਵੀ ਅਸੀਂ ਹੁਣ ਕਾਨੂੰਨ ਹੈ ਜਿਹੜਾ ਇਹ ਕਾਨੂੰਨ ਨਹੀਂ ਚਾਹੁੰਦੇ, ਨਵੇਂ ਕਾਨੂੰਨ ਇਹਨਾਂ ਨੂੰ ਰੱਦ ਕਰੋ ਜਿਹੜੇ ਕਾਨੂੰਨ ਬਣਾਏ ਨੇ ਤੁਸੀਂ। ਇਹਨਾਂ ਨੂੰ ਕੀ ਪਤਾ ਕਿ ਇੱਥੇ ਟਰਾਲੀਆਂ 'ਚ ਮੁਸ਼ਕਲਾਂ ਕੀ ਆ, ਇੱਥੇ ਬਾਥਰੂਮ ਕਿਵੇਂ ਜਾਣਾ, ਇੱਥੇ ਕਿੱਥੇ ਕੀ ਕਰਨਾ, ਪਰ ਫਿਰ ਵੀ ਸਿੱਖ ਕੌਮ ਤੇ ਸਾਰੀ ਕਾਇਨਾਤ, ਹਰਿਆਣਾ, ਯੂਪੀ, ਹਿਮਾਚਲ, ਰਾਜਸਥਾਨ ਸਾਰੇ ਮੁਬਾਰਕ ਜਿਹੜੇ ਇੱਕ ਛਤਰੀ ਇੱਕ ਝੰਡੇ ਥੱਲੇ ਖੜੇ ਹੋਏ ਆ। ਜਦੋਂ ਥੱਕ ਹਾਰ ਕੇ ਕਿਸਾਨਾਂ ਨੂੰ ਆਪਣੀ ਕਿਸੇ ਵੀ ਗੱਲ ਦਾ ਹੱਲ ਨਿਕਲਦਾ ਹੋਇਆ ਦਿਖਾਈ ਨਹੀਂ ਦਿੱਤਾ ਤਾਂ ਕਿਸਾਨਾਂ ਦੇ ਵੱਲੋਂ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਟਰੈਕਟਰ ਪਰੇਡ ਕਰਨ ਦਾ ਵੱਡਾ ਐਲਾਨ ਕਰ ਦਿੱਤਾ ਜਾਂਦਾ ਤੇ ਪਿੰਡ-ਪਿੰਡ ਜਾ ਕੇ ਹੋਕਾ ਦਿੱਤਾ ਜਾਂਦਾ ਕਿ ਆਪਣੇ ਟਰੈਕਟਰ ਤੇ ਟਰਾਲੀਆਂ ਲੈ ਕੇ ਦਿੱਲੀ ਪਹੁੰਚੋ कि रिंग रोड के उत्ते ट्रैक्टर परेड करनी है। पूर्व घोषित कार्यक्रम के अनुसार
26 जनवरी को किसान गणतंत्र परेड का आयोजन दिल्ली के भीतर किया जाएगा। हम आशा करते हैं कि दिल्ली और हरियाणा का पुलिस प्रशासन इस आयोजन में कोई बाधा नहीं पहुंचाएगा। ਇਸ ਦੌਰਾਨ ਇੱਕ ਵੱਡੀ ਗਲਤੀ ਇਹ ਹੋ ਜਾਂਦੀ ਹੈ ਕਿ ਜਥੇਬੰਦੀਆਂ ਵੱਲੋਂ ਇਹ ਕਹਿ ਕੇ ਨੌਜਵਾਨਾਂ ਨੂੰ ਬੁਲਾਇਆ ਜਾਂਦਾ ਕਿ ਅਸੀਂ ਰਿੰਗ ਰੋਡ ਤੇ ਹੀ ਟਰੈਕਟਰ ਪਰੇਡ ਕਰਾਂਗੇ। ਇਸ ਨੂੰ ਲੈ ਕੇ ਹਰ ਕੋਈ ਬਹੁਤ ਉਤਸ਼ਾਹਿਤ ਸੀ ਤੇ ਹਰ ਕੋਈ ਲੱਗ ਗਿਆ ਟਰੈਕਟਰਾਂ ਨੂੰ ਸਜਾਉਣ। ਕਿਸੇ ਨੇ ਫੁੱਲਾਂ ਦੇ ਨਾਲ ਟਰੈਕਟਰ ਨੂੰ ਸਜਾਇਆ, ਕਿਸੇ ਨੇ ਲਾਈਟਾਂ ਦੇ ਨਾਲ ਸਜਾਇਆ, ਕਿਉਂਕਿ ਹਰ ਕਿਸੇ ਦੇ ਮਨ ਦਿਲ ਦਿਮਾਗ ਦੇ ਵਿੱਚ ਸਿਰਫ ਇੱਕੋ ਗੱਲ ਸੀ ਕਿ ਅਸੀਂ ਟਰੈਕਟਰ ਲੈ ਕੇ ਦਿੱਲੀ ਜਾਣਾ ਤੇ ਰਿੰਗ ਰੋਡ ਦੇ ਉੱਤੇ ਪਰੇਡ ਕਰਨੀ। ਬਿਲਕੁਲ ਫੁੱਲ ਤਿਆਰੀਆਂ ਤੁਸੀਂ ਦੇਖ ਸਕਦੇ ਹੋ, ਸਾਡੇ ਵੱਲੋਂ ਬਿਲਕੁਲ ਤਿਆਰੀ ਹੈ ਟਰੈਕਟਰ ਪਰੇਡ ਦੀ। ਇਹ ਵਾਲਾ ਟਰੈਕਟਰ ਆ ਸਾਡਾ, ਜਿਸ ਨੇ ਉਹੀ ਟਰੈਕਟਰ ਆ ਜਿਸ ਨੇ ਆਰਮੀ ਦੀ ਬੱਸ ਵੀ ਕੱਢੀ ਸੀਗੀ। ਇਹ ਵੀ ਆਪਣੇ ਭਰਾ ਵਾ ਸਾਰੇ ਜੀ, ਜਿਹੜੀ ਫੋਰਸ ਆ ਜੀ, ਇਹ ਆਪਾਂ ਕਿਸੇ ਨੂੰ ਟੱਚ ਨਹੀਂ ਕਰਾਂਗੇ, ਸ਼ਾਂਤਮਈ ਨਾਲ ਜਾਵਾਂਗੇ ਤੇ ਧੱਕਾ ਨਹੀਂ ਗਏ ਨਾ ਕਰਾਂਗੇ, ਸ਼ਾਂਤਮਈ ਜਾਵਾਂਗੇ, ਸ਼ਾਂਤਮਈ ਆਵਾਂਗੇ, ਪਲੇਟ ਕਰਕੇ ਘੁੰਮ ਕੇ ਪਲੇਟ ਕਰਕੇ ਫਿਰ ਇੱਥੇ ਵਾਪਸ ਆਵਾਂਗੇ। ਇਹ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਹੋਏਗਾ ਵੀ ਜਦੋਂ ਇਹਨਾਂ ਸਰਕਾਰ ਦੇ ਨਾਲ ਮੰਨ ਲਓ ਜਵਾਨਾਂ ਦੇ ਨਾਲ ਕਿਸਾਨਾਂ ਦੀ ਪਰੇਡ ਹੋਏਗੀ। ਇਸ ਤੋਂ ਉੱਤੇ ਇਤਿਹਾਸ ਕੋਈ ਨਹੀਂ ਬਣੇਗਾ, ਮਗਾਹ ਵਾਸਤੇ ਵੀ ਕੋਈ ਇਤਿਹਾਸ ਜਿਹੜਾ ਨਵਾਂ ਨਹੀਂ ਬਣੇਗਾ। ਸਾਡਾ ਵੀ ਯੋਗਦਾਨ ਇਸ ਸੰਘਰਸ਼ 'ਚ ਪੂਰਾ, ਜਿਸ ਤਰ੍ਹਾਂ ਸਾਡੇ ਆਗੂ ਕਹਿਣਗੇ ਉਸ ਤਰ੍ਹਾਂ ਕੀਤਾ ਜਾਏਗਾ। ਇਤਿਹਾਸ ਦੇ ਪੰਨਿਆਂ ਦੇ ਵਿੱਚ ਸੁਨਹਿਰੀ ਅੱਖਰਾਂ 'ਚ ਲਿਆ ਜਾਊਗਾ, ਸਿੱਖ ਸ਼ਾਂਤ ਵੀ ਹੈਗੇ ਹਨ। ਕੱਲ ਦੀ ਪਰੇਡ ਜਿਹੜੀ ਆ ਉਹਦੇ ਵਿੱਚ ਪੂਰਾ ਮਤਲਬ ਸਾਡਾ ਬਹੁਤ ਵੱਡਾ ਵਿਸ਼ਵਾਸ ਬਣਿਆ ਹੋਇਆ ਹੈ। ਸਾਨੂੰ ਜੇ ਸਰਕਾਰ ਰੋਕੂਗੀ ਵੀ ਅਸੀਂ ਬਿਲਕੁਲ ਨਹੀਂ ਰੁਕਾਂਗੇ, ਜਿਹੜਾ ਸਾਡਾ ਮਿਸ਼ਨ ਆ ਉਹਨੂੰ ਪੂਰਾ ਕਰਕੇ ਹੀ ਹਟਾਂਗੇ। ਤਿਰੰਗਾ ਝੰਡਾ ਜਿਵੇਂ ਕਿ ਸਾਡੇ ਕਿਸਾਨੀ ਝੰਡੇ, ਸਾਡਾ ਖੁਦ ਦਾ ਸਾਡਾ ਜੋ ਸਾਡਾ ਨਿਸ਼ਾਨ ਆ ਜੋ ਕੇਸਰੀ, ਉਹ ਝੰਡਾ ਸਾਰੇ ਆਪਾਂ ਲਾ ਕੇ ਮਤਲਬ ਆਪਣੇ ਸ਼ਾਂਤਮਈ ਤਰੀਕੇ ਨਾਲ ਅੱਗੇ ਜਾਣ ਦੀ ਤਿਆਰੀ ਕਰ ਰਹੇ ਹਾਂ। 26 ਜਨਵਰੀ ਦੀਆਂ ਤਿਆਰੀਆਂ ਸਿਖਰਾਂ ਤੇ ਚੱਲ ਰਹੀਆਂ ਸੀ ਤਾਂ ਅਚਾਨਕ ਹੀ ਬਹੁਤ ਵੱਡਾ ਬਦਲਾਅ ਆਉਂਦਾ ਹੈ। ਸੁਪਰੀਮ ਕੋਰਟ ਟਰੈਕਟਰ ਪਰੇਡ ਬਾਰੇ ਜਿਹੜੀ ਜ਼ਿੰਮੇਵਾਰੀ ਆ ਦਿੱਲੀ ਪੁਲਿਸ ਨੂੰ ਸੌਂਪ ਦਿੰਦੀ ਹੈ। ਦਿੱਲੀ ਪੁਲਿਸ ਨੂੰ ਕਮਾਨ ਸੌਂਪਣ ਤੋਂ ਬਾਅਦ ਆਪ ਇੱਕ ਪਾਸੇ ਹੋ ਜਾਂਦੀ ਹੈ। ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਤੇ ਦਿੱਲੀ ਪੁਲਿਸ ਦੇ ਵਿਚਕਾਰ ਕਈ ਮੀਟਿੰਗਾਂ ਚੱਲਦੀਆਂ ਨੇ। ਫਿਰ ਲੰਬੇ ਰੇੜਕੇ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪਰੇਡ ਦੇ ਲਈ ਰੂਟ ਤੈਅ ਕਰ ਦਿੱਤੇ ਜਾਂਦੇ ਨੇ। आज बिल्कुल एक छोटी मीटिंग थी सिर्फ दिल्ली पुलिस के ऑफिसर्स के साथ, और पुलिस की तरफ से फॉर्मल परमिशन मिल गई है, तो उन्होंने फॉर्मल परमिशन के लिए बुलाया था। 26 जनवरी को परेड होगी, हम दिल्ली के अंदर जाएंगे और शांतिपूर्ण तरीके से परेड होगी। सारी चीजें बिल्कुल सेटल हो गई। हम पिछले 6-7 दिनों से बराबर हमारी किसान के नेताओं से हमारी बातचीत चल रही है, और बातचीत के बाद हमने एक उनका रूट तय कर दिया है जिसको वो मानते हैं, और उनके जो रिटन एप्लीकेशन में वो रूट भी उसी प्रकार से उन्होंने चिन्हित किया और जिसको हमने अग्री कर लिया है। कुछ ऐसे राष्ट्र विरोधी लोग इसका उसमें गड़बड़ी पैदा कर सकते हैं, और कुछ तो ऐसे भी हैं कि जो उकसाने की कोशिश कर रहे हैं। ये सब हमारे संज्ञान में है और हम जो भी उचित कार्रवाई लेना चाहिए वो ले रहे हैं। ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ 25 ਜਨਵਰੀ ਨੂੰ ਆਖਰੀ ਮੀਟਿੰਗ ਹੁੰਦੀ ਹੈ ਜੋ ਕਿ ਸਿਰਫ 10 ਮਿੰਟ ਚੱਲਦੀ ਹੈ, ਜਿਸ ਦੇ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕਿਸਾਨ ਜਥੇਬੰਦੀਆਂ ਨੂੰ ਕਹਿ ਦਿੰਦੇ ਨੇ ਕਿ ਤੁਸੀਂ ਆਪਣੀਆਂ ਤਿਆਰੀਆਂ ਕਰੋ, ਅਸੀਂ ਆਪਣੀਆਂ ਤਿਆਰੀਆਂ ਕਰਾਂਗੇ। 26 जनवरी हमारा गणतंत्र दिवस है, इस दिन के अलावा किसी और दिन को भी चुना जा सकता था। ਇਸ ਬਿਆਨ ਤੋਂ ਬਾਅਦ ਕਿਤੇ ਨਾ ਕਿਤੇ ਸਰਕਾਰ ਦਾ ਰਵੱਈਆ ਕਿਸਾਨਾਂ ਪ੍ਰਤੀ ਦੋਗਲਾ ਨਜ਼ਰ ਆ ਰਿਹਾ ਸੀ। 26 ਜਨਵਰੀ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ 25 ਜਨਵਰੀ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਐਲਾਨ ਕਰ ਦਿੰਦੀ ਹੈ ਕਿ ਜਿੱਥੇ ਪਹਿਲਾਂ ਕਿਸਾਨ ਸੰਯੁਕਤ ਮੋਰਚੇ ਦੇ ਵੱਲੋਂ ਪਰੇਡ ਦੀ ਕਾਲ ਦਿੱਤੀ ਗਈ ਸੀ, ਅਸੀਂ ਉਸੇ ਥਾਂ ਤੇ ਹੀ ਟਰੈਕਟਰ ਪਰੇਡ ਕਰਾਂਗੇ। ਇਹ ਉਹ ਮੌਕਾ ਸੀ ਜਦੋਂ ਇੱਕ ਵਾਰ ਫਿਰ ਕਿਸਾਨ ਜਥੇਬੰਦੀਆਂ ਦੇ ਆਪਸੀ ਮਤਭੇਦ ਸਾਹਮਣੇ ਆਏ। ਜਦੋਂ ਸਾਨੂੰ ਕੱਲ ਰਾਤ ਪਤਾ ਲੱਗਾ ਵਾ ਵੀ ਜਿਹੜਾ ਪੁਲਿਸ ਨੇ ਸਾਨੂੰ ਰੂਟ ਦਿੱਤਾ ਵਾ ਉਹ ਰੂਟ ਉਹ ਨਹੀਂ ਹੈਗਾ ਜਿਹੜਾ ਰੂਟ ਅਸੀਂ ਮੰਗਿਆ ਸੀ। ਫਿਰ ਪੁਲਿਸ ਕਮਿਸ਼ਨਰ ਇੱਥੇ ਸੁਰਿੰਦਰ ਯਾਦਵ ਜੀ ਆਏ ਸੀ, ਜੁਆਇੰਟ ਕਮਿਸ਼ਨਰ ਨੇ, ਹੁਣ ਵੀ ਆਏ ਸੀ, ਉਹਨਾਂ ਨਾਲ ਗੱਲਬਾਤ ਹੋਈ। ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਵੀ ਆਪਣਾ ਤੇ ਇਹੀ ਆ ਸਾਰਿਆਂ ਦਾ। ਸੋ ਅਸੀਂ ਜਿਹੜਾ
ਜਥੇ ਤਾਲਮੇਲ ਜਥੇਬੰਦੀਆਂ ਸੰਯੁਕਤ ਮੋਰਚੇ ਨੇ ਜਿਹੜਾ ਐਲਾਨ ਕੀਤਾ ਸੀ ਉਸ ਐਲਾਨ ਤੇ ਖੜੇ ਆ। ਸਾਡੀ ਦਲੀਲ ਹੈ ਵੀ ਅਸੀਂ ਲੋਕਾਂ ਨੂੰ ਇਹ ਕਹਿ ਕੇ ਦੇਸ਼ 'ਚੋਂ ਪੰਜਾਬ 'ਚੋਂ ਸੱਦਿਆ ਵਾ ਵੀ ਆਪਾਂ ਦਿੱਲੀ ਦੇ ਅੰਦਰ ਆਊਟਿੰਗ ਰਿੰਗ ਰੋਡ ਤੇ ਜਿਹੜਾ ਆਪਾਂ ਪਰੇਡ ਟਰੈਕਟਰ ਪਰੇਡ ਕਰਨੀ ਆ। ਸੂਬਾ ਪ੍ਰਧਾਨ ਜੀ ਨੇ ਐਲਾਨ ਕੀਤਾ ਵੀ ਆਪਾਂ ਉਸ ਗੱਲ ਤੇ ਕਾਇਮ ਆ ਜਿਹੜੀ 17 ਜਨਵਰੀ ਨੂੰ ਸੰਯੁਕਤ ਮੋਰਚੇ ਦਾ ਫੈਸਲਾ ਸੀ ਵੀ ਰਿੰਗ ਰੋਡ ਤੇ ਪਰੇਡ ਹੋਊਗੀ ਤੇ ਆਪਾਂ ਰਿੰਗ ਰੋਡ ਤੇ ਮਾਰਚ ਕਰਨਾ ਵਾ, ਕਿਉਂਕਿ ਰਿੰਗ ਰੋਡ ਦਾ ਐਲਾਨ ਹੋਇਆ, ਰਿੰਗ ਰੋਡ ਤੇ ਕਰਾਂਗੇ। 8 ਵਜੇ ਨੂੰ ਆਪਾਂ ਇੱਥੋਂ ਚੱਲੇ 5 ਨੂੰ ਦਿੱਲੀ ਵੱਲ। ਅਸੀਂ ਵੀਰ ਜੀ ਰਿੰਗ ਰੋਡ ਤੇ ਹੀ ਜਾਣਾ ਵਾ, ਕੁਝ ਨਹੀਂ ਚਾਹੀਦਾ। ਕਿਸਾਨ ਜਥੇਬੰਦੀਆਂ ਬਾਹਰੋਂ ਇੱਕੋ ਗੱਲ ਕਹਿੰਦੇ ਆਪਾਂ ਬਾਰ-ਬਾਰ ਨਹੀਂ ਕੱਢਣਾ। ਅਸੀਂ ਜਥੇਬੰਦੀਆਂ ਦੇ ਨਾਲ ਆ, ਕੋਈ ਉਹਨਾਂ ਤੋਂ ਲੱਗ ਨਹੀਂ ਹੈਗੇ। ਅਸੀਂ ਜਥੇਬੰਦੀਆਂ ਦਾ ਹੀ ਆਪਦੇ ਰਿੰਗ ਰੋਡ ਤੇ ਨਹੀਂ ਜਾਣਾ, ਅਸੀਂ ਹੱਕ ਲੈਣੇ ਆ। ਸੰਘਰਸ਼ ਕਮੇਟੀਆਂ ਸਾਨੂੰ ਬੋਲ ਰਹੀਆਂ ਵਾ ਕਿ ਅਸੀਂ ਜੋ ਪੁਲਿਸ ਵੱਲੋਂ ਨਕਸ਼ਾ ਬਣਾਇਆ ਗਿਆ ਉਸ ਉੱਥੇ ਨਹੀਂ ਜਾਣਾ ਵਾ। ਅਸੀਂ ਉਹ ਗੱਲ ਨਹੀਂ ਮਨਜ਼ੂਰ ਕਰਦੇ, ਅਸੀਂ ਰਿੰਗ ਰੋਡ ਤੇ ਨਹੀਂ ਜਾਣਾ ਵਾ। ਆਖਿਰ 26 ਜਨਵਰੀ ਦੀ ਸਵੇਰ ਹੁੰਦੀ ਆ ਜਿਸ ਦਾ ਇੰਤਜ਼ਾਰ ਸਭ ਨੂੰ ਸੀ। ਇੱਥੋਂ ਤੱਕ ਕਿ ਦਿੱਲੀ ਦੇ ਲੋਕ ਵੀ ਇਸ ਪਰੇਡ ਨੂੰ ਦੇਖਣ ਦੇ ਲਈ ਸੜਕਾਂ ਤੇ ਆ ਜਾਂਦੇ ਨੇ। ਬੜੇ ਹੀ ਧੂਮ-ਧਾਮ ਦੇ ਨਾਲ ਟਰੈਕਟਰ ਪਰੇਡ ਦੀ ਸ਼ੁਰੂਆਤ ਹੁੰਦੀ ਆ ਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਆ। ਦਿੱਲੀ ਦੇ ਲੋਕਾਂ ਤੋਂ ਇਸ ਪਰੇਡ ਨੂੰ ਲੈ ਕੇ ਜਿੰਨੇ ਹੁੰਗਾਰੇ ਦੀ ਉਮੀਦ ਕੀਤੀ ਜਾ ਰਹੀ ਸੀ ਉਸ ਤੋਂ ਵੀ ਕਈ ਗੁਣਾ ਵੱਧ ਦਿੱਲੀ ਦੇ ਲੋਕਾਂ ਵੱਲੋਂ ਪਿਆਰ ਮਿਲਿਆ। ਹਰ ਕੋਈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਗਾ ਰਿਹਾ ਸੀ। ਇੱਕ ਪਾਸੇ ਜਿੱਥੇ ਜਵਾਨ ਪਰੇਡ ਕਰ ਰਹੇ ਨੇ, ਇੱਥੇ ਕਿਸਾਨ ਜਿਹੜੇ ਨੇ ਉਹ ਪਰੇਡ ਕਰ ਰਹੇ ਨੇ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗਾਜੀਪੁਰ ਬਾਰਡਰ ਅਸੀਂ ਪਹੁੰਚੇ ਸੀਗੇ। ਟਰੈਕਟਰ ਰੈਲੀ ਜਿਹੜੀ ਆ ਸ਼ੁਰੂ ਹੋ ਚੁੱਕੀ ਆ। ਦੂਰ ਦੂਰ ਤੱਕ ਜਿਹੜੇ ਨੇ ਟਰੈਕਟਰ ਨੇ ਜੀ ਬਹੁਤ ਤਿਆਰੀਆਂ ਨੇ। ਇੱਕ ਸਾਰਿਆਂ ਦੀਆਂ ਸਪੀਡ ਸਲੋ ਕਰਾਉਣਾ ਤੇ ਬਸ ਇਹ ਸਾਰੇ ਡਿਸਪਲਿਨਸ ਮੇਨਟੇਨ ਕਰਨਾ। 450 ਤੋਂ ਵੱਧ ਵੋਲੰਟੀਅਰਸ ਜਿਹੜੇ ਨੇ ਪੂਰੇ पैन जुलूस से ਜਿਹੜੇ शामिल ने। नहीं बस सब सुखी शांति से हो जाए, किसी की जान ना जाए, सब बहुत अच्छे से हो जाए। बस ना हम इनका बुरा चाहते हैं ना अपना बुरा, जो हो अच्छे से हो। ਇੱਕ ਪਾਸੇ ਦੇਸ਼ ਦੇ ਵਿੱਚ ਗਣਤੰਤਰ ਦਿਵਸ ਦੀ ਪਰੇਡ ਹੋ ਰਹੀ ਸੀ ਜਿਸ ਦੇ ਵਿੱਚ ਦੇਸ਼ ਦੇ ਜਵਾਨ ਹਿੱਸਾ ਲੈ ਰਹੇ ਸੀ। ਦੂਜੇ ਪਾਸੇ ਦੇਸ਼ ਦੇ ਕਿਸਾਨ ਟਰੈਕਟਰ ਪਰੇਡ ਕਰਕੇ ਇੱਕ ਨਵੀਂ ਮਿਸਾਲ ਕਾਇਮ ਕਰਨ ਜਾ ਰਹੇ ਸੀ। ਇੱਕ ਹੋਰ ਗੱਲ ਇਹ ਹੈ ਕਿ ਹਮੇਸ਼ਾ ਤੋਂ ਹੀ ਗਣਤੰਤਰ ਦਿਵਸ ਦੀ ਪਰੇਡ ਨੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ, ਪਰ ਇਸ ਵਾਰ ਹਰ ਕੋਈ ਟਰੈਕਟਰ ਪਰੇਡ ਨੂੰ ਲੈ ਕੇ ਆਕਰਸ਼ਿਤ ਸੀ ਕਿ ਇਹ ਨਜ਼ਾਰਾ ਕਿਸ ਤਰ੍ਹਾਂ ਦਾ ਹੋਵੇਗਾ। ਦੂਰ ਦੂਰ ਤੱਕ ਟਰੈਕਟਰ ਇਸ ਤਰ੍ਹਾਂ ਸਜੇ ਹੋਏ ਨਜ਼ਰ ਆ ਰਹੇ ਸੀ ਕਿ ਜਿਵੇਂ ਅੱਜ ਪੂਰਾ ਦੇਸ਼ ਕਿਸਾਨੀ ਨੂੰ ਸਮਰਪਿਤ ਹੋਵੇ। 26 ਜਨਵਰੀ ਦੀ ਘਟਨਾ ਵਾਪਰਨਾ ਮਹਿਜ ਇੱਕ ਇਤਫਾਕ ਸੀ। ਇੱਕ ਪਾਸੇ ਨੌਜਵਾਨ ਰਿੰਗ ਰੋਡ ਤੇ ਜਾਣ ਦੀ ਜਿੱਦ ਕਰ ਰਹੇ ਸੀ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਵਿੱਚ ਆਪਸੀ ਤਾਲਮੇਲ ਦੀ ਕਮੀ ਦਾ ਹੋਣਾ ਸੀ ਜਿਸ ਦਾ ਫਾਇਦਾ ਸਰਕਾਰ ਨੂੰ ਮਿਲ ਹੀ ਗਿਆ। ਉਹ ਲਗਭਗ 7:15 ਵਜੇ 7:20 ਤੇ ਉਹ ਨਿਕਲ ਗਿਆ ਕਿਉਂਕਿ ਮੈਨੂੰ ਤਦ ਪਤਾ ਹੈ ਮੈਂ ਉਸਲੇ ਮੂਹਰੇ ਖੜਾ ਸੀ। ਜਿਹੜੀ ਗੁਰੂ ਤੇਗ ਬਹਾਦਰ ਮੈਮੋਰੀਅਲ ਪਾਰਕ ਹੈ ਉਹਦੇ ਵਿੱਚ ਜਿਹੜੇ ਵਲੰਟੀਅਰ ਨੂੰ ਵਰਦੀਆਂ ਦੇਣ ਆਉਣਾ ਸੀ। ਮੈਂ ਵਲੰਟੀਅਰ ਇੰਚਾਰਜ ਸੀਗਾ, ਸੋ ਉਹ ਇਸ ਕਰਕੇ ਮੈਂ ਵਰਦੀਆਂ ਲੈਣ ਗਿਆ ਹੋਇਆ ਸੀ ਤੇ ਅਸੀਂ ਪ੍ਰੋਗਰਾਮ ਇੱਧਰੋਂ ਰੱਖਿਆ ਹੋਇਆ ਸੀਗਾ ਵੀ ਆਪਾਂ 9 ਵਜੇ ਤੋਂ ਬਾਅਦ ਜਿਹੜਾ ਅੱਗੇ ਨਿਕਲਣਾ। ਆਗੂਆਂ ਸਾਰਿਆਂ ਨੂੰ ਬੁਲਾ ਲਿਆ ਸੀ ਵੀ ਤੁਸੀਂ ਭਾਈ ਸਾਡੇ ਕੋਲ ਇੱਥੇ ਸਟੇਜ ਤੇ ਜਿਹੜਾ 8 ਵਜੇ ਪਹੁੰਚ ਜਾਓ ਤੇ ਮੈਂ ਉਹਨਾਂ ਚਿਰ ਕੋਸ਼ਿਸ਼ ਕਰਾਂਗਾ ਵੀ ਆਪਾਂ ਰੋਕ ਕੇ ਰੱਖੀਏ। ਪਰ ਜਦੋਂ ਮੈਂ ਉੱਧਰ ਗਿਆ ਮੈਂ ਕਿਹਾ ਵੀ ਅਸੀਂ ਵਰਦੀਆਂ ਲੈ ਕੇ ਆਈਏ ਤਾਂ ਮੈਂ ਹਜੇ ਉੱਥੇ ਮੈਮੋਰੀਅਲ ਪਾਰਕ 'ਚ ਖੜਾ ਸੀ ਤਾਂ ਜਾਨੂੰ ਉਹ ਕਾਫਲਾ ਜਿਹੜਾ ਪੰਧੇਰ ਸਾਹਿਬ ਦੀ ਉੱਧਰੋਂ ਪੰਨੂ ਸਾਹਿਬ ਦੀ ਸਟੇਜ ਤੋਂ ਉਹ ਬੈਰੀਕੇਡ ਜਦੋਂ ਛੁੱਟੇ ਜਕਾਰੇ ਛੁੱਟੇ ਤਾਂ ਫਿਰ ਉਹ ਲੋਕ ਨੱਠ ਪਏ ਭੱਜ ਪਏ। ਫਿਰ ਸਾਡੇ ਵਾਲੀ ਜਿਹੜੀ ਸਾਈਡ ਤੋਂ ਵੀ ਪਰਲੀ ਸਾਈਡ ਸੀ ਉਹਨਾਂ ਵਾਲੀ ਸਾਈਡ ਉਹ ਵੀ ਨੌਜਵਾਨਾਂ ਨੇ ਬੈਰੀਕੇਡ ਜਿਹੜੇ ਖਿੱਚ ਕੇ ਇੱਧਰੋਂ ਵੀ ਕੁਝ ਨੌਜਵਾਨ ਉਹਨਾਂ ਦੇ ਨਾਲ ਹੀ ਨਿਕਲ ਗਏ। ਪਰ ਜਿਹੜੀ ਸਾਈਡ ਤੋਂ ਆਪਾਂ ਨਿਕਲਣਾ ਸੀ ਉੱਥੋਂ ਕਾਫੀ ਚਿਰ ਅਸੀਂ ਰੋਕ ਛੱਡਿਆ ਵੀ ਨਹੀਂ ਆਪਾਂ ਅਜੇ ਆਗੂਆਂ ਦੇ ਆਇਆਂ ਤੇ ਚੱਲਣਾ। ਅਸੀਂ ਗੁਰੂ ਕੀਆਂ ਫੌਜਾਂ ਜਿਹੜੀਆਂ ਤਿਆਰ ਸਨ ਜਾਣ ਨੂੰ, ਘੋੜਸਵਾਰ ਤਿਆਰ ਸਨ, ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕੀਤੀ ਔਰ ਉਹਨਾਂ ਨੇ ਸਾਰਿਆਂ ਨੇ ਚੇਨ ਬਣਾ ਕੇ ਰੋਕਿਆ ਹੋਇਆ ਸੀ। ਉਹ ਗੁਰੂ ਕੀਆਂ ਫੌਜਾਂ ਨੂੰ ਬੇਨਤੀ ਕੀਤੀ, ਉਹਨਾਂ ਨੇ ਕਿਹਾ ਵੀ ਠੀਕ ਹੈ ਰੁਕੇ ਰਹਾਂਗੇ। ਪਰ ਜਦੋਂ ਥੋੜ੍ਹਾ ਜਿਹਾ ਕਹਿ ਦਿਓ ਕਿ ਬੰਨ ਸ਼ੁਭ 9:45 ਵਜੇ ਅਸੀਂ 9 ਵਜੇ ਦਾ ਰੱਖਿਆ ਸੀ, 9:45 ਵਜੇ ਗੁਰੂ ਕੀਆਂ ਫੌਜਾਂ ਨੇ ਘੋੜੇ ਫਿਰ ਛੱਡ ਦਿੱਤੇ। ਫਿਰ ਨੌਜਵਾਨਾਂ ਨੂੰ ਲੱਗਾ ਵੀ ਅਸੀਂ ਸੱਟਾਂ ਖਾਵਾਂਗੇ, ਫਿਰ ਉਹ ਪਿੱਛੇ ਹਟ ਗਏ ਤੇ ਫਿਰ ਅਸੀਂ ਵੀ ਉਸ ਬਹਾਉ 'ਚ ਨਾਲ ਹੀ ਗਏ। ਫਿਰ ਵੀ ਜਾ ਕੇ ਜਦੋਂ ਮੁਕਰਵਾ ਚੌਂਕ ਤੋਂ ਰਿੰਗ ਰੋਡ 'ਤੇ ਜਿੱਥੋਂ ਚੜ੍ਹਨਾ ਸੀ ਉੱਥੇ ਉਹਨਾਂ ਨੇ ਬੈਰੀਕੇਡ ਲਾਇਆ ਹੋਇਆ ਸੀ ਤੇ ਅਸੀਂ ਕਿਉਂਕਿ ਜਾਮ 'ਚ ਕਿਉਂਕਿ ਜਿਹੜੇ ਹੁਣ ਨਿਕਲ ਗਏ ਸੀ 7:20 ਦੇ
ਕਰੀਬ ਨਿਕਲ ਗਿਆ ਸੀ ਪੰਧੇਰ ਸਾਹਿਬ ਦੀ ਸਟੇਜ ਤੋਂ, ਤੇ ਉਹ ਵੱਡਾ ਕਾਫਲਾ ਚਲਾ ਗਿਆ ਸੀਗਾ ਉਹਦੇ ਮਗਰ ਸਾਡੇ ਏਰੀਏ 'ਚੋਂ ਵੀ, ਤੇ ਉਹ ਜਾਮ ਲੱਗਿਆ ਹੋਇਆ ਸੀ। ਤੇ ਅਸੀਂ ਆਊਟ ਆਫ ਦਾ ਵੇ ਹੋ ਕੇ ਸੜਕ ਦੀ ਦੂਸਰੀ ਸਾਈਡ ਆਪਣੀਆਂ ਗੱਡੀਆਂ ਟਪਾਈਆਂ, ਟਰਾਲੀ ਟਪਾਈ, ਸਾਰੇ ਵਲੰਟੀਅਰ ਲੈ ਕੇ ਮੂਹਰੇ ਗਿਆ, ਕੋਸ਼ਿਸ਼ ਕੀਤੀ ਮੂਹਰੇ ਜਾ ਕੇ। ਮੈਂ ਹੀ ਸਭ ਤੋਂ ਪਹਿਲਾਂ ਉਸਲੇ ਜਦੋਂ ਉਹ ਟੁੱਟਿਆ, ਮੈਂ ਉਹ ਤੋਂ ਕੋਈ 500 ਗਜ ਪਿੱਛੇ ਸੀ ਜਦੋਂ ਉਹ ਬੈਰੀਕੇਡ ਟੁੱਟੇ ਨੇ, ਮੈਂ ਰਾਈਟ ਉਸ ਵੇਲੇ ਪਹੁੰਚ ਗਿਆ ਸੀ ਲਗਭਗ ਲਾਗੇ ਅਸੀਂ। ਪਰ ਜਦੋਂ ਦੁਨੀਆ ਛੁੱਟ ਪਈ, ਲੋਕ ਛੁੱਟ ਪਏ, ਫਿਰ ਕਿਹੜਾ ਰੁਕਦਾ। ਬੜੀ ਅਸੀਂ ਕੋਸ਼ਿਸ਼ ਕੀਤੀ ਰੋਕਣ ਦੀ, ਵੀ ਭਾਈ ਰੁਕੋ ਰੁਕੋ ਰੁਕੋ। ਨੌਜਵਾਨ ਸਾਡੇ ਮੁੰਡੇ ਕਬੱਡੀ ਵਾਲੇ ਵੀ ਲੱਗੇ ਪਏ, ਰੁਕੋ, ਇਹ ਰੂਟ ਨਹੀਂ। ਅਸੀਂ ਉਸ ਰੂਟ ਨੂੰ ਮੋੜਨਾ ਵੀ ਚਾਹਿਆ, ਅਸੀਂ ਟਰਾਲੀਆਂ ਲੈ ਕੇ ਵੀ ਉਧਰ ਨੂੰ ਤੁਰੇ, ਪਰ ਅਸੀਂ ਜਦੋਂ ਅੱਧਾ ਕਿਲੋਮੀਟਰ ਗਏ ਤਾਂ ਉਹ ਸਾਡੀਆਂ 30-35 ਟਰਾਲੀਆਂ ਰਹਿ ਗਈਆਂ, ਬਾਕੀ ਟਰਾਲੀਆਂ ਕੋਈ ਮੁੜੀਆਂ ਨਹੀਂ। ਜਦੋਂ ਉਹ ਟਰਾਲੀਆਂ ਨਹੀਂ ਮੁੜੀਆਂ ਤਾਂ ਫਿਰ ਅਸੀਂ ਬੈਕ ਆ ਗਏ। ਜਦੋਂ ਬੈਕ ਆ ਗਏ ਤਾਂ ਆ ਕੇ ਫਿਰ ਕੋਸ਼ਿਸ਼ ਫੇਰ ਕੀਤੀ, ਫਿਰ ਸਾਡੇ ਆਗੂ ਆਉਣੇ ਬਾਕੀ ਸ਼ੁਰੂ ਹੋਏ। ਲਗਭਗ 12:30 ਵਜੇ ਦਰਸ਼ਨਪਾਲ ਜੀ ਆ ਗਏ, ਨਾਲ ਉਹਨਾਂ ਦੇ ਕਾਦੀਆਂ ਸਾਹਿਬ ਆ ਗਏ, ਹੌਲੀ ਹੌਲੀ ਰਾਜੇਵਾਲ ਸਾਹਿਬ ਆ ਗਏ। ਫਿਰ ਸਾਰਾ ਹੀ ਕਾਫਲਾ ਜਿਹੜਾ ਉਹ 1 ਵਜੇ ਦੇ ਕਰੀਬ ਸਾਰੇ ਆਗੂਆਂ ਦਾ ਆ ਗਿਆ। ਪਰ ਉਹ ਫਿਰ ਰੁਕੇ ਨਹੀਂ। ਫਿਰ ਨੌਜਵਾਨ ਜਿਹੜੇ ਸੀ ਉਹ ਕਿਉਂਕਿ ਜਦੋਂ ਨੌਜਵਾਨਾਂ ਦਾ ਜੋਸ਼ ਸੀ ਉਹ ਜਾ ਚੜੇ, ਫਿਰ ਉਹ ਅੱਖਾਂ ਨਹੀਂ ਸੀ ਮੰਨਦੇ, ਜਿੰਨਾ ਮਰਜ਼ੀ ਅਸੀਂ ਰੋਕਦੇ ਸੀ। ਫਿਰ ਅਖੀਰ ਉਸ ਬਹਾਵ 'ਚ ਸਾਨੂੰ ਵੀ ਇਹਨਾਂ ਨੂੰ ਹੁਣ ਮੋੜ ਕੇ ਕੌਣ ਲਿਆਵੇ, ਫਿਰ ਮੈਨੂੰ ਵੀ ਜਾਣਾ ਪਿਆ, ਮੈਂ ਵੀ ਗਿਆ। ਫਿਰ ਉਹਨਾਂ ਨੂੰ ਪਏ ਅਸੀਂ ਜਾ ਕੇ ਮੋੜ ਕੇ ਲਿਆਈਏ ਮਜਨੂ ਕਾ ਟਿੱਲਾ ਗੁਰਦੁਆਰਾ ਸਾਹਿਬ ਤੋਂ। ਅਸੀਂ ਜਾ ਕੇ ਉੱਥੋਂ ਜਿਹੜੀ ਪਾਲਕੀ ਸਾਹਿਬ ਲੰਘ ਗਈ ਸਾਡੀ, ਉਹਨੂੰ ਵੀ ਉੱਥੋਂ ਟਰਨ ਕਰਾ ਕੇ ਲਿਆਏ, ਉਹਨਾਂ ਨੂੰ ਫਿਰ ਮੋੜ ਕੇ ਲਿਆਏ। ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਇੰਨੇ ਵੱਡੇ ਇੰਤਜ਼ਾਮ ਹੋਣ ਦੇ ਬਾਵਜੂਦ ਸਾਰੇ ਰਸਤੇ ਖਾਲੀ ਕਿਉਂ ਸਨ। ਇੰਜ ਲੱਗ ਰਿਹਾ ਸੀ ਕਿ ਸਾਰਾ ਕੁਝ ਪਲੈਨਿੰਗ ਦੇ ਤਹਿਤ ਵਾਪਰ ਰਿਹਾ ਹੋਵੇ। ਮੈਂ ਇਹਦੇ ਵਿੱਚ ਕਿਸੇ ਨੌਜਵਾਨ ਦੀ ਮਿਲੀ ਭੁਗਤ ਨਹੀਂ ਕਹੂੰਗਾ, ਸਰਕਾਰ ਨੂੰ ਇਹ, ਕਿਉਂਕਿ ਉਹਨਾਂ ਦੀ ਆਈਬੀ ਦੇ ਲੋਕ ਵਿੱਚ ਘੁੰਮਦੇ ਨੇ, ਉਹਨਾਂ ਨੇ ਨੌਜਵਾਨਾਂ ਦੇ ਗੁੱਸੇ ਨੂੰ, ਨੌਜਵਾਨਾਂ ਦੇ ਜੋਸ਼ ਨੂੰ ਭਾਪ ਲਿਆ ਹੋਇਆ ਸੀ। ਉਹਨਾਂ ਨੂੰ ਇਹ ਗੱਲ ਦਾ ਪਤਾ ਸੀ ਕਿ ਇਹਨਾਂ ਦਾ ਗੁੱਸਾ ਸੀ ਕਿਵੇਂ ਵਰਤਣਾ। ਉਹ ਵਰਤ ਗਏ, ਸਾਡੇ ਗੁੱਸੇ ਤੇ ਜੋਸ਼ ਨੂੰ ਵਰਤ ਗਏ ਉਹ ਨੌਜਵਾਨਾਂ ਦੇ ਨੂੰ। ਸੋ ਉਹਨਾਂ ਨੇ ਉਹ ਬੈਰੀਕੇਡ ਉੱਦਾਂ ਦੇ ਨਰਮ ਜਿਹੇ ਰੱਖੇ ਹੋਏ ਸੀ ਵੀ ਜਿਹੜੇ ਤੋੜਿਆਂ ਟੁੱਟ ਜਾਣ। ਬੈਰੀਕੇਡ ਵੀ ਇੱਕੋ ਹੀ ਸੀ, ਮੁਕਰਵਾ ਚੌਂਕ ਤੇ ਮੁੜ ਕੇ ਲਾਲ ਕਿਲੇ ਤੱਕ ਕੋਈ ਬੈਰੀਕੇਡ ਹੈ ਹੀ ਨਾ ਸੀ। ਇਹ ਤਾਂ ਦੌੜੇ ਗਏ, ਭੱਜੇ ਗਏ। ਸਰਕਾਰ ਦੀ ਮਤਲਬ ਜੇ ਮਨਸ਼ਾ ਹੁੰਦੀ ਰੋਕਣ ਦੀ ਤਾਂ ਰਸਤੇ 'ਚ ਹੋਰ ਕੋਈ ਬੈਰੀਕੇਡ ਹੁੰਦੇ, ਕੋਈ ਬੈਰੀਕੇਡ ਹੈ ਹੀ ਨਾ ਸੀ। ਇਸੇ ਦੌਰਾਨ ਜਥੇਬੰਦੀਆਂ ਵੱਲੋਂ ਬਾਰ-ਬਾਰ ਇਹ ਅਪੀਲ ਕੀਤੀ ਜਾਂਦੀ ਹੈ ਕਿ ਸ਼ਾਂਤੀਪੂਰਵਕ ਢੰਗ ਦੇ ਨਾਲ ਮਾਰਚ ਕੀਤਾ ਜਾਵੇ ਤੇ ਕਿਸੇ ਤਰ੍ਹਾਂ ਦੀ ਹਿੰਸਾ ਨਾ ਕੀਤੀ ਜਾਵੇ, ਤੇ ਜੋ ਰੂਟ ਮਿਲਿਆ उस रूट पे ही मार्च किया जाए। जो रिपोर्ट आ रहे हैं, टीवी पे चल रहे हैं, पुलिस की तरफ से इंफॉर्मेशन आ रही है, उससे पता लग रहा है कि 3-4 जगह पे बैरिकेड टूट गए हैं, किसान दिल्ली के दूसरे इलाकों में आ गए हैं। और अपील ये है कि जो साथी जिस रूट पर चल रहे हैं, संयुक्त किसान मोर्चा ने जो रूट तय किया है उसी पर रहिए, उससे अलग होने का कोई फ़ायदा नहीं। पर शायद बहुत देर हो जाती है। दिल्ली के लाल किले ते किसान अपना किसानी झंडा ते केसरी निशान साहब लहरा दिंदे। देखो ये नौजवानों च जोश सी, गुस्सा सी। ਇਹ ਜਿਹੜੀ ਸਰਕਾਰ ਦੇ ਅਸੀਂ ਮੰਗੇ ਨਹੀਂ ਤੈਨੂੰ ਕਾਲੇ ਕਾਨੂੰਨ, ਧੱਕੇ ਨਾਲ ਸਾਡੇ ਗਲ 'ਚ ਫਾਹਾ ਪਾਤਾ। ਫਿਰ ਉਸ ਤੋਂ ਬਾਅਦ ਅਸੀਂ ਰਿੰਗ ਰੋਡ ਮੰਗਿਆ, ਉਹ ਨਹੀਂ ਦਿੱਤਾ। ਖੱਜਲ ਹੋ ਰਹੇ ਸੀ ਨੌਜਵਾਨ, ਜਿਹੜਾ ਖਾਸ ਨੌਜਵਾਨਾਂ ਦਾ ਜੋਸ਼ ਹੁੰਦਾ। ਸੋ ਨੌਜਵਾਨਾਂ 'ਚ ਗੁੱਸਾ ਸੀ, ਜੋਸ਼ ਸੀ। ਉਹ ਗੁੱਸੇ ਦੇ ਨਾਲ ਵੀ ਕਈ ਆਗੂਆਂ ਨੇ ਵੀ ਸਟੇਜ ਤੋਂ ਕਹਿਤਾ ਸੀ, ਕਿਸੇ ਨੇ ਕਹਿਤਾ ਦਿੱਲੀ ਦੀ ਹਿੱਕ ਤੇ ਟਰੈਕਟਰ ਚੱਲਣਗੇ, ਕਿਸੇ ਨੇ ਕਿਹਾ ਉੱਥੇ ਅਸੀਂ ਲਾਲ ਕਿਲੇ ਜਾਵਾਂਗੇ। ਉਹ ਕੁਛ ਆਗੂਆਂ ਨੇ ਵੀ ਇਦਾਂ ਕਹਿਤਾ ਵਿੱਚੋਂ। ਸੋ ਜਦੋਂ ਕਹਿਣ ਦੇ ਨਾਲ ਨੌਜਵਾਨਾਂ 'ਚ ਇੱਕ ਗੱਲ, ਨੌਜਵਾਨ ਤੱਕ ਤੁਸੀਂ ਮੂੰਹ ਕੱਢ ਦਿਓ, ਫੜ ਲੈਣਗੇ ਉਹ। ਤੇ ਜਦੋਂ ਉਹ ਗੱਲ ਪਕੜ ਲਈ ਉਹਨਾਂ ਨੇ, ਉਹ ਫਿਰ ਨੌਜਵਾਨ ਜਾ ਚੜੇ। ਮੈਂ ਉਹ 'ਚ ਕਿਸੇ ਦਾ ਦੋਸ਼ ਨਹੀਂ ਮੰਨਦਾ, ਕਿਸੇ ਦੀ ਕੋਈ ਮਨਸ਼ਾ ਨਹੀਂ ਸੀ ਇਹ, ਪਰ ਉਹ ਗੁੱਸਾ ਸੀ, ਕ੍ਰੋਧ ਸੀ ਵੀ ਜਿਹੜੀ ਸਰਕਾਰ ਸਾਡੀ ਗੱਲ ਨਹੀਂ ਮੰਨਦੀ, ਅੱਜ ਇਹ ਸਰਕਾਰ ਦੀ ਹਿੰਡ ਭੰਨਣੀ ਆ। ਉਹ ਇਸ ਗੁੱਸੇ ਦੇ ਨਾਲ, ਸਰਕਾਰ ਦੀ ਹਿੰਡ ਭੰਨਣ ਦੇ ਨਾਲ ਉਹ ਜਾ ਚਲੇ ਗਏ। ਪਰ ਕਿਤੇ ਨਾ ਕਿਤੇ ਉਸ ਅੰਦੋਲਨ, ਜਿਹੜਾ ਆਪਣਾ ਅੰਦੋਲਨ ਆ, ਉਹ 26 ਵਾਲੀ ਘਟਨਾ ਨੇ ਅੰਦੋਲਨ ਨੂੰ ਜ਼ਰੂਰ ਥੱਲੇ ਲਿਆਂਦਾ। ਬੇਸ਼ੱਕ ਉਹ ਵੱਡਾ ਨੁਕਸਾਨ ਨਹੀਂ ਕੋਈ ਕੀਤਾ, ਕਿਉਂਕਿ ਤਿਰੰਗੇ ਦਾ ਇਹ ਕਹਿੰਦੇ ਜੀ ਅਪਮਾਨ ਹੋਇਆ, ਕੋਈ ਤਿਰੰਗੇ ਨਹੀਂ ਛੇੜਿਆ ਨੌਜਵਾਨਾਂ ਨੇ, ਇੱਕ ਪੱਤਾ ਵੀ ਨਹੀਂ ਤੋੜਿਆ, ਇਹ ਕਹਿ ਦਿਓ। ਪਰ ਇੱਕ ਗੱਲ ਜ਼ਰੂਰ ਹੋਈ ਵੀ ਅੰਦੋਲਨ 'ਚ ਥੋੜੀ ਜਿਹੜੀ ਸੀ ਉਹ ਨਿਰਾਸ਼ਾ ਆਈ, ਅੰਦੋਲਨ ਥੋੜਾ ਜਿਹਾ ਬੈਕਫੁੱਟ ਤੇ ਆਇਆ। ਪਰ ਚਲੋ ਮਾਲਕ ਦੀ ਕਿਰਪਾ ਨਾਲ ਅੰਦੋਲਨ ਟਿਕਿਆ ਹੋਇਆ, ਚੜ੍ਹਦੀ ਕਲਾ 'ਚ ਹੈ। ਇਸੇ ਦੌਰਾਨ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਲਾਲ ਕਿਲੇ ਤੋਂ ਇੱਕ ਵੀਡੀਓ ਵਾਇਰਲ ਹੋ ਜਾਂਦੀ ਹੈ, ਜਿਸ ਵਿੱਚ ਉਹ ਲਾਲ ਕਿਲੇ ਤੇ ਝੰਡਾ ਲਹਿਰਾਉਣ ਵਾਲੀ ਘਟਨਾ ਦਾ ਸਮਰਥਨ ਕਰਦਾ ਨਜ਼ਰ ਆਉਂਦਾ। ਬਸ ਫਿਰ ਕੀ ਸੀ, ਕੁਝ ਨਿੱਜੀ ਚੈਨਲਾਂ ਵੱਲੋਂ ਕੇਸਰੀ ਝੰਡੇ ਨੂੰ ਖਾਲਿਸਤਾਨੀ ਰੰਗਤ ਦੇ ਕੇ इस अंदोलन ਨੂੰ फिर दोबारा खत्म करने की शुरुआत की। आज उसी लाल किले पर तिरंगे की बगल में एक खास धर्म के झंडे को लहरा दिया गया।
देश के बारे में तो ये बिल्कुल नहीं सोचते और ये असली सच्चे किसान भी हो नहीं सकते। तो किसानों ने ट्रैक्टर रैली में तोड़ दिए हैं सारे नियम, जो दिशा निर्देश जारी किए गए थे कि किसानों को क्रमबद्ध तरीके से अपनी ये मार्च निकालनी है, वो सारे नियम भुला दिए हैं किसान प्रदर्शनकारियों ने। केसरी निशान साहब चलाउणा की उत्ते ਜਿਹੜਾ ਇਹ ਸਰਕਾਰ ਬਣਾਉਣਾ ਚਾਹੁੰਦੀ ਸੀ ਵੀ ਖਾਲਿਸਤਾਨ ਜੀ, ਇਹ ਖਾਲਿਸਤਾਨ ਕੀ ਕੇਸਰੀ ਨਿਸ਼ਾਨ ਜਿਹੜਾ ਆ, ਕੇਸਰੀ ਰੰਗ ਜਿਹੜਾ ਆ ਉਹ ਖਾਲਿਸਤਾਨ ਮੰਗਦਾ ਹੈ। ਤੇ ਉਹ ਕੇਸਰੀ ਜੇਕਰ ਨਿਸ਼ਾਨ ਸਾਹਿਬ ਲਾ ਦਿੱਤਾ ਤੇ ਉੱਤੇ ਕਿੱਥੇ ਲਿਖਿਆ ਵੀ ਖਾਲਿਸਤਾਨ ਮੰਗਦੇ ਨੇ? ਉਹ ਤਾਂ ਸਾਡੀ ਕੌਮ ਦਾ ਸਿੰਬਲ ਹੈ। ਤੇ ਮੈਂ ਕਹੂੰਗਾ ਸਾਡੇ ਦੇਸ਼ ਪ੍ਰਤੀ ਇੰਨੀਆਂ ਕੁਰਬਾਨੀਆਂ ਨੇ ਸਾਡੀ ਕੌਮ ਦੀਆਂ, ਤੇ ਜੇ ਸਾਡਾ ਕੋਈ ਸਿੰਬਲ ਲੱਗ ਵੀ ਗਿਆ ਵੀ ਉਸ ਵੇਲੇ ਤਾਂ ਆਬਜੈਕਸ਼ਨ ਨਹੀਂ ਕਰਦੇ। ਜਦੋਂ ਸਾਡੀ ਸਿੱਖ ਰੈਜੀਮੈਂਟ ਜਿਹੜੀ ਆ ਉਹ ਬਾਰਡਰਾਂ ਨੂੰ ਜਾਂਦੀ ਆ, ਤੇ ਜਦੋਂ ਬਾਰਡਰਾਂ ਨੂੰ ਜਾਂਦੀ ਆ ਉਹਨਾਂ ਤੇ ਕੇਸਰੀ ਨਿਸ਼ਾਨ ਝੂਲਦਾ ਜਾਂਦਾ ਤੇ ਬਾਰਡਰਾਂ ਦੀ ਰਾਖੀ ਕਰਦੇ ਨੇ, ਤੇ ਉੱਥੇ ਗੱਡੀਆਂ ਤੇ ਕੇਸਰੀ ਨਿਸ਼ਾਨ ਲੱਗੇ ਹੁੰਦੇ ਨੇ। ਸਿੱਖ ਰੈਜੀਮੈਂਟ ਦੇ ਮੂਹਰੇ ਤਿਰੰਗਾ ਵੀ ਲੱਗਿਆ ਹੁੰਦਾ ਤੇ ਕੇਸਰੀ ਨਿਸ਼ਾਨ ਵੀ ਲੱਗਾ ਹੁੰਦਾ। ਤੇ ਫਿਰ ਉਹ ਕਿਹੜੀ ਗੱਲ ਹੈ? ਕੇਸਰੀ ਨਿਸ਼ਾਨ ਸਾਹਿਬ ਲੱਗ ਗਿਆ ਤਾਂ ਉਹਨੂੰ ਰੰਗਤ ਗਲਤ ਦਿੱਤੀ ਗਈ, ਉਹ ਕੋਈ ਐਡੀ ਗੱਲ ਨਹੀਂ ਹੈਗੀ। ਉਹ ਮੈਂ ਉਹਨੂੰ ਵੱਡੀ ਗੱਲ ਨਹੀਂ ਸਮਝਦਾ। ਜਦੋਂ ਉੱਥੇ ਲਾਲ ਕਿਲੇ ਪਹੁੰਚੇ, ਇਹਨਾਂ ਦੇ ਜਾਣ ਤੋਂ ਪਹਿਲਾਂ 1000 ਬੰਦਾ ਕਿੱਥੋਂ ਆਇਆ ਸੀ? 150 ਬੰਦਾ ਜਾਂਦਾ ਹੈ। ਪੁਲਿਸ ਵਾਲੇ 26 ਜਨਵਰੀ ਦਾ ਦਿਨ ਹੋਵੇ, ਲਾਲ ਕਿਲੇ ਦੀ ਸਾਰੀ ਚੌਕੀ ਉਤੋਂ ਬਾਹਰ ਨਿਕਲ ਕੇ ਭੱਜ ਜਾਏ, ਇਹਦੇ ਕੀ ਮਾਨੇ? 4 ਘੰਟੇ ਉੱਥੇ ਕੋਈ ਪੁਲਿਸ ਦਾ ਮੁਲਾਜ਼ਮ ਨਹੀਂ ਆਇਆ। ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਗਈ ਵੀ ਜੋ ਤੁਹਾਡਾ ਦਿਲ ਕਰਦਾ ਕਰੋ। ਉਹਨਾਂ ਨੇ ਉੱਥੇ ਝੰਡਾ ਲਹਿਰਾ ਦਿੱਤਾ। ਇਹ ਸਿਰਫ ਤੇ ਸਿਰਫ ਤੁਹਾਨੂੰ ਖਾਲਿਸਤਾਨੀ ਅੱਤਵਾਦੀ ਔਰ ਸਿਰਫ ਪੰਜਾਬ ਦੇ ਸਿੱਖਾਂ ਦਾ ਤੇ ਹਿੰਦੂਆਂ ਦਾ ਖੇਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਸਰਕਾਰ ਇਹ ਸਮਝਦੀ ਸੀ ਵੀ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਸ ਨੂੰ ਸਾਬੋਤਾਜ ਕੀਤਾ ਜਾਏ, ਫੇਲ ਕੀਤਾ ਜਾਏ। ਸੋ ਸਾਡੀ ਪਰੇਡ ਦੇ ਮੁਕਾਬਲੇ ਉਹਨਾਂ ਨੇ ਉਸ ਨੂੰ ਸੈਬੋਟੇਜ ਕਰਨ ਲਈ ਤਾਂ ਕੁਝ ਸ਼ਰਾਰਤੀ ਅੰਸਰ, ਸਮਾਜ ਵਿਰੋਧੀ ਅੰਸਰਾਂ ਰਾਹੀਂ ਇੱਕ ਕੌਨਸਪੀਰੇਸੀ ਰਚ ਕੇ ਜਿਹੜਾ ਸਾਡਾ ਰੂਟ ਸੀ ਉਹਨੂੰ ਬੰਦ ਕੀਤਾ। ਜਿੱਧਰ ਨੂੰ ਉਹ ਚਾਹੁੰਦੇ ਸੀ ਕਿ ਆਊਟਰ ਰਿੰਗ ਰੋਡ ਹੈ, ਲਾਲ ਕਿਲਾ ਹੈ, ਕਿਉਂਕਿ ਇੱਕੋ ਬੜੀ ਗੰਭੀਰ ਚਾਲ ਸੀ ਕਿ ਲਾਲ ਕਿਲੇ ਦੇ ਉੱਪਰ ਇੱਕ ਐਸਾ ਝੰਡਾ ਲਹਿਰਾ ਦਈਏ ਔਰ ਲਹਿਰਾ ਕੇ ਇਹ ਹੋਵੇ ਵੀ ਇਹ ਪੰਜਾਬ ਦੇ ਜਿਹੜੇ ਲੋਕ ਨੇ, ਸਿੱਖ ਨੇ, ਇਹ ਤਾਂ ਸੈਪਰੇਟਿਸਟ ਨੇ, ਇਹ ਖਾਲਿਸਤਾਨੀ ਨੇ, ਇਹ ਕੋਈ ਵੱਖਰਾ ਰਾਹ ਚਾਹੁੰਦੇ ਨੇ। ਇਹ ਸਾਰਾ ਘਟਨਾਕ੍ਰਮ ਦੇਖ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਨੌਜਵਾਨਾਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਗਈ ਅਤੇ ਦਿਨ ਢਲਦੇ ਹੀ ਸਾਰੇ ਨੌਜਵਾਨ ਆਪਣੇ ਟਰੈਕਟਰ ਲੈ ਕੇ ਵਾਪਸ ਮੋਰਚੇ ਤੇ ਪਹੁੰਚਣ ਲੱਗ ਪਏ। ਪਰ ਉੱਥੇ ਹੀ ਲਾਲ ਕਿਲੇ ਦੇ ਅੰਦਰ ਵਾਪਰਨ ਵਾਲੀਆਂ ਘਟਨਾ ਨੇ ਸਭ ਨੂੰ ਨਿਰਾਸ਼ ਕਰ ਦਿੱਤਾ ਸੀ। ਕਿਸਾਨ ਆਗੂਆਂ ਦੇ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਸੀ ਕਿ ਜੋ ਕਿਸਾਨ ਲਾਲ ਕਿਲੇ ਦੇ ਅੰਦਰ ਗਏ ਨੇ ਉਹਨਾਂ ਦੇ ਉੱਪਰ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਅਤੇ ਗੋਲੀਆਂ ਚਲਾਈਆਂ ਗਈਆਂ, ਪਰ ਹਜੇ ਤੱਕ ਗੋਲੀਆਂ ਚੱਲਣ ਬਾਰੇ ਕੋਈ ਖਾਸ ਸਬੂਤ ਨਹੀਂ ਮਿਲੇ। ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਾਲ ਕਿਲੇ ਤੇ ਹੋਈ ਭੰਨ-ਤੋੜ ਦੇ ਮਾਮਲੇ ਦੇ ਵਿੱਚ ਕਾਫੀ ਕਿਸਾਨਾਂ ਦੇ ਉੱਪਰ ਵੱਖ-ਵੱਖ ਧਾਰਾਵਾਂ ਦੇ ਤਹਿਤ ਪਰਚੇ ਦਰਜ ਕੀਤੇ ਗਏ। ਛੱਬੀ ਜਨਵਰੀ ਵਾਲੇ ਦਿਨ ਜਿੱਥੇ ਇੰਨਾ ਕੁਝ ਵਾਪਰਦਾ, ਉੱਥੇ ਹੀ ਬੈਰੀਗੇਟਿੰਗ ਤੋੜਨ ਦੇ ਦੌਰਾਨ ਨੌਜਵਾਨ ਨਵਰੀਤ, ਜੋ ਕਿ ਵਿਦੇਸ਼ ਤੋਂ ਕਿਸਾਨੀ ਟਰੈਕਟਰ ਪਰੇਡ ਦਾ ਹਿੱਸਾ ਬਣਨ ਦੇ ਲਈ ਆਇਆ ਸੀ, ਉਸ ਦੀ ਮੌਤ ਹੋ ਜਾਂਦੀ ਹੈ। ਇਸ ਹਾਦਸੇ ਬਾਰੇ ਪੁਲਿਸ ਦਾ ਕਹਿਣਾ ਸੀ ਕਿ ਟਰੈਕਟਰ ਦਾ ਸੰਤੁਲਨ ਵਿਗੜਨ ਦੇ ਕਰਕੇ ਇਸ ਨੌਜਵਾਨ ਦੀ ਮੌਤ ਹੋਈ ਆ, ਪਰ ਪਰਿਵਾਰਕ ਮੈਂਬਰਾਂ ਦੇ ਇਲਜ਼ਾਮ ਸੀ ਕਿ ਸੰਤੁਲਨ ਵਿਗੜਨ ਕਰਕੇ ਨਹੀਂ, ਬਲਕਿ ਪੁਲਿਸ ਦੀ ਗੋਲੀ ਲੱਗਣ ਕਰਕੇ ਨਵਰੀਤ ਦੀ ਮੌਤ ਹੋਈ ਹੈ। ਦੂਜੇ ਹੀ ਦਿਨ 27 ਜਨਵਰੀ ਨੂੰ ਵੱਡੀ ਗਿਣਤੀ ਦੇ ਵਿੱਚ ਕਿਸਾਨ ਲਾਪਤਾ ਹੋ ਜਾਂਦੇ ਨੇ, ਜਿਨ੍ਹਾਂ ਨੂੰ ਲੱਭਣ ਦੇ ਲਈ ਕਿਸਾਨ ਜਥੇਬੰਦੀਆਂ ਯਤਨ ਕਰਦੀਆਂ ਨੇ ਅਤੇ ਬਾਅਦ ਵਿੱਚ ਪਤਾ ਚੱਲਦਾ ਕਿ ਇਹ ਕਿਸਾਨ ਜੇਲ੍ਹਾਂ ਦੇ ਵਿੱਚ ਬੰਦ ਨੇ। ਕਈਆਂ ਖਿਲਾਫ ਵਾਰੰਟ ਜਾਰੀ ਕਰ ਦਿੱਤੇ ਜਾਂਦੇ ਨੇ ਅਤੇ ਕਈਆਂ ਦੇ ਉੱਪਰ ਇਨਾਮ ਰੱਖ ਦਿੱਤਾ ਜਾਂਦਾ ਹੈ, ਜਿਨ੍ਹਾਂ ਦੇ ਵਿੱਚੋਂ ਮੁੱਖ ਨਾਮ ਦੀਪ ਸਿੱਧੂ ਅਤੇ ਲੱਖਾ ਸਧਾਣਾ ਦਾ ਹੁੰਦਾ ਹੈ, ਜਿਨ੍ਹਾਂ ਨੂੰ ਪੁਲਿਸ ਫੜਨ ਦੇ ਵਿੱਚ ਨਾਕਾਮ ਹੁੰਦੀ ਹੈ। ਘਟਨਾ ਦੇ ਕੁਝ ਦਿਨਾਂ ਬਾਅਦ ਦੀਪ ਸਿੱਧੂ ਨੂੰ ਦਿੱਲੀ ਪੁਲਿਸ ਹਰਿਆਣਾ ਤੋਂ ਗ੍ਰਿਫਤਾਰ ਕਰ ਲੈਂਦੀ ਹੈ। ਇੰਨੀ ਵੱਡੀ ਗਿਣਤੀ ਦੇ ਵਿੱਚ ਜਦੋਂ ਕਿਸਾਨਾਂ ਅਤੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਫਿਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਬਣਾਏ ਗਏ ਵਕੀਲਾਂ ਦੇ ਪੈਨਲ ਨੇ 125 ਤੋਂ ਵੱਧ ਕਿਸਾਨਾਂ ਨੂੰ ਰਿਹਾ ਕਰਵਾਇਆ। ਦੱਸਣਾ ਚਾਹੁੰਦਾ ਹੈ ਕਿ ਇਹਨਾਂ ਚੋਂ ਕੋਈ ਵੀ ਆਦਮੀ ਐਸਾ ਨਹੀਂ ਸੀ ਜਿਹਨੇ ਕੋਈ ਗਲਤ ਕੰਮ ਕੀਤਾ ਹੋਵੇ, ਕਿਸਾਨੀ ਅੰਦੋਲਨ ਅੰਦਰ ਕੋਈ ਵਾਇਲੈਂਸ ਕੀਤੀ ਹੋਵੇ। ਕੇਵਲ ਇਹਨਾਂ ਦਾ ਕਸੂਰ ਇੱਕ ਹੈ ਕਿ ਕਿਸਾਨੀ ਦੀ ਲੜਾਈ ਲੜਦੇ ਪਏ ਆ। ਔਰ ਵੀਰੋ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੇਵਲ ਤੁਹਾਡੀ ਜ਼ਮਾਨਤ ਕਰਾਉਣ ਤੱਕ ਸੀਮਿਤ ਨਹੀਂ। ਅਸੀਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਂਦੇ ਆ, ਜਿਨ੍ਹਾਂ ਲੋਕਾਂ ਨੇ ਤੁਹਾਡੇ ਨਾਲ ਅਤਿਆਚਾਰ ਕੀਤਾ, ਨਜਾਇਜ਼ ਮੁਕੱਦਮਾ ਦਰਜ ਕੀਤਾ, ਤੁਹਾਨੂੰ ਪਹਿਲੀ ਗੱਲ ਤੇ ਤੁਹਾਨੂੰ 22 ਜੇ ਤੋਂ ਬਰੀ ਕਰਾ ਕੇ ਭੇਜਾਂਗੇ।
ਤੇ ਦੂਜੀ ਗੱਲ ਉਹਨਾਂ ਖਿਲਾਫ ਵੀ ਕਾਰਵਾਈ ਕਰਾਵਾਂਗੇ ਜਿਨ੍ਹਾਂ ਤੁਹਾਨੂੰ ਪਰੇਸ਼ਾਨ ਕੀਤਾ, ਜਿਨ੍ਹਾਂ ਉਹਨਾਂ ਨੇ ਆਪਣਾ ਜ਼ੋਰ ਲਾ ਲਿਆ, ਆਪਾਂ ਆਪਣਾ ਜ਼ੋਰ ਲਾ ਲਿਆ। ਉਹਨਾਂ ਜ਼ੋਰ ਲਾ ਕੇ 10 ਦਿਨ ਰੱਖ ਕੇ ਦੇਖ ਲਿਆ ਅੰਦਰ, ਆਪਾਂ ਜ਼ੋਰ ਲਾ ਕੇ ਬਾਹਰ ਕੱਢ ਕੇ ਦੇਖ ਲਿਆ। ਸਾਡੇ ਲਈ ਇਹ ਕ੍ਰਾਂਤੀਕਾਰੀ ਸਾਡੇ ਵੀਰ ਨੇ। 26 ਤਰੀਕ ਤੋਂ ਬਾਅਦ 27 ਦੀ ਸ਼ਾਮ ਨੂੰ ਯੂਪੀ ਦੇ ਜ਼ਿਲ੍ਹਾ ਅਧਿਕਾਰੀਆਂ ਤੇ ਪੁਲਿਸ ਅਧਿਕਾਰੀਆਂ ਨੂੰ ਫਰਮਾਨ ਜਾਰੀ ਹੋ ਜਾਂਦਾ ਕਿ ਹਰ ਥਾਂ ਤੋਂ ਕਿਸਾਨੀ ਧਰਨੇ ਨੂੰ ਖਤਮ ਕੀਤਾ ਜਾਵੇ, ਉਹ ਵੀ ਅੱਜ ਦੀ ਰਾਤ ਦੇ ਵਿੱਚ। ਇਸੇ ਸਮੇਂ ਇੱਕ ਅਹਿਮ ਘਟਨਾ ਸਾਹਮਣੇ ਆਉਂਦੀ ਹੈ ਕਿ ਪੁਲਿਸ ਰਕੇਸ਼ ਟਕੈਤ ਨੂੰ ਗ੍ਰਿਫਤਾਰ ਕਰਨ ਆਉਂਦੀ ਹੈ, ਜਿਸ ਨੂੰ ਕਿਸਾਨਾਂ ਨਾਲ ਮੌਜੂਦ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਕੇਸ਼ ਟਕੈਤ ਮੰਚ ਤੋਂ ਇੱਕ ਵੱਡੀ ਸਾਜ਼ਿਸ਼ ਦੱਸਦੇ ਨੇ ਅਤੇ ਗ੍ਰਿਫਤਾਰੀ ਦੇਣ ਤੋਂ ਮਨਾ ਕਰ ਦਿੰਦੇ ਨੇ। ਇੰਨਾ ਸਭ ਕੁਝ ਜੋ ਹੋਣਾ ਰਕੇਸ਼ ਟਕੈਤ ਨੂੰ ਭਾਵੁਕ ਕਰ ਦਿੰਦਾ ਤੇ ਉਹਨਾਂ ਦੀ ਅੱਖ ਦੇ ਵਿੱਚੋਂ ਡਿੱਗਿਆ ਹੰਝੂ ਸਾਰੇ ਕਿਸਾਨਾਂ ਨੂੰ ਮੋਰਚੇ ਦੇ ਵਿੱਚ ਡਟੇ ਰਹਿਣ ਦੇ ਲਈ ਮਜਬੂਰ ਕਰ ਦਿੰਦਾ। क्या बात है, किसानों को बर्बाद करना चाहते हैं? नहीं होगा। ये देश का किसान, ये 5 लाख ट्रैक्टर मेरी जिम्मेदारी है, इस किसानी की मेरी जिम्मेदारी है। इस किसान को बर्बाद नहीं होने दूंगा देश के। ਇੰਨਾ ਸਭ ਕੁਝ ਹੋਣ ਤੋਂ ਬਾਅਦ ਸਾਰਿਆਂ ਨੂੰ ਇਹ ਲੱਗਿਆ ਕਿ ਸ਼ਾਇਦ ਹੁਣ ਸਭ ਕੁਝ ਖਤਮ। ਹੁਣ ਇਹ ਕਿਸਾਨ ਆਪਣੇ ਆਪਣੇ ਘਰਾਂ ਨੂੰ ਚਲੇ ਜਾਣਗੇ। ਸ਼ੋਰ ਹੋਣ ਦੇ ਬਾਵਜੂਦ ਵੀ ਇੱਕ ਅਜੀਬ ਜਿਹਾ ਸਨਾਟਾ ਪਸਰਿਆ ਹੋਇਆ ਸੀ। ਇਹ ਘਟਨਾਵਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਆਰੰਭ ਕੀਤੇ ਗਏ ਜਨ ਅੰਦੋਲਨ ਦੇ ਲਈ ਬਹੁਤ ਵੱਡਾ ਝਟਕਾ ਸੀ, ਪਰ ਹੁਣ ਕਿਸਾਨ ਜਥੇਬੰਦੀਆਂ ਦੇ ਲਈ ਸਭ ਤੋਂ ਵੱਡੀ ਚੁਣੌਤੀ ਸੀ ਮੁੜ ਕਿਸਾਨ ਅੰਦੋਲਨ ਨੂੰ ਖੜਾ ਕਰਨਾ। ਉਹ ਜਿੱਦੇ ਵਾਕਾ ਹੋਇਆ ਉਹਦੇ ਸਾਡਾ ਆਪਦਾ 50-60 ਹਜ਼ਾਰ ਬੰਦਾ ਸਾਡਾ ਪੱਕਾ ਵਰਕਰ ਸੀ ਉੱਥੇ, ਉਹ ਹੱਲਿਆ ਨਹੀਂ, ਉਹ ਉੱਥੇ ਹੀ ਬਹਿ ਗਿਆ, ਡਟ ਗਿਆ। ਇੱਕ ਸਾਨੂੰ ਇਹ ਮੌਕਾ ਮਿਲ ਗਿਆ, ਇੱਕ ਸਾਨੂੰ ਸਰਕਾਰ ਨੇ ਮੌਕਾ ਦਿੱਤਾ। ਜਿਵੇਂ ਸਾਡੇ ਵਾਲੇ ਨੂੰ ਉਹਨਾਂ ਨੂੰ ਮੌਕਾ ਦਿੱਤਾ ਪਰਚਾ ਦਰਜ ਕਰਦਾ, ਸਰਕਾਰ ਨੇ ਮੌਕਾ ਸਾਨੂੰ ਦਿੱਤਾ। ਸਰਕਾਰ ਨੇ ਕੀ ਕਰਿਆ, ਸਰਕਾਰ ਦੇ ਜਿਹੜੇ RRS ਦਾ 25,000 ਮਤਲਬ ਗੁੰਡਾ ਪਾਲਿਆ, ਮੈਂ ਤਾਂ ਗੁੰਡੀ ਕਹਿੰਦਾ ਉਹਨਾਂ ਨੂੰ, ਚਾਹੇ ਮੈਨੂੰ ਸਵੇਰੇ ਮਾਰ ਦੇਣ, ਮੈਨੂੰ ਕੋਈ ਇਤਰਾਜ਼ ਵਾਲੀ ਗੱਲ ਨਹੀਂ। ਮਤਲਬ ਉਹਨਾਂ ਨੇ ਸਾਡੇ 'ਤੇ ਹਮਲਾ ਕਰਨਾ ਸ਼ੁਰੂ ਕਰਤਾ। ਕੀ ਕਰਤਾ, ਜਾ ਕੇ ਸਾਡਾ ਜਿਹੜਾ ਯੂਪੀ ਵਾਲਾ ਰਾਜਸਥਾਨ ਵਾਲਾ ਉਹ ਸੀਗਾ ਬਾਰਡਰ, ਉੱਥੇ 1000 ਮੁੰਡਾ ਮੂਹਰੇ ਗਏ ਸੀਗਾ, ਪੁਲਿਸ ਵਾਲੀਆਂ ਵਰਦੀਆਂ ਪਾ ਕੇ ਸਾਡੇ ਮੁੰਡੇ 'ਤੇ ਹਮਲਾ ਕਰਤਾ। ਉਹ ਤਾਂ ਮਗਰਲੇ ਬੰਦੇ ਤਕੜੇ ਬਚਾ ਕੇ ਲੈ ਗਏ ਉਹਨਾਂ ਨੂੰ। ਫਿਰ ਰਸ਼ਕੇ ਟਕੈਂਸ 'ਤੇ ਹਮਲਾ ਕਰਤਾ, ਉੱਥੇ ਪੂਰੀ ਤਿਆਰੀ ਸੀ ਉਹਨਾਂ ਦੀ, ਉੱਥੇ ਟਕੈਂਸਾ ਵੜ ਗਏ। ਟਕੈਂਸਾ ਵੜ ਕੇ ਬੰਦਾ ਜਜ਼ਬਾਤੀ ਹੋ ਗਿਆ, ਹੋ ਹੀ ਜਾਂਦਾ ਕਿ ਵੀ ਯਾਰ ਐਡਾ ਵੱਡਾ ਹਮਲਾ ਹੋ ਰਿਹਾ। ਕੁਛ ਉੱਥੇ ਆਪਣੇ ਸਰਦਾਰ ਕਿਸਾਨ ਸੀ, ਉਹ 400-500 ਮੁੰਡਾ ਆਪਣੇ ਬੰਦੇ ਦੀ ਕਿਸਾਨ, ਸਿੱਖ ਕਿਸਾਨ, ਉਹਨਾਂ ਨੇ ਕਹਿਤਾ ਵੀ ਟਕੈਂਸ ਸਾਹਿਬ ਅਸੀਂ ਮਰ ਜਾਗੇ, ਅਸੀਂ ਉਹ ਕੌਮ ਆ, ਤੇਰੇ ਹੱਥ ਨਹੀਂ ਅਸੀਂ ਲੱਗਣ, ਤੂੰ ਚਿੰਤਾ ਨਾ ਕਰ। ਉਹ ਜਦੋਂ ਪ੍ਰਭਾਵਿਤ ਹੋ ਗਿਆ, ਹਰਿਆਣੇ ਵਾਲੇ, ਯੂਪੀ ਵਾਲੇ, ਉੱਥੇ ਲੱਖਾਂ 'ਚ ਫਿਰ ਇਕੱਠ ਹੋ ਗਿਆ। ਮੌਕਾ ਦੇ ਦਿੱਤਾ ਨਾ, ਫਿਰ ਸਾਡੇ ਮੂਹਰਲੇ ਪਾਸੇ ਸਟੇਜ ਚੱਲਦੀ ਸੀ, ਉਹਨਾਂ 'ਤੇ ਹਮਲਾ ਕਰਤਾ। ਉਦੋਂ ਬਾਅਦ ਸਾਰੇ ਲੋਕਾਂ ਦੀ ਹਮਦਰਦ ਚੜ੍ਹ ਗਈ। ਲੋਕਾਂ ਵੀ ਐਂ ਧੱਕਾ ਕਿਵੇਂ ਕਰ ਦੇਣਗੇ, ਲੋਕ ਜਾਣੇ ਸ਼ੁਰੂ ਹੋ ਗਏ। ਖਾ ਪੰਚਾਇਤਾਂ ਨੇ ਮਤੇ ਪਾਤੇ ਵੀ ਆਪ 10-10 ਬੰਦੇ ਜਾਇਆ ਕਰੋ, 5 ਦਾ 8 ਦਿਨ ਰਿਹਾ ਕਰੋ 10। ਤੇ ਪੰਜਾਬ ਦੀਆਂ ਚਾਹੇ ਕਾਂਗਰਸੀ ਪੰਚਾਇਤਾਂ ਨੇ, ਚਾਹੇ ਅਕਾਲੀ ਪੰਚਾਇਤਾਂ ਨੇ, ਸਾਰੀਆਂ ਪੰਚਾਇਤਾਂ ਨੇ ਉਹਨਾਂ ਨੇ ਮਤੇ ਪਾਤੇ। ਹੁਣ ਸਾਨੂੰ ਤਾਂ ਸੋਚ ਹੀ ਮੁੱਕ ਗਈ, ਜਿਹੜੇ ਅਸੀਂ ਲੀਡਰ ਉੱਥੇ ਲੜ ਰਹੇ ਹਾਂ, ਇੱਥੇ ਇਕੱਲਾ ਉੱਥੇ ਬੈਠਣ 'ਤੇ ਹੋ ਗਏ। ਅਸੀਂ ਕਦੇ ਇਕੱਠ ਕਰਨ ਨਹੀਂ ਆਏ ਪਾਏ ਪੰਜਾਬ ਦੇ ਵਿੱਚ, ਵੀ ਇਸ ਕਰਕੇ ਅੰਦੋਲਨ ਨੂੰ ਦੁਬਾਰੇ ਹਮਾਇਤ ਮਿਲ ਗਈ। ਹੁਣ ਜਚਿਆ ਹੋਇਆ ਪੂਰਾ। ਮੋਰਚੇ ਦੀ ਸਹੀ ਬਿਉਂਤਬੰਦੀ ਹੋਣਾ ਹੀ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਇੰਨਾ ਟਕਰਾਅ ਹੋਣ ਦੇ ਬਾਵਜੂਦ ਵੀ ਇਹ ਅੰਦੋਲਨ ਆਪਣੇ ਟੀਚੇ ਵੱਲ ਵੱਧ ਰਿਹਾ। ਇਸ ਮੋਰਚੇ ਨੂੰ ਕਿਸਾਨਾਂ ਨੇ ਅਹਿਸਾਸਾਂ ਦੇ ਤੰਦਾਂ ਨਾਲ ਸਾਂਭਿਆ। ਆਪਣੀ ਹੋਂਦ ਦੇ ਲਈ ਅੜੇ ਰਹਿਣਾ ਇਹ ਦੱਸਦਾ ਹੈ ਕਿ ਬਗਾਵਤ ਨਾਲ ਸਬਰ ਰੱਖਣਾ ਇਹਨਾਂ ਦੇ ਖੂਨ ਵਿੱਚ ਹੈ ਤੇ ਆਪਣੇ ਆਪ ਨੂੰ ਹਰ ਕਸਵੱਟੀ ਤੇ ਖਰੇ ਉਤਾਰਨਾ ਹੀ ਇਸ ਸੰਘਰਸ਼ ਦੀ ਮਜ਼ਬੂਤੀ ਹੈ। ਜਦੋਂ ਵੀ ਹੱਕ ਅਤੇ ਸੱਚ ਦੀ ਲੜਾਈ ਲਈ ਸੂਰਮਿਆਂ ਨੂੰ ਅੱਗੇ ਆਉਣਾ ਪਿਆ ਤਾਂ ਇਹ ਸ਼ਹੀਦੀਆਂ ਪਾਉਣ ਤੋਂ ਵੀ ਪਿੱਛੇ ਨਹੀਂ ਹਟੇ। ਅੰਦੋਲਨ ਦੌਰਾਨ 500 ਤੋਂ ਉੱਪਰ ਸ਼ਹੀਦੀਆਂ ਹੋਣ ਦੇ ਬਾਵਜੂਦ ਇਹਨਾਂ ਸੰਘਰਸ਼ਮਈ ਲੋਕਾਂ ਦੀ ਏਕਤਾ ਦੱਸਦੀ ਹੈ ਕਿ ਇਹ ਆਪਣੇ ਲਈ ਨਹੀਂ, ਸਗੋਂ ਆਪਣੀ ਹੋਂਦ ਦੇ ਫਲਸਫੇ ਨੂੰ ਬਚਾਉਣ ਲਈ ਬੈਠੇ ਨੇ। ਇਹਨਾਂ ਦੇ ਇਕੱਠ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਇਹ ਨਾ ਦਬੇ ਤੇ ਨਾ ਹੀ ਦਬਣਗੇ। ਯਾਦ ਰੱਖਿਓ, ਇੱਕ ਦਿਨ ਇਹ ਸੰਘਰਸ਼ ਇਤਿਹਾਸ ਦਾ ਵਿਸ਼ਾਲ ਰੂਪ ਬਣੇਗਾ। ਅਤੇ ਨਾਇਕ ਹੋਣਗੇ ਆਮ ਲੋਕ।
ਹੁਣ ਤੁਸੀਂ ਦੇਖ ਸਕਦੇ ਹੋ। ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।